अच्छा हाँ जी, लेट अस स्टार्ट। हेलो, मेरी आवाज आ रही है जी? हेलो, जी आ रही आ है रही? जी। गुड ओके मॉर्निंग ओके हाँ जी ओके ओके ओके। गुड मॉर्निंग, गुड मॉर्निंग, गुड मॉर्निंग ਸਾਰਿਆਂ ਨੂੰ ਜੀ। गुड मॉर्निंग जी। ਗੁੱਡ ਮਾਰਨਿੰਗ। ਅੱਜ ਆਪਾਂ ਸਟੱਡੀ ਕਰਾਂਗੇ ਜੀ। ਗੁੱਡ ਮਾਰਨਿੰਗ। पेपर नंबर 6 CPC। टुडे वी विल डिस्कस पेपर नंबर 6 CPC। वेरी इंपॉर्टेंट ਜਿਹੜਾ ਹੈਗਾ ਇਹ ਪੇਪਰ ਹੈਗਾ ਜੀ। पेपर नंबर 6 CPC 1908। पार्ट नंबर 3 निकालो जी, सेक्शन 75 ऑनवर्ड। पार्ट 3 ऑफ योर बुक incidental proceedings। पार्ट 3 of your book incidental proceedings from section 75। ਜਿਵੇਂ ਕਿ ਆਪਾਂ ਪਿੱਛੇ ਪੜ੍ਹਦੇ ਆਏ ਹਾਂ, ਸਾਡੇ ਰੈਵਨਿਊ ਕੋਡਾਂ ਦੇ ਵਿੱਚ ਵੀ ਜਦੋਂ ਕਿਸੇ ਕੋਰਟ ਵੱਲੋਂ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ, ਜਦੋਂ ਕੋਈ ਹਰ ਕੋਰਟ ਹੈਗੀ, ਹਰ ਕੋਰਟ ਦੇ ਸਾਹਮਣੇ ਕੋਈ ਕੇਸ ਚੱਲ ਰਿਹਾ ਹੈ, ਹਰ ਕੋਰਟ ਵੱਲੋਂ ਕੋਈ ਕਿਸੇ ਸੰਬੰਧ ਵਿੱਚ ਕੋਈ ਰਿਪੋਰਟ ਲੈਣੀ ਹੁੰਦੀ ਹੈ, ਤਾਂ ਆਪਣੇ ਨਿਚਲੀਆਂ ਜਿਹੜੇ ਰੈਵਨਿਊ ਕੋਰਟਸ ਹੁੰਦੀਆਂ ਨੇ ਉਹਨਾਂ ਨੂੰ ਕਮਿਸ਼ਨ ਨਿਯੁਕਤ ਕਰ ਸਕਦੀ ਹੈ। ਇਸੇ ਤਰੀਕੇ ਜਿਵੇਂ ਕਿ ਅਸੀਂ ਅਕਸਰ ਸਾਨੂੰ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਰੈਵਨਿਊ ਕੋਰਟਾਂ ਨੂੰ ਸਿਵਲ ਕੋਰਟਾਂ ਵੱਲੋਂ। ਜਦੋਂ ਸਿਵਲ ਕੋਰਟ ਦੇ ਵਿੱਚ ਕੋਈ ਮੈਟਰ ਜਿਹੜਾ ਹੁੰਦਾ ਅੰਡਰ ਕੰਸੀਡਰੇਸ਼ਨ ਹੁੰਦਾ ਹੈ, ਉਸ ਮੈਟਰ ਦੇ ਰਿਗਾਰਡਿੰਗ ਕੋਈ ਪ੍ਰਾਪਰਟੀ ਦੇ ਸੰਬੰਧ ਵਿੱਚ ਮੌਕੇ ਤੇ ਜਾ ਕੇ ਕੋਈ ਬਾਉਂਡਰੀਜ਼ ਦੇਖਣੀਆਂ ਹੁੰਦੀਆਂ, ਕੋਈ ਸਾਈਡਾਂ ਮਾਪਣੀਆਂ ਹੁੰਦੀਆਂ, ਕੋਈ ਖੇਤ ਦੀ ਮੌਕੇ ਤੇ ਜਾ ਕੇ ਪਰਮਿਸ਼ ਕਰਨੀ ਹੁੰਦੀ ਹੈ, ਉਹਦੇ ਰਿਗਾਰਡਿੰਗ ਕੀ ਹੁੰਦਾ ਹੈਗਾ ਰੈਵਨਿਊ ਆਫੀਸਰਸ ਨੂੰ, ਰੈਵਨਿਊ ਆਫੀਸ਼ੀਅਲਸ ਨੂੰ ਜਿਹੜਾ ਹੈਗਾ ਸਿਵਲ ਕੋਰਟਾਂ ਵੱਲੋਂ ਜਿਵੇਂ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ, ਉਹ ਜਿਹੜਾ ਹੈਗਾ ਇਹ ਸੈਕਸ਼ਨ 75 ਦੇ ਵਿੱਚ ਹੈ, ਪਾਵਰ ਆਫ ਦਾ ਕੋਰਟ ਟੂ ਇਸ਼ੂ ਕਮਿਸ਼ਨਸ। ਸਿਵਲ ਕੋਰਟਾਂ ਕੋਲ ਕੀ ਪਾਵਰਸ ਹੁੰਦੀਆਂ ਨੇ ਕਮਿਸ਼ਨ ਨਿਯੁਕਤ ਕਰਨ ਦੀਆਂ, ਕਾਹਦੇ ਲਈ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ? ਠੀਕ ਹੈ ਜੀ। ਸੈਕਸ਼ਨ 75 ਦਾ ਜਿਹੜਾ ਇਹ ਕਲੌਜ਼ ਹੈਗਾ, ਟੂ ਐਗਜ਼ਾਮਿਨ ਐਨੀ ਪਰਸਨ ਦਾ ਕੋਰਟ ਮੇ ਇਸ਼ੂ ਅ ਕਮਿਸ਼ਨ। ਜਿਹੜੀ ਕੋਰਟ ਹੈਗੀ ਹੈ ਕਮਿਸ਼ਨ ਨਿਯੁਕਤ ਕਰ ਸਕਦੀ ਹੈ, ਕਾਹਦੇ ਲਈ ਕਰ ਸਕਦੀ ਹੈ? ਟੂ ਐਗਜ਼ਾਮਿਨ ਐਨੀ ਪਰਸਨ, ਕਿਸੇ ਵਿਅਕਤੀ ਨੂੰ ਜਾ ਕੇ ਐਗਜ਼ਾਮਿਨ ਕਰਨਾ ਹੈ, ਉਹਦੀ ਸਟੇਟਮੈਂਟ ਲੈਣੀ ਹੈ, ਠੀਕ ਹੈ, ਉਹਨੂੰ ਕੋਈ ਕੁਐਸਚਨ ਪੁੱਟ ਅਪ ਕਰਨੇ ਨੇ, ਉਹਦੇ ਕੋਈ ਆਨਸਰ ਲੈਣੇ ਨੇ, ਉਹਦੀ ਕੋਈ ਰਿਪੋਰਟ ਬਣਾ ਕੇ ਅੱਗੇ ਕੋਰਟ ਨੂੰ ਭੇਜਣੀ ਹੈ। ਇਸ ਮਾਮਲੇ ਲਈ ਕੋਰਟ ਆਪ ਨਹੀਂ ਜਾ ਸਕਦੀ, ਤੇ ਕੋਰਟ ਕਮਿਸ਼ਨ ਨਿਯੁਕਤ ਕਰਕੇ ਕਿਸੇ ਸਰਕਾਰੀ ਆਫੀਸਰ ਨੂੰ ਜਾਂ ਕਿਸੇ ਐਡਵੋਕੇਟ ਨੂੰ ਜਾਂ ਕਿਸੇ ਰਿਟਾਇਰ ਰੈਵਨਿਊ ਆਫੀਸਰ ਨੂੰ, ਠੀਕ ਹੈ, ਜਾਂ ਕਿਸੇ ਵਰਕਿੰਗ ਦੇ ਵਿੱਚ ਕੋਈ ਆਫੀਸਰ ਹੁੰਦਾ ਹੈ, ਉਸ ਨੂੰ ਕਮਿਸ਼ਨ ਨਿਯੁਕਤ ਕਰ ਸਕਦੀ ਹੈ ਫॉर द पर्पस टू एग्जामिन एनी पर्सन एंड टू मेक ए लोकल इन्वेस्टिगेशन। ਜਾਂ ਕੋਈ ਲੋਕਲ ਇਨਵੈਸਟੀਗੇਸ਼ਨ ਕਰਨੀ ਹੈ, ਕੋਈ ਪੁੱਛ ਪੜਤਾਲ ਕਰਨੀ ਹੈ ਕਿਸੇ ਮਾਮਲੇ ਦੇ ਸੰਬੰਧ ਵਿੱਚ, ਜਾਂ ਫਿਰ ਟੂ ਐਗਜ਼ਾਮਿਨ ਔਰ ਐਡਜਸਟ ਅਕਾਊਂਟਸ, ਕਿਸੇ ਦੇ ਕੋਈ ਅਕਾਊਂਟਸ ਚੈੱਕ ਕਰਨੇ ਨੇ, ਕੋਈ ਐਡਜਸਟਮੈਂਟ ਕਰਨੀ ਹੈ, ਕੋਈ ਅਕਾਊਂਟਸ ਦੇਖਣੇ ਨੇ, ਠੀਕ ਹੈ, ਕਿਸੇ ਅਕਾਊਂਟਸ ਦੇ ਜਿਹੜੇ ਐਕਸਪਰਟ ਨੂੰ ਕਮਿਸ਼ਨ ਨਿਯੁਕਤ ਕਰਕੇ ਭੇਜਿਆ ਜਾ ਸਕਦਾ ਹੈ। ਜਾਂ ਕੋਈ ਸਿਵਲ ਕੋਰਟ ਦੇ ਵਿੱਚ ਕੋਈ ਪਾਰਟੀਸ਼ਨ ਦਾ ਦਾਅਵਾ ਚੱਲਦਾ ਹੈ, ਕਿਸੇ ਗੈਰਮੁਲਕਨ ਲੈਣ ਦਾ ਦਾਅਵਾ ਚੱਲਦਾ ਹੈ, ਉਸ ਗੈਰਮੁਲਕਨ ਲੈਣ ਨੂੰ ਮੌਕੇ ਤੇ ਜਾ ਕੇ ਚੈੱਕ ਕਰਨ ਦੀ ਖਾਤਰ, ਮਿਣਤੀ ਕਰਨ ਦੀ ਖਾਤਰ ਵੀ ਪਾਰਟੀਸ਼ਨ ਕਿਵੇਂ ਹੋ ਸਕਦੀ ਹੈ, ਪ੍ਰਪੋਜ਼ਲ ਲੈਣ ਦੀ ਖਾਤਰ ਰੈਵਨਿਊ ਅਧਿਕਾਰੀ ਨੂੰ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ ਸਿਵਲ ਕੋਰਟ ਵੱਲੋਂ। ਟੂ ਹੋਲਡ ਅ ਸਾਇੰਟੀਫਿਕ ਟੈਕਨੀਕਲ ਔਰ ਐਕਸਪਰਟ ਐਗਜ਼ਾਮੀਨੇਸ਼ਨ, ਕੋਈ ਹੋਰ ਸੈਂਸਿਟਿਵ ਵਿਸ਼ੇ ਦੇ ਉੱਪਰ ਕੋਈ ਟੈਕਨੀਕਲ ਜੇ ਕੋਈ ਐਕਸਪਰਟ ਤੋਂ ਕੋਈ ਰਿਪੋਰਟ ਲੈਣੀ ਹੋਵੇ, ਤਾਂ ਵੀ ਕਿਸੇ ਟੈਕਨੀਕਲ ਆਫੀਸਰ ਨੂੰ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ ਸਿਵਲ ਕੋਰਟ ਵੱਲੋਂ। ਜਾਂ ਫਿਰ ਇੱਦਾਂ ਵੀ ਹੈਗਾ, ਕੋਈ ਸੇਲ ਕਰਨੀ ਹੈ, ਕੋਈ ਪ੍ਰਾਪਰਟੀ ਅਟੈਚਮੈਂਟ ਦੇ ਵਿੱਚ ਹੈਗੀ ਹੈ ਸਿਵਲ ਕੋਰਟ ਦੇ ਕੋਲੇ, ਉਸ ਪ੍ਰਾਪਰਟੀ ਨੂੰ ਸੇਲ ਵੀ ਕੀਤਾ ਜਾ ਸਕਦਾ ਹੈ। ਜਾਂ ਕੋਈ ਪ੍ਰਾਪਰਟੀ ਦੇ ਵਿੱਚ, ਕਿਸੇ ਪ੍ਰਾਪਰਟੀ ਦੇ ਵਿੱਚ ਕੋਈ ਫਸਲ ਖੜੀ ਹੈ, ਜੋ ਫਸਲ ਨੂੰ ਨਾ ਕੱਟਿਆ ਜਾਵੇ, ਨਾ ਵੱਢਿਆ ਜਾਵੇ, ਨਾ ਸੇਲ ਕੀਤਾ ਜਾਵੇ, ਤਾਂ ਪ੍ਰਾਪਰਟੀ ਜਿਹੜੀ ਫਸਲ ਹੈਗੀ ਹੈ, ਕ੍ਰੌਪ ਹੈਗੀ ਹੈ, ਉਹ ਸੜ ਕੇ ਖਰਾਬ ਹੋ ਸਕਦੀ ਹੈ, ਮਤਲਬ ਕਿ ਉਹਦੀ ਸਪੀਡੀ ਰੈਮਡੀ ਦੀ ਖਾਤਰ, ਤਾਂ ਜੋ ਗਲ ਸੜ ਨਾ ਜਾਵੇ, ਉਹਨੂੰ ਸੇਲ ਕਰਨ ਦੇ ਲਈ ਜਲਦੀ, ਤਾਂ ਕਿ ਉਹਦੇ ਜਿਹੜੀ ਪੇਮੈਂਟ ਹੈਗੀ ਹੈ ਉਹ ਵਸੂਲ ਕੀਤੀ ਜਾਵੇ। ਇਸ ਕਰਕੇ ਉਹਦੀ ਸੇਲ ਵਾਸਤੇ ਵੀ ਹੈਗਾ ਜਿਹੜਾ ਕਮਿਸ਼ਨ ਹੈ ਉਹ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਟੂ ਪਰਫਾਰਮ ਐਨੀ ਮਿਨਿਸਟਰੀਅਲ ਐਕਟ, ਹੋਰ ਕੋਈ ਵੀ ਕੰਮ, ਕਾਰੋਬਾਰ ਜਿਹੜਾ ਹੈਗਾ, ਕੋਈ ਕਿਸੇ ਤਰ੍ਹਾਂ ਦਾ ਕੰਮ ਜੋ ਕੋਰਟ ਨੂੰ ਰਿਕੁਆਇਰਡ ਹੋਵੇ, ਉਸ ਕੰਮ ਦੇ ਖਾਤਰ ਵੀ ਜਿਹੜੀ ਕੋਰਟ ਹੈਗੀ ਹੈ ਕਮਿਸ਼ਨ ਨਿਯੁਕਤ ਕਰ ਸਕਦੀ ਹੈ। ਠੀਕ ਹੈ ਜੀ। ਆਪਾਂ ਕਈ ਵਾਰੀ ਪੜ੍ਹਿਆ ਸੀਗਾ ਆਪਣੇ ਰੈਵਨਿਊ ਕੋਰਟਾਂ 'ਚ ਜਦੋਂ ਕਮਿਸ਼ਨ ਨਿਯੁਕਤ ਕੀਤੇ ਜਾਂਦੇ ਨੇ, ਤਾਂ ਉੱਥੇ ਅਸੀਂ ਸੈਕਸ਼ਨ 75 ਦਾ ਹਵਾਲਾ ਪੜ੍ਹਿਆ ਸੀ। ਸੈਕਸ਼ਨ 75 ਤੋਂ ਲੈ ਕੇ ਸੈਕਸ਼ਨ 78 ਜਿਹੜੇ ਹੈਗੇ ਆ ਵੀ ਇਹਨਾਂ ਦੇ ਸੰਬੰਧ ਵਿੱਚ ਜਿਹੜੇ ਜੋ ਸਿਵਲ ਪ੍ਰੋਸੀਜਰ ਕੋਰਟ ਕੋਲੇ ਪਾਵਰਸ ਹੁੰਦੀਆਂ ਨੇ, ਉਹੀ ਜਿਹੜੀਆਂ ਪਾਵਰਸ ਹੁੰਦੀਆਂ ਨੇ ਰੈਵਨਿਊ ਕੋਰਟ ਨੂੰ ਦਿੱਤੀਆਂ ਜਾਂਦੀਆਂ ਨੇ ਕਮਿਸ਼ਨ ਨਿਯੁਕਤ ਕਰਦੇ ਰਿਗਾਰਡਿੰਗ। ਨੈਕਸਟ ਹੈ ਸੈਕਸ਼ਨ 76 ਕਮਿਸ਼ਨ ਟੂ ਅਨਦਰ ਕੋਰਟ। ਦੇਖੋ ਉੱਪਰ ਆਪਾਂ ਪੜ੍ਹ ਕੇ ਆਏ ਹਾਂ 75 ਦੇ ਵਿੱਚ
ਜਿਹੜਾ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਕਿਸੇ ਵਿਅਕਤੀ ਨੂੰ, ਕਿਸੇ ਆਫੀਸਰ ਨੂੰ, ਕਿਸੇ ਐਡਵੋਕੇਟ ਨੂੰ, ਕਿਸੇ ਆਫੀਸ਼ੀਅਲਸ ਨੂੰ ਨਿਯੁਕਤ ਕੀਤਾ ਜਾਂਦਾ ਕਮਿਸ਼ਨ। ਪਰ ਜਿਹੜਾ ਸੈਕਸ਼ਨ 76 ਹੈਗਾ ਇੱਥੇ ਕਮਿਸ਼ਨ ਦੀ ਗੱਲ ਕੀਤੀ ਹੈ ਕਿਸੇ ਹੋਰ ਕੋਰਟ ਨੂੰ, ਜਿਵੇਂ ਕਿ ਕਿਸੇ ਜਿਸ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਏਰੀਆ ਪੈਂਦਾ ਹੋਵੇ, ਕੋਈ ਵਿਅਕਤੀ ਪੈਂਦਾ ਹੋਵੇ, ਠੀਕ ਹੈ, ਜਾਂ ਕੋਈ ਹਾਇਰ ਕੋਰਟ ਹੈਗੀ ਆ, ਉਹਦੀ ਕੋਈ ਸਬਆਰਡੀਨੇਟ ਕੋਰਟ ਹੈਗੀ ਆ, ਉਸ ਕੋਰਟ ਨੂੰ ਵੀ ਜਿਹੜਾ ਕਮਿਸ਼ਨ ਹੈਗਾ ਕੋਰਟ ਵੱਲੋਂ ਕੋਰਟ ਨੂੰ ਵੀ ਜਿਹੜਾ ਹੈਗਾ ਕਮਿਸ਼ਨ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਕਮਿਸ਼ਨ ਟੂ ਐਗਜ਼ਾਮਿਨ ਐਨੀ ਪਰਸਨ, ਵੀ ਉਸ ਵਿਅਕਤੀ ਨੂੰ ਐਗਜ਼ਾਮਿਨ ਕੀਤਾ ਜਾਵੇ, ਮੇ ਬੀ ਇਸ਼ੂਡ ਟੂ ਐਨੀ ਕੋਰਟ, ਨਾਟ ਹਾਈ ਕੋਰਟ, ਪਰ ਹਾਈ ਕੋਰਟ ਨੂੰ ਕਮਿਸ਼ਨ ਨਿਯੁਕਤ ਨਹੀਂ ਕੀਤਾ ਜਾ ਸਕਦਾ ਕਿਸੇ ਹੋਰ ਕੋਰਟ ਵੱਲੋਂ। ਸਬਸੈਕਸ਼ਨ 2 ਹੈਗੀ ਇਹਦੀ ਸੈਕਸ਼ਨ 76 ਦੀ, ਐਵਰੀ ਕੋਰਟ ਰਿਸੀਵਿੰਗ ਏ ਕਮਿਸ਼ਨ, ਜਦੋਂ ਕਿਸੇ ਕੋਰਟ ਕੋਲੇ ਕੋਈ ਕਮਿਸ਼ਨ ਰਿਸੀਵ ਹੁੰਦਾ, ਕੋਈ ਆਰਡਰ ਜਿਹੜਾ ਹੁੰਦਾ ਰਿਸੀਵ ਹੁੰਦਾ ਕਿਸੇ ਦੂਜੀ ਕੋਰਟ ਦੇ ਕਮਿਸ਼ਨ ਦੇ ਸੰਬੰਧੀ ਕੋਈ ਆਰਡਰ ਰਿਸੀਵ ਹੁੰਦਾ ਫਾਰ ਦਾ ਐਗਜ਼ਾਮੀਨੇਸ਼ਨ ਆਫ ਐਨੀ ਪਰਸਨ, ਕਿਸੇ ਵਿਅਕਤੀ ਨੂੰ ਐਗਜ਼ਾਮਿਨ ਕਰਨਾ ਹੈ, ਜਾਂ ਸ਼ੈਲ ਐਗਜ਼ਾਮਿਨ ਹਿਮ ਆਫਟਰ ਐਗਜ਼ੀਕਿਊਸ਼ਨ ਸ਼ੈਲ ਬੀ ਰਿਟਰਨ ਟੂ ਦਾ ਕੋਰਟ, ਜਦੋਂ ਉਹਦੀ ਐਗਜ਼ਾਮਿਨ ਹੋ ਗਈ, ਉਹਦਾ ਸਾਰਾ ਰਿਕਾਰਡ ਬਣ ਗਿਆ, ਉਹਦੀ ਕੋਈ ਸਟੇਟਮੈਂਟ ਲੈ ਲਈ, ਉਹਨੂੰ ਕੋਈ ਕੁਐਸਚਨ ਪੁੱਟ ਕੀਤੇ ਗਏ ਜਿਵੇਂ ਕਿ ਰਿਕੁਆਇਰਡ ਸੀਗੇ ਆਰਡਰ ਦੇ ਵਿੱਚ, ਉਹ ਸਾਰੀ ਜਿਹੜੀ ਕਾਰਵਾਈ ਹੈਗੀ ਹੈ ਉਹ ਵਿਦ ਐਵੀਡੈਂਸ ਜੋ ਵੀ ਹੈਗੀ ਆ ਉਹ ਸਾਰੀ ਦੀ ਸਾਰੀ ਕਾਰਵਾਈ ਕੰਸਰਨਡ ਕੋਰਟ ਨੂੰ ਐਗਜ਼ੀਕਿਊਸ਼ਨ ਤੋਂ ਬਾਅਦ, ਮਤਲਬ ਕਿ ਕਮਿਸ਼ਨ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਕਰਨ ਤੋਂ ਬਾਅਦ ਜਿਹੜੀ ਕੰਸਰਨਡ ਕੋਰਟ ਵੱਲੋਂ ਉਹ ਰਿਪੋਰਟ ਆਈ ਸੀ, ਆਰਡਰ ਆਇਆ ਸੀ, ਉਸ ਕੋਰਟ ਨੂੰ ਭੇਜਿਆ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 77 ਲੈਟਰ ਆਫ ਰਿਕੁਐਸਟ। ਇੱਕ ਲੈਟਰ ਆਫ ਰਿਕੁਐਸਟ ਦੀ ਗੱਲ ਕੀਤੀ ਗਈ ਹੈ, ਉੱਪਰ ਤਾਂ ਗੱਲ ਕਰਦੀ ਸੀ ਆਪਾਂ 75 76 ਦੇ ਵਿੱਚ ਕਮਿਸ਼ਨ ਦੀ ਗੱਲ ਕੀਤੀ ਗਈ ਹੈ, ਇੱਥੇ ਕਮਿਸ਼ਨ ਨਹੀਂ, ਇੱਥੇ ਲੈਟਰ ਆਫ ਰਿਕੁਐਸਟ ਦੀ ਗੱਲ ਕੀਤੀ ਗਈ ਹੈ ਵੀ ਰਿਕੁਐਸਟ ਭੇਜਣੀ ਹੈ, ਚਿੱਠੀ ਭੇਜਣੀ ਹੈ, ਪੱਤਰ ਭੇਜਣਾ ਹੈ ਇਨ ਲਿeu ਆਫ ਦਾ ਕਮਿਸ਼ਨ, ਕਮਿਸ਼ਨ ਦੀ ਬਜਾਏ। The court may issue a letter of request to examine a witness, ਕਿਸੇ ਵੀ ਵਿਟਨੈਸ ਨੂੰ ਐਗਜ਼ਾਮਿਨ ਕਰਨ ਦੀ ਖਾਤਰ। ਜਿਵੇਂ ਦੇਖੋ ਹੁਣ ਆਪਾਂ ਉਰੇ ਕੋਰਟ ਦੇ ਵਿੱਚ ਕੋਈ ਕੇਸ ਚੱਲ ਰਿਹਾ ਹੈ, ਕੋਈ ਜਿਹੜਾ ਹੈਗਾ ਜਿਹੜਾ ਵਿਟਨੈਸ ਹੈਗਾ ਉਹ ਬਾਹਰ ਬੈਠਾ ਕਿਸੇ ਹੋਰ ਕੰਟਰੀ 'ਚ ਬੈਠਾ ਹੈ, ਠੀਕ ਹੈ, ਉਹ ਨਹੀਂ ਆ ਸਕਦਾ ਇੱਥੇ ਐਗਜ਼ਾਮਿਨ ਕਰਨ ਦੇ ਲਈ, ਆਪਦੀ ਸਟੇਟਮੈਂਟ ਦੇਣ ਲਈ, ਆਪਦੀ ਗਵਾਹੀ ਦੇਣ ਦੇ ਲਈ। ਤਾਂ ਇੱਕ ਪ੍ਰੋਵੀਜ਼ਨ ਹੈਗੀ ਹੈ ਲਾਅ ਦੇ ਵਿੱਚ ਵੀ ਉਸ ਕੋਰਟ ਉੱਥੇ ਜਾ ਕੇ ਉਸ ਕੋਰਟ ਨੂੰ ਇੱਥੋਂ ਆਰਡਰ ਭੇਜਿਆ ਜਾ ਸਕਦਾ ਵੀ ਤੁਹਾਨੂੰ ਜਿਹੜਾ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਉਹ ਜਿਹੜਾ ਵਿਅਕਤੀ ਹੈਗਾ ਤੁਹਾਡੇ ਅਧਿਕਾਰ ਖੇਤਰ ਵਿੱਚ ਹੈਗਾ, ਉਹਦੀ ਜਿਹੜੀ ਐਗਜ਼ਾਮਿਨ ਕਰਕੇ ਜਿਹੜੀ ਉਹਦੀ ਰਿਪੋਰਟ ਹੈਗੀ ਜੋ ਵੀ ਉਹ ਐਵੀਡੈਂਸ ਦਿੰਦਾ ਹੈ, ਵਿਟਨੈਸ ਜੋ ਹੈਗਾ, ਠੀਕ ਹੈ, ਉਹਦੀ ਵਿਟਨੈਸ ਲੈ ਕੇ ਸਾਨੂੰ ਭੇਜਿਆ ਜਾਵੇ। ਲੈਟਰ ਆਫ ਰਿਕੁਐਸਟ ਹੈਗਾ, ਇਹਨੂੰ ਕਹਿੰਦਾ ਲੈਟਰ ਆਫ ਰਿਕੁਐਸਟ। ਇਨ ਲਿeu ਆਫ ਦਾ ਕਮਿਸ਼ਨ ਦਾ ਕੋਰਟ ਮੇ ਇਸ਼ੂ ਏ ਲੈਟਰ ਆਫ ਰਿਕੁਐਸਟ ਟੂ ਐਗਜ਼ਾਮਿਨ ਏ ਵਿਟਨੈਸ residing at any place out of India, ਇੰਡੀਆ 'ਚ ਨਾ ਹੋਵੇ, ਇੰਡੀਆ ਤੋਂ ਬਾਹਰ ਹੋਵੇ ਉਹ ਵਿਅਕਤੀ ਜਿਹਦੇ ਲਈ ਲੈਟਰ ਆਫ ਰਿਕੁਐਸਟ ਭੇਜੀ ਜਾਂਦੀ ਹੈ। ਨੈਕਸਟ 78 ਸੈਕਸ਼ਨ 78 ਕੀ ਹੈ, ਕਮਿਸ਼ਨ ਇਸ਼ੂਡ ਬਾय ਦਾ ਫੋਰਨ ਕੋਰਟਸ। ਜਿਹੜੇ ਫੋਰਨ ਕੋਰਟਸ ਨੇ ਉਹਨਾਂ ਵੱਲੋਂ ਕਮਿਸ਼ਨ ਕਦੋਂ ਨਿਯੁਕਤ ਕੀਤਾ ਜਾਂਦਾ ਹੈ, ਕਿਵੇਂ ਨਿਯੁਕਤ ਕੀਤਾ ਜਾਂਦਾ ਹੈ। ਦਾ ਪ੍ਰੋਵੀਜ਼ਨਸ ਐਜ਼ ਟੂ ਦਾ ਕਮਿਸ਼ਨਸ ਟੂ ਐਗਜ਼ਾਮਿਨ ਦਾ ਵਿਟਨੈਸ ਸ਼ੈਲ ਅਪਲਾਈ। ਜੋ ਪ੍ਰੋਵੀਜ਼ਨ ਆਪਾਂ ਉੱਪਰ ਦੇਖ ਕੇ ਹਟਿਆ ਵੀ ਕਿਹੜੇ ਕਿਹੜੇ ਪ੍ਰੋਵੀਜ਼ਨ ਨੇ, ਕਿਵੇਂ ਕਿਵੇਂ ਅਪਲਾਈ ਹੁੰਦੀਆਂ ਨੇ। ਕੋਰਟਸ ਸਿਚੁਏਟਡ ਇਨ ਐਨੀ ਪਾਰਟ ਆਫ ਇੰਡੀਆ, ਉਹਨਾਂ ਕੋਰਟਾਂ ਤੇ ਵੀ ਇਹ ਲਾਗੂ ਹੁੰਦੀਆਂ ਨੇ ਜਿਹੜੀਆਂ ਕੋਰਟਾਂ ਇੰਡੀਆ ਦੇ ਵਿੱਚ ਤਾਂ ਹੈਗੀਆਂ ਨੇ ਪਰ ਉੱਥੇ CPC ਲਾਗੂ ਨਹੀਂ ਹੁੰਦੀ, ਜਾਂ ਫਿਰ ਉਹ ਕੋਰਟਾਂ ਜਿਹੜੀਆਂ ਕਿਸੇ ਫੋਰਨ ਕੰਟਰੀ ਦੇ ਵਿੱਚ ਐਸਟੈਬਲਿਸ਼ ਕੀਤੀਆਂ ਗਈਆਂ ਨੇ ਕਿਸੇ ਸੈਂਟਰਲ ਗਵਰਨਮੈਂਟ ਦੀ ਅਥਾਰਟੀ ਦੇ ਨਾਲ, ਕਿਸੇ ਫੋਰਨ ਕੋਰਟ 'ਚ ਐਸਟੈਬਲਿਸ਼ ਕੀਤੀਆਂ ਗਈਆਂ ਨੇ, ਉੱਥੇ ਵੀ ਇਹ ਕਮਿਸ਼ਨ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ ਲਾਗੂ ਹੁੰਦੀ ਹੈ। ਫਿਰ ਕੋਰਟਸ ਆਫ ਐਨੀ ਸਟੇਟ ਔਰ ਕੰਟਰੀ ਆਊਟਸਾਈਡ ਇੰਡੀਆ, ਇੰਡੀਆ ਤੋਂ ਬਾਹਰ ਕੋਈ ਕੰਟਰੀ, ਕੋਈ ਕਿਸੇ ਹੋਰ ਕੰਟਰੀ ਦੇ ਵਿੱਚ, ਕਿਸੇ ਹੋਰ ਸਟੇਟ ਦੇ ਵਿੱਚ ਕੋਈ ਕੋਰਟ ਬਣੀ ਹੋਈ ਹੈ, ਸੈਂਟਰਲ ਗਵਰਨਮੈਂਟ ਨੇ ਬਣਾਈ ਵੀ ਹੈਗੀ ਆ, ਉਹ ਕੋਰਟਾਂ ਤੇ ਵੀ ਇਹ ਜਿਹੜੀ ਕਮਿਸ਼ਨ ਦੀ ਜਿਹੜੀ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਸ਼ਨ 75 76 77 ਲਾਗੂ ਹੁੰਦੀਆਂ ਨੇ। ਨੈਕਸਟ ਆ ਗਿਆ ਜੀ ਪਾਰਟ 4। ਪਾਰਟ 4 ਸੂਟਸ ਇਨ ਪਾਰਟਿਕੂਲਰ ਕੇਸਸ। ਸੂਟਸ ਇਨ ਪਾਰਟਿਕੂਲਰ ਕੇਸਸ, ਸੂਟਸ ਬਾਏ ਔਰ ਅਗੇਂਸਟ ਦਾ ਗਵਰਨਮੈਂਟ। ਹੁਣ ਦੇਖੋ ਤੁਸੀਂ ਆਮ ਸੁਣਿਆ ਹੋਏਗਾ, ਇਨ ਜਨਰਲ ਤੁਸੀਂ ਸੁਣਿਆ ਹੋਏਗਾ, ਜਦੋਂ ਕੋਈ ਵਿਅਕਤੀ, ਕੋਈ ਆਫੀਸ਼ੀਅਲ, ਕੋਈ ਆਫੀਸਰ ਕਿਸੇ ਕੋਰਟ ਦੇ ਵਿੱਚ ਆਪਦੇ ਹੱਕਾਂ ਪ੍ਰਤੀ, ਆਪਦੀ ਤਨਖਾਹ ਦੇ ਸੰਬੰਧ ਵਿੱਚ, ਆਪਦੇ ਗ੍ਰੇਡ ਦੇ ਸੰਬੰਧ ਵਿੱਚ, ਆਪਦੇ ਪੇ ਗ੍ਰੇਡ ਦੇ ਸੰਬੰਧ ਵਿੱਚ, ਆਪਦੀ ਸਿਕਿਉਰਿਟੀ ਦੇ ਬਾਰੇ ਦੇ ਵਿੱਚ ਕਿਸੇ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਕੁਐਸਚਨ ਰਾਈਜ਼ ਹੁੰਦਾ ਹੈ, ਕਿਹੜਾ ਹੁੰਦਾ ਹੈ, ਨੋਟਿਸ ਅੰਡਰ ਸੈਕਸ਼ਨ 80 CPC। ਇਹ ਤੁਸੀਂ ਪੜ੍ਹਨ ਜਾ ਰਹੇ ਹੋ ਅੱਜ। ਨੋਟਿਸ ਅੰਡਰ 80 CPC ਸਰਕਾਰ ਦੇ ਖਿਲਾਫ ਕੋਈ ਮੁਕੱਦਮਾ ਜਾਂ ਸਰਕਾਰ ਦੇ ਕਿਸੇ ਆਫੀਸਰ ਦੇ ਖਿਲਾਫ ਇਨ ਦਾ ਆਫੀਸ਼ੀਅਲ ਕੈਪੈਸਿਟੀ ਕੋਈ ਮੁਕੱਦਮਾ ਦਾਇਰ ਕਰਨ ਤੋਂ ਪਹਿਲਾਂ ਰਿਕੁਆਇਰਡ ਹੈਗਾ ਵੀ ਅੰਡਰ ਸੈਕਸ਼ਨ 80 CPC, ਜਿਹੜਾ ਸੈਕਸ਼ਨ 80 ਜਿਹੜਾ ਹੁਣ ਤੁਸੀਂ ਅੱਗੇ ਜਾ ਕੇ ਅਸੀਂ ਪੜ੍ਹਦੇ ਨੈਕਸਟ ਇਹਦੇ ਹੈਗਾ ਵੀ 80 ਸੈਕਸ਼ਨ ਦੇ ਅੰਦਰ 2 ਮਹੀਨੇ ਦਾ ਜਿਹੜਾ ਨੋਟਿਸ ਹੈ ਦੇਣਾ ਹੁੰਦਾ ਹੈ, ਠੀਕ ਹੈ। 2 ਮਹੀਨੇ ਦਾ ਨੋਟਿਸ ਦੇਣ ਤੋਂ ਬਾਅਦ ਜੇਕਰ ਤੁਹਾਡਾ ਕੰਮ ਨਹੀਂ ਹੁੰਦਾ, ਜੋ ਤੁਸੀਂ ਤੁਹਾਡੀ ਰਿਕੁਆਇਰਮੈਂਟ ਹੈ, ਜੋ ਤੁਹਾਡੀ
ਇੰਟਾਈਟਲਮੈਂਟ ਹੈਗੀ ਹੈ, ਜੇ ਤੁਹਾਡਾ ਕੰਮ ਫਿਰ ਵੀ ਨਹੀਂ ਹੁੰਦਾ 2 ਮਿੰਟ ਦੇ ਅੰਦਰ ਅੰਦਰ, ਫਿਰ ਤੁਸੀਂ ਜਾ ਕੇ ਸਿਵਲ ਕੋਰਟ ਦਾ, ਕਿਸੇ ਕੋਰਟ ਦਾ, ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾ ਸਕਦੇ ਹੈਗੇ ਹੋ। ਠੀਕ ਹੈ। ਹੁਣ ਸੈਕਸ਼ਨ 79 ਕੀ ਹੈ? ਸੂਟ ਬਾਏ ਔਰ ਅਗੇਂਸਟ ਗਵਰਨਮੈਂਟ, ਜੇ ਤਾਂ ਦਾਵਾ ਸਰਕਾਰ ਨੇ ਕੀਤਾ ਹੋਵੇ ਜਾਂ ਦਾਵਾ ਸਰਕਾਰ ਦੇ ਖਿਲਾਫ ਹੋਵੇ, ਜਿਹਦੇ ਵਿੱਚ ਕੀ ਹੈਗਾ? ਨੇਮ ਆਫ ਪਲੈਂਟਿਫ ਔਰ ਡਿਫੈਂਡੈਂਟ, ਚਾਹੇ ਸਰਕਾਰ ਪਾਰਟੀ ਹੋਵੇ, ਚਾਹੇ ਸਰਕਾਰ ਦੇ ਖਿਲਾਫ, ਜਿਸ ਸਰਕਾਰ ਚਾਹੇ ਪਲੈਂਟਿਫ ਹੋਵੇ, ਚਾਹੇ ਸਰਕਾਰ ਡਿਫੈਂਡੈਂਟ ਹੋਵੇ। ਉੱਥੇ ਕੀ ਹੋਏਗਾ? ਜਦੋਂ ਪਾਰਟੀ ਕਿਹਨੂੰ ਬਣਾਉਣਾ ਸੀ, ਕੀ ਹੋਏਗਾ ਪਾਰਟੀ ਦਾ ਨਾਮ? ਜੇ ਸੈਂਟਰ ਗਵਰਨਮੈਂਟ ਦੇ ਨਾਮ ਤੇ ਦਾਵਾ ਦਾਇਰ ਕੀਤਾ ਜਾਂਦਾ ਹੈ ਤਾਂ ਦ ਯੂਨੀਅਨ ਆਫ ਇੰਡੀਆ ਅਸੀਂ ਲਿਖਦੇ ਹਾਂ ਦਾਅਵੇ ਦੇ ਵਿੱਚ। ਜਦੋਂ ਜਿਹੜਾ ਦਾਵਾ ਦਾਇਰ ਕੀਤਾ ਜਾਂਦਾ ਸਟੇਟ ਦੇ ਨਾਂ ਤੇ ਤਾਂ ਸਟੇਟ ਆਫ ਇੰਡੀਆ, ਸਟੇਟ ਆਫ ਪੰਜਾਬ, ਸਟੇਟ ਆਫ ਹਰਿਆਣਾ, ਸਟੇਟ ਆਫ, ਠੀਕ ਹੈ, ਜੋ ਵੀ ਸਟੇਟ ਦਾ ਨਾਮ ਹੋਵੇ, ਤਾਂ ਜਿਹੜਾ ਦਾਵਾ ਹੈਗਾ, ਜੇ ਸਰਕਾਰ ਦੇ ਖਿਲਾਫ ਕੋਈ ਦਾਵਾ ਦਾਇਰ ਕਰਦਾ ਹੈ ਤਾਂ ਅਗੇਂਸਟ ਸਟੇਟ ਆਫ ਪੰਜਾਬ, ਹਰਿਆਣਾ ਜੋ ਵੀ ਹੈਗੀ ਹੈ ਉਹ ਲਿਖਿਆ ਜਾਂਦਾ ਹੈ। ਮਤਲਬ ਕਿ ਜਦੋਂ ਸਰਕਾਰ ਦੇ ਖਿਲਾਫ ਦਾਵਾ ਜਾਂ ਸਰਕਾਰ ਦੇ ਨਾਮ ਤੇ ਦਾਵਾ ਜਾਂ ਸਰਕਾਰ ਵੱਲੋਂ ਦਾਵਾ ਹੋਵੇ ਤਾਂ ਸਰਕਾਰ ਦਾ ਜਿਹੜਾ ਨਾਮ ਹੈਗਾ ਉਹ ਇਸ ਤਰੀਕੇ ਯੂਟੀਲਾਈਜ਼ ਕੀਤਾ ਜਾਂਦਾ ਜਿਵੇਂ ਸੈਕਸ਼ਨ 79 ਦੇ ਵਿੱਚ ਦਰਸਾਇਆ ਗਿਆ ਹੈਗਾ। ਸੈਂਟਰ ਗਵਰਨਮੈਂਟ ਹੋਵੇ ਤਾਂ ਯੂਨੀਅਨ ਆਫ ਇੰਡੀਆ, ਜੇ ਸਰਕਾਰ ਦੇ ਖਿਲਾਫ ਹੋਵੇ, ਜੇ ਸਰਕਾਰ ਵੱਲੋਂ ਦਾਇਰ ਕੀਤਾ ਗਿਆ ਹੋਵੇ। ਇਸੇ ਤਰੀਕੇ ਜੇ ਸਟੇਟ ਗਵਰਨਮੈਂਟ ਵੱਲੋਂ ਦਾਇਰ ਕੀਤਾ ਜਾਵੇ ਤਾਂ ਵੀ ਸਟੇਟ ਹੋਏਗਾ ਸਟੇਟ ਆਫ ਪੰਜਾਬ, ਜੇ ਸਟੇਟ ਦੇ ਖਿਲਾਫ ਹੋਵੇ ਤਾਂ ਅਗੇਂਸਟ ਹੋਏਗਾ, ਤਾਂ ਉੱਥੇ ਜਿਹੜੀ ਸਰਕਾਰ ਹੈਗੀ ਹੈ ਡਿਪੈਂਡੈਂਟ ਪਾਰਟੀ ਬਣ ਜਾਂਦੀ ਹੈ। ਹੁਣ ਅਸੀਂ ਨੈਕਸਟ ਪੜ੍ਹਦੇ ਹਾਂ ਸੈਕਸ਼ਨ 80। ਸੈਕਸ਼ਨ 80 ਨੋਟਿਸ, ਇਹਦੀ ਜਿਹੜਾ ਸਬਸੈਕਸ਼ਨ 1 ਹੈਗਾ, no suit shall be instituted against the government, against the public officer in the official capacity। ਠੀਕ ਹੈ ਜੀ, ਕੋਈ ਵੀ ਦਾਵਾ ਸਰਕਾਰ ਦੇ ਖਿਲਾਫ, ਚਾਹੇ ਸੈਂਟਰ ਗਵਰਨਮੈਂਟ ਹੋਵੇ, ਚਾਹੇ ਸਟੇਟ ਗਵਰਨਮੈਂਟ ਹੋਵੇ, ਸਰਕਾਰ ਦੇ ਖਿਲਾਫ ਜਾਂ ਸਰਕਾਰ ਦੇ ਕਿਸੇ ਅਧਿਕਾਰੀ ਦੇ ਖਿਲਾਫ ਜਦੋਂ ਉਹ ਵਰਕ ਕਰ ਰਿਹਾ ਹੋਵੇ ਐਜ਼ ਏ ਆਫੀਸ਼ੀਅਲ ਕੈਪੈਸਿਟੀ, ਦਾਇਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ 2 ਮਿੰਟ ਦਾ ਜਿਹੜਾ ਨੋਟਿਸ ਹੈਗਾ ਨਾ ਦਿੱਤਾ ਗਿਆ ਹੋਵੇ ਕੰਸਰਨਡ ਪਰਸਨ ਵੱਲੋਂ। ਫਿਰ ਅੱਗੇ ਜਾ ਕੇ ਗੱਲ ਕੀਤੀ ਗਈ ਹੈ, ਇਫ ਦਾ ਸੂਟ ਅਗੇਂਸਟ ਸੈਂਟਰ ਗਵਰਨਮੈਂਟ ਦਾਇਰ ਕਰਨਾ ਹੋਵੇ ਤਾਂ ਉੱਥੇ ਅਸੀਂ ਪਾਰਟੀ ਕਿਹਨੂੰ ਬਣਾਉਂਦੇ ਹਾਂ? ਸੈਕਟਰੀ ਟੂ ਦਾ ਦੈਟ ਗਵਰਨਮੈਂਟ, ਸੈਕਟਰੀ ਪਾ ਕੇ ਅੱਗੇ ਲਿਖਾਂਗੇ ਯੂਨੀਅਨ ਆਫ ਇੰਡੀਆ। ਜੇ ਸੈਂਟਰ ਗਵਰਨਮੈਂਟ ਦੇ ਕਿਸੇ ਰੇਲਵੇ ਡਿਪਾਰਟਮੈਂਟ ਦੇ ਨਾਲ ਦਾਵਾ ਕਰਨਾ ਹੋਵੇ ਤਾਂ ਅਸੀਂ ਜੀਐਮ ਨੂੰ ਪਾਰਟੀ ਬਣਾਉਂਦੇ ਹਾਂ, ਜੀਐਮ ਆਫ ਦਾ ਰੇਲਵੇ। ਕਿਹੜੀ ਰੇਲਵੇ? ਨਾਰਥਰਨ ਰੇਲਵੇ, ਸਾਊਥਰਨ ਰੇਲਵੇ, ਜਿਹੜੀ ਵੀ ਹੈਗੀ ਹੈ ਅੱਗੇ ਦਾ ਯੂਨੀਅਨ ਆਫ ਇੰਡੀਆ ਨਾ ਲਿਖਾਂਗੇ। ਇਸੇ ਤਰੀਕੇ ਜੇ ਗਵਰਨਮੈਂਟ ਆਫ ਸਟੇਟ ਆਫ ਜੰਮੂ ਐਂਡ ਕਸ਼ਮੀਰ ਦੇ ਖਿਲਾਫ ਕੋਈ ਦਾਵਾ ਦਾਇਰ ਕਰਨਾ ਹੋਵੇ ਤਾਂ ਚੀਫ ਸੈਕਟਰੀ, ਦੇਖੋ ਉੱਪਰ ਆਇਆ ਸੀ ਸੈਕਟਰੀ, ਇੱਥੇ ਹੈਗਾ ਚੀਫ ਸੈਕਟਰੀ ਟੂ ਦਾ ਦੈਟ ਗਵਰਨਮੈਂਟ, ਤਾਂ ਚੀਫ ਸੈਕਟਰੀ ਨੂੰ ਪਾਰਟੀ ਬਣਾਇਆ ਜਾਂਦਾ ਹੈ। ਜੇ ਕੋਈ ਕਿਸੇ ਵੀ ਸਟੇਟ ਦੇ ਖਿਲਾਫ ਕੋਈ ਦਾਵਾ ਦਾਇਰ ਹੁੰਦਾ ਹੈ ਸਟੇਟ ਦੇ ਖਿਲਾਫ ਤਾਂ ਉੱਥੇ ਪਾਰਟੀ ਕਿਹਨੂੰ ਬਣਾਇਆ ਜਾਂਦਾ ਹੈ? ਸੈਕਟਰੀ ਟੂ ਦੈਟ ਗਵਰਨਮੈਂਟ, ਸੈਕਟਰੀ ਟੂ ਦੈਟ ਗਵਰਨਮੈਂਟ ਔਰ ਕਲੈਕਟਰ। ਜਿਵੇਂ ਤਾਂ ਆਪਾਂ ਦੇਖਦੇ ਤੁਹਾਡੇ ਕੋਲ ਦਾਅਵੇ ਆਉਂਦੇ ਨੇ, ਅਕਸਰ ਆਉਂਦੇ ਨੇ ਆਪਣੇ ਕੋਲ ਦਫ਼ਤਰਾਂ ਦੇ ਵਿੱਚ, ਜੋ ਨਾਲ ਕਲੈਕਟਰ ਨੂੰ ਪਾਰਟੀ ਬਣਾਇਆ ਜਾਂਦਾ ਹੈ। ਗਵਰਨਮੈਂਟ ਨੂੰ ਵੀ ਪਾਰਟੀ ਬਣਾਇਆ ਜਾਂਦਾ ਹੈ ਤੇ ਨਾਲ ਕਲੈਕਟਰ ਨੂੰ ਪਾਰਟੀ ਬਣਾਇਆ ਜਾਂਦਾ ਹੈ। ਕਿਸੇ ਕੇਸਾਂ 'ਚ ਦੇਖਿਆ ਤੁਸੀਂ ਤਹਿਸੀਲਦਾਰ ਨੂੰ ਪਾਰਟੀ ਬਣਾਇਆ ਹੁੰਦਾ ਹੈ। ਠੀਕ ਹੈ, ਇਹ ਗੱਲ ਕੀਤੀ ਹੈ ਸੈਕਸ਼ਨ 80 ਦੇ ਵਿੱਚ ਵੀ ਜਦੋਂ ਦਾਵਾ ਦਾਇਰ ਹੋਣਾ ਹੈ ਸਰਕਾਰ ਦੇ ਖਿਲਾਫ ਤਾਂ ਪਾਰਟੀ ਕਿਹਨੂੰ ਬਣਾਇਆ ਜਾਂਦਾ ਹੈਗਾ? ਇਨ ਕੇਸ ਆਫ ਪਬਲਿਕ ਆਫੀਸਰ, ਜਿੱਥੇ ਕਿਤੇ ਪਬਲਿਕ ਆਫੀਸਰ ਦੀ ਗੱਲ ਆ ਜਾਂਦੀ ਹੈ, ਇਨ ਕੇਸ ਆਫ ਪਬਲਿਕ ਆਫੀਸਰ ਡਿਲੀਵਰ ਟੂ ਹਿਮ, ਜੇ ਦਾਅਵੇ ਦੀ ਕਾਪੀ ਹੈਗੀ ਹੈ ਤਾਂ ਉਸ ਨੂੰ ਉਹਨੂੰ ਡਿਲੀਵਰ ਹੁੰਦੀ ਹੈ ਐਟ ਦਾ ਆਫਿਸ, ਉਹਦੇ ਦਫ਼ਤਰ ਦੇ ਵਿੱਚ ਜਿਹੜੀ ਕਾਪੀ ਹੈਗੀ ਹੈ ਉਸ ਆਫੀਸਰ ਦੇ ਜੇ ਨਾਮ ਤੇ ਕੋਈ ਦਾਵਾ ਦਾਇਰ ਕੀਤਾ ਗਿਆ ਇਨ ਹਿਜ਼ ਆਫੀਸ਼ੀਅਲ ਕੈਪੈਸਿਟੀ, ਤਾਂ ਜਿਹੜੀ ਉਹਦੀ ਕਾਪੀ ਹੈਗੀ ਆ ਉਹਦੇ ਆਫਿਸ ਦੇ ਵਿੱਚ ਜਿਹੜੀ ਹੈਗੀ ਹੈ ਉਹ ਭੇਜੀ ਜਾਂਦੀ ਹੈ। ਸਟੇਟਿੰਗ, ਕੀ ਸਟੇਟ ਕੀਤਾ ਜਾਂਦਾ ਉਹਦੇ ਵਿੱਚ? ਕਾਜ਼ ਆਫ ਐਕਸ਼ਨ, ਕਿਉਂ ਦਾਵਾ ਦਾਇਰ ਕੀਤਾ ਜਾ ਰਿਹਾ ਹੈ, ਕੀ ਰੀਜ਼ਨ ਹੈ, ਕੀ ਕਾਰਨ ਹੈ, ਕਦੋਂ ਇਹ ਕਾਜ਼ ਆਫ ਐਕਸ਼ਨ ਅਰਾਈਜ਼ ਹੋਇਆ। ਠੀਕ ਹੈ, ਨੇਮ, ਉਸ ਆਫਿਸਰ ਦਾ ਨਾਮ, ਉਹਦੀ ਡੈਜਿਗਨੇਸ਼ਨ, ਪਲੇਸ, ਅੱਗੇ ਪਾਰਟੀ ਵੱਲੋਂ ਕਲੇਮ ਕੀਤਾ ਜਾ ਰਿਹਾ ਕੀ ਰਿਲੀਫ ਮੰਗਦੇ ਆ ਪਾਰਟੀ ਜਿਹੜੀ ਦਾਵਾ ਦਾਇਰ ਕਰ ਰਹੀ ਹੈ, ਉਹਦਾ ਕਲੇਮ ਕੀ ਹੈਗਾ। ਜਿਹੜੀ ਪਲੇਂਟ ਹੈਗੀ ਹੈ ਸ਼ੈਲ ਕੰਟੇਨ ਏ ਸਟੇਟਮੈਂਟ ਦੈਟ ਸੱਚ ਨੋਟਿਸ ਹੈਜ਼ ਬੀਨ ਸੋ ਡਿਲੀਵਰਡ, ਉਸ ਵਿੱਚ ਦੱਸਿਆ ਜਾਵੇਗਾ ਜਿਹੜਾ ਇਹ ਨੋਟਿਸ ਹੈ ਇਹ ਮੈਂ ਕਾਹਦੇ ਲਈ ਭੇਜ ਰਹੇ ਹਾਂ। ਜੇ ਇਹ ਨੋਟਿਸ ਤੋਂ ਬਾਅਦ ਵੀ, ਇਹ ਤਾਂ ਦਾਅਵੇ ਦੀ ਗੱਲ ਆ ਗਈ,
ਇਹ ਦਾਅਵੇ ਦੇ ਵਿੱਚ ਦੱਸਿਆ ਜਾਏਗਾ, ਪਲੇਂਟ 'ਚ ਦੱਸਿਆ ਜਾਏਗਾ ਵੀ ਨੋਟਿਸ ਜਿਹੜਾ ਹੈਗਾ TCPC ਦੇ ਵਿੱਚ ਪਹਿਲਾਂ ਦਰਜ ਭੇਜਿਆ ਗਿਆ ਸੀ, ਉਹਦੀ ਆਹ ਨੰਬਰ ਹੈਗਾ, ਆਹ ਡੇਟ ਹੈਗੀ ਹੈ, ਇਸ ਤਰੀਕ ਨੂੰ ਜਿਹੜਾ ਨੋਟਿਸ ਸੀਗਾ ਉਹਦਾ ਜਿਹੜਾ ਵੇਰਵਾ ਹੈਗਾ ਇਸ ਕੇਸ 'ਚ ਦੱਸਿਆ ਜਾਵੇਗਾ ਵੀ 2 ਮਹੀਨੇ ਪਹਿਲਾਂ ਜਾਂ 3 ਮਹੀਨੇ ਪਹਿਲਾਂ ਜਿਹੜਾ ਨੋਟਿਸ ਭੇਜਿਆ ਗਿਆ ਸੀਗਾ, ਪਰ ਫਿਰ ਵੀ ਕੋਈ ਰਿਪਲਾਈ ਨਹੀਂ ਮਿਲਿਆ, ਮੇਰਾ ਜਿਹੜਾ ਹੈਗਾ ਰਿਲੀਫ ਮੈਨੂੰ ਨਹੀਂ ਮਿਲੀ, ਇਸ ਕਰਕੇ ਜਿਹੜਾ ਇਹ ਦਾਅਵਾ ਜਿਹੜਾ ਮੈਂ ਦਾਇਰ ਕੀਤਾ ਜਾ ਰਿਹਾ ਮੇਰੇ ਵੱਲੋਂ। ਨੈਕਸਟ ਹੈ सबसेक्शन 2 ਸੈਕਸ਼ਨ 80 ਦਾ, ਇਹ 'ਚ ਕੀ ਹੈ, ਇਹ ਸੂਟ ਵਿਦਆਊਟ ਨੋਟਿਸ ਫਾਰ ਇਮੀਡੀਏਟ ਰਿਲੀਫ, ਜਿੱਥੇ ਕਿਤੇ ਗੱਲ ਆ ਜਾਂਦੀ ਇਮੀਡੀਏਟ ਰਿਲੀਫ ਦੀ, ਜਿਹੜਾ ਆਫੀਸ਼ੀਅਲ ਕੋਈ ਹੈਗਾ ਜਾਂ ਕੋਈ ਵਿਅਕਤੀ ਹੈਗਾ ਜਿਹੜਾ ਦਾਅਵਾ ਦਾਇਰ ਕਰਨਾ ਚਾਹੁੰਦਾ ਹੈ, ਜੇ ਉਹਨੂੰ 2 ਮਹੀਨਿਆਂ ਦੀ ਗੱਲ ਤੇ ਅਸੀਂ ਪਾ ਦਈਏ, 2 ਮਹੀਨਿਆਂ ਦੇ ਨਾਲ ਉਹਨੂੰ ਕੋਈ ਐਸੀ ਇੰਜਰੀ, ਐਸਾ ਕੋਈ ਨੁਕਸਾਨ ਹੁੰਦਾ ਹੈ ਜਿਹੜਾ ਕਿ ਇਰਰਿਪੇਅਰੇਬਲ ਹੁੰਦਾ ਹੈਗਾ, ਜਿਸ ਕਰਕੇ ਜਿਹੜੀਆਂ ਇਹ ਬਣਾਈਆਂ ਗਈਆਂ ਹਾਈ ਕੋਰਟ ਦੀ ਰਿਟਸ ਪੈਂਦੀਆਂ ਨੇ, ਠੀਕ ਹੈ, ਚਾਹੀਦਾ ਇਮੀਡੀਏਟ ਰਿਲੀਫ ਹੈ, ਉਹਦੀ ਅੱਜ ਪ੍ਰਮੋਸ਼ਨ ਤਾਂ ਅੱਜ ਹੋਣੀ ਸੀਗੀ, ਪ੍ਰਮੋਸ਼ਨ ਅੱਜ ਹੋਈ ਨਹੀਂ ਹੈਗੀ, ਉਹ 2 ਮਹੀਨੇ ਦਾ ਨੋਟਿਸ ਭੇਜੇਗਾ, 2 ਮਹੀਨੇ ਦੇ ਨੋਟਿਸ ਭੇਜ ਕੇ ਫਿਰ ਉਹਦਾ ਜਿਹੜਾ ਹੈਗਾ ਉਹਦਾ ਮੰਥ ਵੀ ਖਤਮ ਹੋ ਜਾਂਦਾ ਹੈਗਾ, ਠੀਕ ਹੈ, 2 ਮਹੀਨਿਆਂ ਬਾਅਦ ਕੀ ਫੈਸਲਾ ਹੁੰਦਾ ਕੀ ਫੈਸਲਾ ਨਹੀਂ ਹੁੰਦਾ, ਉਹਦਾ ਆਪਣਾ ਮੰਥ ਖਤਮ ਹੋ ਜਾਂਦਾ ਹੈ। ਇਸ ਕਰਕੇ ਜਿੱਥੇ ਕਿਤੇ ਇਮੀਡੀਏਟ ਰਿਲੀਫ ਦੀ ਗੱਲ ਹੈਗੀ ਹੈ ਤਾਂ ਮੇ ਬੀ ਇੰਸਟੀਟਿਊਟਡ ਆ ਜਿਹੜਾ ਦਾਅਵਾ ਹੈਗਾ ਉਹ 2 ਮਹੀਨਿਆਂ ਦੇ ਨੋਟਿਸ ਤੋਂ ਬਗੈਰ ਵੀ ਕੀਤਾ ਜਾ ਸਕਦਾ ਹੈ, ਮੇ ਬੀ ਇੰਸਟੀਟਿਊਟਡ ਵਿਦ ਦਾ ਲੀਵ ਆਫ ਦਾ ਕੋਰਟ ਦੇ ਵਿੱਚ ਕੋਰਟ ਦੀ ਜਿਹੜੀ ਮਨਜ਼ੂਰੀ ਦੇ ਨਾਲ ਪਹਿਲਾਂ ਐਪਲੀਕੇਸ਼ਨ ਲੱਗਦੀ ਹੈ, ਨਾਲ ਹੀ ਜੋ ਦਾਅਵਾ ਹੈਗਾ ਦਾਅਵੇ ਦੇ ਨਾਲ ਹੀ ਕਰਜ਼ੀ ਲਗਾਈ ਜਾਂਦੀ ਹੈ ਵੀ ਮੈਨੂੰ ਜਿਹੜਾ ਹੈ ਦਾਅਵਾ ਹੈਗਾ, ਇਸ ਕਰਕੇ ਜਿਹੜਾ ਹੈਗਾ ਮਨਜ਼ੂਰੀ ਦਿੱਤੀ ਜਾਵੇ ਦਾਅਵਾ ਦਾਇਰ ਕਰਨ ਦੀ, ਮੇਰਾ ਦਾਅਵਾ ਐਕਸੈਪਟ ਕੀਤਾ ਜਾਵੇ, ਕਿਉਂਕਿ ਜੇ ਮੈਂ 2 ਮਹੀਨੇ ਦਾ ਨੋਟਿਸ ਦਿੰਦਾ ਤਾਂ ਮੇਰਾ ਇਹ ਜਿਹੜਾ ਹੈਗਾ ਇਰਰਿਪੇਅਰੇਬਲ ਲਾਸ ਹੋ ਸਕਦਾ ਹੈਗਾ। may be instituted with the leave of the court before granting leave of the notice, ठीक है जी, नोटिस तो बिना कोर्ट will give opportunity to government or officer, ਇਹਦੇ ਵਿੱਚ ਜਦੋਂ ਇਹ ਦਾਅਵਾ ਦਾਇਰ ਹੁੰਦਾ ਹੈ ਤਾਂ ਜਿਹੜੀ ਕੋਰਟ ਹੈਗੀ ਹੈ, ਕੋਰਟ ਵੱਲੋਂ ਇੱਕ ਓਪਰਚੁਨਿਟੀ ਦਿੱਤੀ ਜਾਏਗੀ ਕੰਸਰਨਡ ਗਵਰਨਮੈਂਟ ਨੂੰ, ਕੰਸਰਨਡ ਆਫੀਸਰ ਨੂੰ, ਜਿਹਦੇ ਪੱਧਰ ਤੇ ਕੋਈ ਕੰਮ ਦਾ ਪੈਂਡਿੰਗ ਪਿਆ ਹੈ, ਉਹਨੂੰ ਇੱਕ ਓਪਰਚੁਨਿਟੀ ਦਿੱਤੀ ਜਾਵੇਗੀ। ਇਫ ਦਾ ਕੋਰਟ ਨਾਟ ਸੈਟੀਸਫਾਈਡ ਵੀ ਰਿਟਰਨ ਦਾ ਪਲੇਨ, ਜੇ ਕੋਰਟ ਇਸ ਗੱਲ ਤੋਂ ਸੈਟੀਸਫਾਈ ਨਹੀਂ ਹੁੰਦੀ ਵੀ ਨਹੀਂ ਇਹਦੇ 'ਚ ਕੋਈ ਅਰਜੈਂਸੀ ਨਹੀਂ ਹੈਗੀ, ਇਹਦੇ ਵਿੱਚ ਨੋਟਿਸ ਦਿੱਤਾ ਜਾਣਾ ਜ਼ਰੂਰੀ ਬਣਦਾ ਹੈ, ਇਹ 'ਚ ਕੋਈ ਐਮਰਜੈਂਸੀ ਨਹੀਂ ਹੈ ਵੀ ਦਾਅਵਾ ਦੇ ਤੁਹਾਨੂੰ 2 ਮਹੀਨੇ ਦਾ ਜਿਹੜਾ ਨੋਟਿਸ ਹੈਗਾ ਤੁਹਾਨੂੰ ਐਗਜ਼ੈਂਪਟ ਕਰ ਦਿੱਤਾ ਜਾਵੇ, ਤਾਂ ਉਸ ਕੇਸ ਦੇ ਜਿਹੜਾ ਦਾਅਵਾ ਹੈਗਾ ਉਹ ਕੋਰਟ ਵੱਲੋਂ ਐਕਸੈਪਟ ਨਹੀਂ ਕੀਤਾ ਜਾਂਦਾ, ਦਾਅਵਾ ਵਾਪਸ ਕਰ ਦਿੱਤਾ ਜਾਂਦਾ ਹੈ। ਤੇ ਨਾਲ ਹੀ ਆਰਡਰ ਕੀਤਾ ਜਾਂਦਾ ਵੀ ਇਹ ਜਿਹੜਾ ਦਾਅਵਾ ਹੈਗਾ ਪਹਿਲਾਂ 2 ਮਹੀਨੇ ਦਾ ਨੋਟਿਸ ਭੇਜੋ, 2 ਮਹੀਨੇ ਦੇ ਨੋਟਿਸ ਤੋਂ ਬਾਅਦ ਜੇ ਤੁਹਾਡਾ ਕੰਮ ਨਹੀਂ ਹੁੰਦਾ ਤਾਂ ਤੁਸੀਂ ਆ ਕੇ ਸਾਡੇ ਕੋਲੇ ਦਾਅਵਾ ਦਾਇਰ ਕਰ ਸਕਦੇ ਹੋ। ਨੈਕਸਟ ਹੈ ਸਬਸੈਕਸ਼ਨ 3, no suit against government or public officer shall be dismissed, ਜਿਸ ਸਰਕਾਰ ਦੇ ਖਿਲਾਫ ਕਿਸੇ ਨੇ ਦਾਅਵਾ ਪਾਇਆ ਹੈ ਜਾਂ ਪਬਲਿਕ ਆਫੀਸਰ ਦੇ ਖਿਲਾਫ ਹੈ ਜੇ ਆਫੀਸ਼ੀਅਲ ਕੈਪੈਸਿਟੀ ਕਿਸੇ ਵਿਅਕਤੀ ਨੇ ਦਾਅਵਾ ਪਾਇਆ ਹੈ, ਠੀਕ ਹੈ, ਉਹ ਸਿਰਫ ਇਸੇ ਵਿਸ਼ੇ ਤੇ ਡਿਸਮਿਸ ਨਹੀਂ ਕੀਤਾ ਜਾ ਸਕਦਾ ਵੀ ਬੀਅਰਲੀ ਬਾਈ ਐਰਰ ਕੋਈ ਮਾਮੂਲੀ ਗਲਤੀ ਹੋਵੇ, ਕੋਈ ਨੋਟਿਸ ਭੇਜਿਆ ਸੀ, ਨੋਟਿਸ ਦੇ ਵਿੱਚ ਕੋਈ ਮਾਮੂਲੀ ਡਿਫੈਕਟ ਰਹਿ ਗਿਆ ਹੋਵੇ, ਕੋਈ ਐਡਰੈਸ ਦਾ ਡਿਫੈਕਟ ਰਹਿ ਗਿਆ ਹੋਵੇ, ਠੀਕ ਹੈ, ਇਸ ਗੱਲ ਨੂੰ ਮਤਲਬ ਕਿ ਮੁੱਦਾ ਬਣਾ ਕੇ ਨੋਟਿਸ ਤਾਂ ਭੇਜਿਆ ਗਿਆ ਸੀਗਾ ਪਰ ਉਹ 'ਚ ਮਾੜੀ ਮੋਟੀ ਕੋਈ ਮਾਈਨਰ ਮਿਸਟੇਕ ਸੀ, ਕੋਈ ਕਲੈਰੀਕਲ ਐਰਰ ਸੀਗੀ, ਇਸ ਬੇਸ ਨੂੰ ਲੈ ਕੇ ਜਿਹੜਾ ਦਾਅਵਾ ਹੈਗਾ ਸਿਵਲ ਕੋਰਟ ਵੱਲੋਂ ਉਹਦਾ ਦਾਅਵਾ ਡਿਸਮਿਸ ਨਹੀਂ ਕੀਤਾ ਜਾਵੇਗਾ। ਕੋਈ ਨੇਮ ਦੀ ਗਲਤੀ ਰਹਿ ਗਈ, ਕੋਈ ਡਿਸਕ੍ਰਿਪਸ਼ਨ, ਕੋਈ ਰੈਜ਼ੀਡੈਂਸ ਦੀ, ਕੋਈ ਪਲੇਸ ਦੀ ਕੋਈ ਮਾੜੀ ਮੋਟੀ ਗਲਤੀ ਰਹਿ ਗਈ ਜਿਹਦੇ ਵਿੱਚ ਕੀ ਹੋਇਆ ਉਸ ਵਿਅਕਤੀ ਨੂੰ ਆਇਡੈਂਟੀਫਾਈ ਕਰਨਾ ਔਖਾ ਹੋ ਗਿਆ, ਜਿਸ ਬੰਦੇ ਨੇ ਇਹ ਨੋਟਿਸ ਭੇਜਿਆ ਸੀਗਾ ਉਹ ਆਇਡੈਂਟੀਫਾਈ ਕਰਨਾ ਔਖਾ ਹੋ ਗਿਆ, ਐਦਾਂ ਦੀ ਕਿਸੇ ਮਤਲਬ ਕਿ ਕੋਈ ਬਹਾਨੇਬਾਜ਼ੀ ਦੇ ਨਾਲ ਜਿਹੜਾ ਹੈਗਾ ਇਹ ਦਾਅਵਾ ਇੱਕ ਜਿਹੜੀ ਦੂਜੀ ਪਾਰਟੀ ਕਹਿੰਦੀ ਗਵਰਨਮੈਂਟ ਦਾ ਕੋਈ ਆਫੀਸਰ ਜਾ ਕੇ ਕਹਿੰਦਾ ਹੈਗਾ ਵੀ ਆ ਨੋਟਿਸ ਤਾਂ ਸਾਡੇ ਕੋਲ ਆਇਆ ਸੀਗਾ ਪਰ ਇਹਦੇ ਵਿੱਚ ਤਾਂ ਸਾਨੂੰ ਪਤਾ ਨਹੀਂ ਚੱਲਿਆ ਆ ਸੀ, ਇਹਦੇ ਵਿੱਚ ਕੋਈ ਆ ਕਲੈਰੀਕਲ ਮਿਰਰ ਸੀ, ਐਰਰ ਸੀ, ਕੋਈ ਗਲਤੀ ਸੀਗੀ, ਇਸ ਬੇਸ ਤੇ ਜਿਹੜਾ ਦਾਅਵਾ ਹੈਗਾ ਉਹ ਡਿਸਮਿਸ ਨਹੀਂ ਕੀਤਾ ਜਾਵੇਗਾ। ਨੈਕਸਟ ਹੈ ਸੈਕਸ਼ਨ 81, exemption from arrest and personal appearance, ਕਿਸ ਵਿਅਕਤੀ ਨੂੰ ਜਿਹੜੀ ਹੈਗੀ ਐਗਜ਼ੈਂਪਸ਼ਨ ਹੈਗੀ ਹੈ ਅਰੈਸਟ ਕਰਨ ਤੋਂ ਤੇ ਪਰਸਨਲ ਕੋਰਟ ਦੇ ਵਿੱਚ ਖੁਦ ਹਾਜ਼ਰ ਹੋਣ ਤੋਂ, ਇਨ ਦਾ ਸੂਟ ਅਗੇਂਸਟ ਏ ਪਬਲਿਕ ਆਫੀਸਰ, ਜਦੋਂ ਕੋਈ ਵਿਅਕਤੀ ਕੋਈ ਪਬਲਿਕ ਆਫੀਸਰ ਹੈਗਾ ਉਹਦੇ ਅਗੇਂਸਟ ਕੋਈ ਸੂਟ ਦਾਇਰ ਹੁੰਦਾ ਹੈ ਜਦੋਂ ਉਹ ਆਫੀਸ਼ੀਅਲ ਕੈਪੈਸਿਟੀ 'ਚ ਉਹਨੇ ਕੰਮ ਕੀਤਾ ਹੋਵੇ, ਠੀਕ ਹੈ। ਇਫ ਵਰਕ ਡਨ ਇਨ ਹਿਜ਼ ਆਫੀਸ਼ੀਅਲ ਕੈਪੈਸਿਟੀ ਡਿਫੈਂਡੈਂਟ ਸ਼ੈਲ ਨਾਟ ਬੀ ਲਾਇਬਲ ਟੂ ਅਰੈਸਟ, ਇੱਥੇ ਉਹ ਪਾਰਟੀ ਜਿਹੜੀ ਡਿਫੈਂਡੈਂਟ ਹੋਏਗੀ ਕਿਸੇ ਆਫੀਸਰ ਦੇ ਖਿਲਾਫ ਕੋਈ ਦਾਅਵਾ ਦਾਇਰ ਹੋਇਆ ਜਦੋਂ ਉਹ ਆਫੀਸ਼ੀਅਲ ਕੈਪੈਸਿਟੀ 'ਚ ਉਹਨੇ ਕੰਮ ਕੀਤਾ ਹੈ ਤਾਂ ਜਿਹੜੀ ਪਲੈਂਟਿਵ ਪਾਰਟੀ ਹੈ ਆਫੀਸਰ ਨੂੰ ਡਿਫੈਂਡੈਂਟ ਬਣਾ ਕੇ ਦਾਅਵਾ ਦਾਇਰ ਕਰਦੀ ਹੈ, ਤਾਂ ਇੱਥੇ ਕੀ ਕਿਹਾ ਗਿਆ ਇਹ ਸੈਕਸ਼ਨ 81 ਦੇ ਵਿੱਚ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ, ਰਿਲੀਫ ਦਿੱਤੀ ਗਈ ਹੈ ਵੀ ਡਿਫੈਂਡੈਂਟ ਸ਼ੈਲ ਨਾਟ ਬੀ ਲਾਇਬਲ ਟੂ ਅਰੈਸਟ, ਇਸ ਕੇਸ ਦੇ ਜਿਹੜਾ ਡਿਫੈਂਡੈਂਟ ਹੈ ਉਹਨੂੰ ਅਰੈਸਟ ਨਹੀਂ ਕੀਤਾ ਜਾਵੇਗਾ, ਨੋਰ ਹਿਜ਼ ਪ੍ਰੋਪਰਟੀ ਵੀ ਅਟੈਚਡ, ਨਾ ਉਹਦੀ ਕੋਈ ਪ੍ਰੋਪਰਟੀ ਅਟੈਚ ਕੀਤੀ ਜਾਵੇਗੀ ਇਨ ਐਗਜ਼ੀਕਿਊਸ਼ਨ ਆਫ ਅ ਡਿਗਰੀ, ਜੇ ਕੋਈ ਡਿਗਰੀ ਪਾਸ ਹੋ ਗਈ ਇਸ ਕੇਸ ਦੇ ਵਿੱਚ ਕੋਈ ਲੈਣ ਦੇਣ ਦਾ ਮਾਮਲਾ ਸੀ, ਕਿਸੇ ਵਿਅਕਤੀ ਨੇ ਕੋਈ ਸਰਕਾਰ ਤੋਂ ਪੇਮੈਂਟ ਲੈਣੀ ਸੀਗੀ ਮੰਨ ਲਓ, ਠੀਕ ਹੈ,
ਉਹਦੇ ਰਿਗਾਰਡਿੰਗ ਆਫੀਸ਼ੀਅਲ ਕਿਸੇ ਆਫੀਸਰ ਦੇ ਅਗੇਂਸਟ ਕੋਈ ਡਿਗਰੀ ਪਾਸ ਹੋ ਗਈ, ਪਰ ਇਸ ਡਿਗਰੀ ਦੇ ਵਿੱਚ ਜਿਹੜੀ ਹੈਗੀ ਹੈ ਉਹ ਪਬਲਿਕ ਆਫੀਸਰ ਦੀ ਜਿਹੜੀ ਆਪਦੀ ਪਰਸਨਲ ਜਿਹੜੀ ਪ੍ਰਾਪਰਟੀ ਹੈਗੀ ਹੈ, ਨਾ ਤਾਂ ਉਹਨੂੰ ਅਰੈਸਟ ਕੀਤਾ ਜਾਵੇਗਾ ਤੇ ਨਾ ਹੀ ਉਹਦੀ ਆਪਦੀ ਜਿਹੜੀ ਪਰਸਨਲ ਪ੍ਰਾਪਰਟੀ ਹੈਗੀ ਹੈ ਉਹਨੂੰ ਅਟੈਚ ਕੀਤਾ ਜਾਵੇਗਾ। ਸਰਕਾਰ ਦੀ ਪ੍ਰਾਪਰਟੀ ਨੂੰ ਅਟੈਚ ਕੀਤਾ ਜਾ ਸਕਦਾ ਹੈ, ਪਰ ਉਸ ਆਫੀਸਰ ਦੀ ਜਿਹਨੇ ਵਰਕ ਡਨ ਇਨ ਦਾ ਆਫੀਸ਼ੀਅਲ ਕਪੈਸਿਟੀ ਕੀਤਾ ਹੈਗਾ ਉਹਦੀ ਆਪਦੀ ਪ੍ਰਾਪਰਟੀ ਨੂੰ ਨਾ ਅਟੈਚ ਨਹੀਂ ਕੀਤਾ ਜਾ ਸਕਦਾ ਕਿਸੇ ਡਿਗਰੀ ਦੀ ਐਜੂਕੇਸ਼ਨ ਦੀ ਖਾਤਰ। if the court satisfied, ਦੂਜੀ ਗੱਲ ਆ ਜਾਂਦੀ ਹੈ ਵੀ ਕੀ ਉਹ ਵਿਅਕਤੀ ਹਰ ਵੇਲੇ ਹਰ ਪੇਸ਼ੀ ਦੇ ਉੱਪਰ ਕੋਰਟ 'ਚ ਜਾਵੇ। ਜੇ ਕਿਸੇ ਨੇ ਆਫੀਸ਼ੀਅਲ ਕਪੈਸਿਟੀ 'ਚ ਕੋਈ ਕੰਮ ਕੀਤਾ ਹੈ, ਠੀਕ ਹੈ, ਉਹਦੇ ਖਿਲਾਫ ਕੋਈ ਦਾਅਵਾ ਦਾਇਰ ਹੋ ਗਿਆ, ਤਾਂ ਕੀ ਉਹ ਹਰ ਪੇਸ਼ੀ ਦੇ ਕੋਰਟ 'ਚ ਜਾਵੇ। ਇੱਥੇ ਇਹ ਜਿਹੜੀ ਪ੍ਰੋਵੀਜ਼ਨ ਦਿੱਤੀ ਹੈ ਸੈਕਸ਼ਨ 81 ਦੀ ਕਲੌਜ਼ B ਹੈਗੀ ਹੈ, ਇਹ 'ਚ ਪ੍ਰੋਵੀਜ਼ਨ ਦਿੱਤੀ ਹੈ ਵੀ ਜੇਕਰ ਕੋਰਟ ਨੂੰ ਇਸ ਗੱਲ ਦੀ ਤਸੱਲੀ ਹੈ ਵੀ ਜਿਹੜਾ ਇਹ ਡਿਫੈਂਡੈਂਟ ਹੈ, ਇਹ ਆਫੀਸਰ ਹੈ, ਇਹ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋਏਗਾ, ਭੱਜੇਗਾ ਨਹੀਂ, ਦੌੜੇਗਾ ਨਹੀਂ, ਇਸ ਗੱਲ ਦੀ ਸੈਟੀਸਫੈਕਸ਼ਨ ਹੁੰਦੀ ਹੈ ਵੀ ਇਹ ਆਪਦੀ ਡਿਊਟੀ ਦੇ ਨੇ, ਗਵਰਨਮੈਂਟ EMPLOYE ਹੈਗਾ, ਆਪਦੀ ਡਿਊਟੀ ਤੇ ਨਹੀਂ ਜਾਣਾ ਹੈਗਾ, ਠੀਕ ਹੈ, ਆਪਦੀ ਡਿਊਟੀ ਛੱਡ ਕੇ ਕਿਤੇ ਐਬਸੈਂਟ ਨਹੀਂ ਹੋਏਗਾ। ਇਫ ਦਾ ਕੋਰਟ ਸੈਟੀਸਫਾਈਡ that the defendant cannot absent himself from his duty, ਤਾਂ ਕੀ ਹੈਗਾ ਜਿਹੜੀ ਕੋਰਟ ਹੈ ਉਹਦੀ ਪਰਸਨਲ ਅਪੀਅਰੈਂਸ ਤੋਂ ਉਹਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ, ਠੀਕ ਹੈ, ਉਹਨੂੰ ਛੋਟ ਮਿਲ ਸਕਦੀ ਹੈ ਵੀ ਤੈਨੂੰ ਖੁਦ ਕੋਰਟ ਦੇ ਵਿੱਚ ਆ ਕੇ ਪੇਸ਼ ਹੋਣ ਦੀ ਲੋੜ ਨਹੀਂ ਹੈਗੀ, ਉਹਨੂੰ ਐਗਜ਼ੈਂਪਸ਼ਨ ਦਿੱਤੀ ਜਾ ਸਕਦੀ ਹੈ ਇਸ ਕੇਸ ਦੇ ਵਿੱਚ। ਜੇ ਸਰਕਾਰੀ ਦਾਅਵਾ ਕੋਈ ਹੈਗਾ, ਸਰਕਾਰੀ ਦਾਅਵੇ ਦੇ ਖਿਲਾਫ ਦੇ ਸੰਬੰਧ ਵਿੱਚ ਕਿਸੇ ਆਫੀਸਰ ਨੂੰ ਪਾਰਟੀ ਬਣਾਇਆ ਜਾਂਦਾ ਹੈ, ਤਾਂ ਉਸ ਆਫੀਸਰ ਨੂੰ ਜਿਹੜਾ ਹੈਗਾ ਹਰ ਪੇਸ਼ੀ ਦੇ ਜਾਣ ਦੀ ਲੋੜ ਨਹੀਂ, ਉਹਨੂੰ ਜੇ ਕੋਰਟ ਚਾਹੇ ਤਾਂ ਐਗਜ਼ੈਂਪਟ ਕੀਤੀ ਜਾ ਸਕਦੀ ਹੈ। ਇਹ ਜਿਹੜਾ ਸੈਕਸ਼ਨ 81 ਦੇ ਵਿੱਚ ਦੱਸਿਆ ਗਿਆ, ਤੇ ਨਾ ਹੀ ਉਹਦੀ ਪ੍ਰਾਪਰਟੀ ਅਟੈਚ ਕੀਤੀ ਜਾ ਸਕਦੀ ਹੈ, ਠੀਕ ਹੈ, ਤੇ ਨਾ ਹੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 82 ਐਗਜ਼ੀਕਿਊਸ਼ਨ ਆਫ ਡਿਗਰੀ। ਅਸੀਂ ਲੈਂਡ ਰੈਵਨਿਊ ਐਕਟ ਵੀ ਪੜ੍ਹ ਕੇ ਆਏ ਹਾਂ, ਅਸੀਂ ਹੋਰ ਟੈਨੈਂਸੀ ਐਕਟ ਵੀ ਪੜ੍ਹਿਆ, ਬਹੁਤ ਸਾਰੇ ਐਕਟਾਂ 'ਚ ਅਸੀਂ ਪੜ੍ਹ ਕੇ ਆਏ ਹਾਂ ਵੀ ਜੋ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ ਉਹਦੀ ਐਗਜ਼ੀਕਿਊਸ਼ਨ ਜਦੋਂ ਹੁੰਦੀ ਹੈ ਉਹਦਾ ਕੀ ਪ੍ਰੋਸੈਸ ਹੁੰਦਾ, ਆਪਾਂ ਜਗ੍ਹਾ ਜਗ੍ਹਾ ਤੇ ਪੜ੍ਹਿਆ ਹੈਗਾ, ਠੀਕ ਹੈ। ਐਗਜ਼ੀਕਿਊਸ਼ਨ ਆਫ ਡਿਗਰੀ ਮਤਲਬ ਕਿਸੇ ਡਿਗਰੀ ਜੇ ਸਿਵਲ ਕੋਰਟ ਨੇ ਕਰਤੀ ਤਾਂ ਉਹਨੂੰ ਅਜਰਾਈ ਕਰਨਾ, ਉਹਨੂੰ ਲਾਗੂ ਕਰਨਾ। ਲੈਣ ਦੇਣ ਦਾ ਕੋਈ ਮਾਮਲਾ ਸੀਗਾ, ਇੱਕ ਪਾਰਟੀ ਦੇ ਹੱਕ 'ਚ ਹੋ ਗਿਆ, ਉਹ ਪਾਰਟੀ ਜਿਹਦੀ ਦੇ ਹੱਕ 'ਚ ਹੋ ਗਿਆ ਡਿਗਰੀ ਹੋਲਡਰ ਬਣ ਗਿਆ, ਜਿਸ ਪਾਰਟੀ ਦੇ ਖਿਲਾਫ ਹੈ ਉਹ ਬਣ ਗਈ ਜੱਜਮੈਂਟ ਡੈਫਟਰ, ਠੀਕ ਹੈ। ਇੱਥੇ ਆ ਕੇ ਜੇ ਹੁਣ ਸਰਕਾਰ ਦੀ ਗੱਲ ਕਰ ਰਹੇ ਹਾਂ, ਠੀਕ ਹੈ, if any suit a decree has been passed against the central government or the state government or a public officer working in the official capacity, ਕੋਈ ਡਿਗਰੀ ਪਾਸ ਹੋ ਗਈ, ਕਿਸੇ ਨੇ ਸਰਕਾਰੀ ਅਮਾਉਂਟ ਲੈਣੀ ਹੈ, ਮੰਨ ਲਓ ਇਹ ਕਹਿ ਲਈਏ ਆਪਾਂ, ਕਿਸੇ ਨੇ ਸਰਕਾਰ ਤੋਂ ਕੋਈ ਅਮਾਉਂਟ ਲੈਣੀ ਹੈ, ਸਰਕਾਰ ਦਾ ਕੋਈ ਕੰਮ ਕੀਤਾ ਹੈ, ਕਿਸੇ ਠੇਕੇਦਾਰ ਨੇ ਸਰਕਾਰ ਦਾ ਕੋਈ ਕੰਮ ਕੀਤਾ ਹੈ, ਉਹਦੀ ਪੇਮੈਂਟ ਨਹੀਂ ਸਰਕਾਰ ਦੇ ਰਹੀ, ਠੀਕ ਹੈ, ਆਪਦੀ ਪੇਮੈਂਟ ਲੈਣ ਦੀ ਖਾਤਰ ਸਰਕਾਰ ਦੇ ਖਿਲਾਫ ਪਹਿਲਾਂ ਦਾਵਾ ਪਾਉਂਦਾ ਹੈ, ਦਾਵਾ ਉਹਦਾ ਡਿਗਰੀ ਹੋ ਜਾਂਦਾ ਹੈ। ਜਦੋਂ ਦਾਵਾ ਡਿਗਰੀ ਹੋ ਜਾਂਦਾ ਹੈ, ਉਹ ਦਾਅਵੇ ਨੂੰ ਅਜਰਾਈ ਕਰਾਉਣ ਦੀ ਖਾਤਰ, ਦਾਅਵੇ ਨੂੰ ਐਗਜ਼ੀਕਿਊਟ ਕਰਾਉਣ ਦੀ ਖਾਤਰ ਫਿਰ ਸਰਕਾਰ ਦੀ ਕੋਈ ਪ੍ਰਾਪਰਟੀ ਦੇਖਦਾ ਹੈ ਵੀ ਸਰਕਾਰ ਦੀ ਪ੍ਰਾਪਰਟੀ, ਜਿਵੇਂ ਆਪਾਂ ਅਕਸਰ ਦੇਖਦੇ ਰਹਿੰਦੇ ਹਾਂ, ਆ ਸਰਕਾਰ ਦੀ ਗੱਡੀ ਅਟੈਚ ਹੋ ਗਈ, ਆ ਸਰਕਾਰ ਦਾ ਜਿਹੜਾ ਰੈਸਟ ਹਾਊਸ ਸੀ ਇਹ ਅਟੈਚ ਹੋ ਗਿਆ, ਜਾਂ ਸਰਕਾਰ ਦੀ ਬਿਲਡਿੰਗ ਅਟੈਚ ਹੋ ਗਈ, ਜਾਂ ਕਿਸੇ ਡਿਪਾਰਟਮੈਂਟ ਦੀ ਕੋਈ ਪ੍ਰਾਪਰਟੀ ਹੈ, ਡਿਪਾਰਟਮੈਂਟ ਦਾ ਕੋਈ ਆਫਿਸ ਹੈ ਉਹ ਅਟੈਚ ਹੋ ਗਿਆ। ਇਹ ਜਿਹੜਾ ਸੈਕਸ਼ਨ 82 ਹੈਗਾ ਇਹ ਉਹਦੇ ਰਿਗਾਰਡਿੰਗ ਅਸੀਂ ਗੱਲ ਕਰ ਰਹੇ ਹਾਂ। ਇਫ ਇਨ ਐਨੀ ਸੂਟ ਅ ਡਿਗਰੀ ਹੈਜ਼ ਬੀਨ ਪਾਸਡ ਅਗੇਂਸਟ ਦ ਯੂਨੀਅਨ ਆਫ ਇੰਡੀਆ ਜਾਂ ਅਗੇਂਸਟ ਦ ਸਟੇਟ ਗਵਰਨਮੈਂਟ, ਮੇ ਵੀ ਕੋਈ ਵੀ ਹੋ ਸਕਦੀ ਹੈ, ਠੀਕ ਹੈ, ਜਾਂ ਪਬਲਿਕ ਆਫਿਸਰ when he is working under the official capacity, ਠੀਕ ਹੈ, shall not be executed, ਉਹਨੂੰ ਸਿੱਧੀ ਤੌਰ ਤੇ ਡਾਇਰੈਕਟਲੀ ਤੌਰ ਤੇ ਐਗਜ਼ੀਕਿਊਟ ਨਹੀਂ ਕੀਤਾ ਜਾ ਸਕਦਾ। ਐਦਾਂ ਦੀ ਕਿਸੇ ਡਿਗਰੀ ਨੂੰ ਜਿਹੜੀ ਸਰਕਾਰ ਦੇ ਖਿਲਾਫ ਪਾਸ ਹੋਈ ਹੋਵੇ, ਸੈਂਟਰਲ ਗਵਰਨਮੈਂਟ ਹੋਵੇ, ਸਟੇਟ ਗਵਰਨਮੈਂਟ ਹੋਵੇ, ਚਾਹੇ ਕੋਈ ਸਰਕਾਰੀ ਆਫਿਸਰ ਹੋਵੇ ਵਰਕਿੰਗ ਇਨ ਦਾ ਆਫੀਸ਼ੀਅਲ ਕੈਪੈਸਿਟੀ, ਜੇ ਕੋਈ ਡਿਗਰੀ ਪਾਸ ਹੋਈ ਹੈ ਉਹਨੂੰ ਡਾਇਰੈਕਟਲੀ ਤੌਰ ਤੇ ਆ ਕੇ ਐਗਜ਼ੀਕਿਊਟ ਨਹੀਂ ਕੀਤਾ ਜਾ ਸਕਦਾ, ਅਥਰਾਈਜ਼ ਨਹੀਂ ਕੀਤਾ ਜਾ ਸਕਦਾ। ਉਹਦੇ ਲਈ ਕੁਝ ਪ੍ਰੋਵੀਜ਼ਨ ਦਿੱਤੀਆਂ ਹੈਗੀਆਂ ਨੇ, shall not be executed except provision 82 ਸੈਕਸ਼ਨ ਜਿਹੜਾ ਇਹ 82 ਹੈਗਾ, ਇਹਦੀ ਸਬਸੈਕਸ਼ਨ 2 ਹੈਗੀ ਹੈ। ਪਹਿਲਾਂ ਉਹ ਪ੍ਰੋਵੀਜ਼ਨ ਅਡਾਪਟ ਕਰਨੀਆਂ ਪੈਣਗੀਆਂ ਸਬਸੈਕਸ਼ਨ 2 ਦੀਆਂ। ਸਬਸੈਕਸ਼ਨ 2 ਕੀ ਕਹਿੰਦਾ ਹੈ? ਐਗਜ਼ੀਕਿਊਸ਼ਨ ਸ਼ੈਲ ਨਾਟ ਬੀ ਇਸ਼ੂਡ, ਜਿਹੜੀ ਐਗਜ਼ੀਕਿਊਸ਼ਨ ਹੈ, ਕਾਰਵਾਈ ਹੈ, ਅਜ਼ਰਾਏ ਹੈਗੀ ਹੈ, ਇਹ ਇਸ਼ੂ ਨਹੀਂ ਹੋਏਗੀ, ਇਹ ਲਾਗੂ ਨਹੀਂ ਹੋਏਗੀ ਅਨਲੈਸ ਇਟ ਰਿਮੇਨਸ ਅਨਸੈਟਿਸਫਾਈਡ ਇਨ ਅ ਪੀਰੀਅਡ ਆਫ 3 months। ਸਭ ਤੋਂ ਪਹਿਲਾਂ 3 ਮਹੀਨੇ ਦਾ ਸਮਾਂ ਦੇਖਿਆ ਜਾਏਗਾ। 3 ਮਹੀਨੇ ਦਾ ਜਿਹੜਾ ਸਮਾਂ ਹੈਗਾ, 3 ਮਹੀਨੇ ਦੇ ਸਮੇਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇਕਰ 3 ਮਹੀਨਿਆਂ ਦੇ ਵਿੱਚ ਕੋਈ ਲੈਣ ਦੇਣ ਦੀ, ਕੋਈ ਪੇਮੈਂਟ ਦੀ ਕੋਈ ਗੱਲ ਹੈਗੀ ਹੈ, ਜੇ ਡਿਗਰੀ ਸੈਟੀਸਫਾਈ ਨਹੀਂ ਹੁੰਦੀ, ਜਿੰਨੇ ਪੈਸੇ ਦੀ ਡਿਗਰੀ ਹੈਗੀ ਹੈ, ਹੋਈ ਵੀ ਹੈ, ਠੀਕ ਹੈ, ਜੇ ਉਹ ਜਿਹੜੀ ਅਮਾਊਂਟ ਹੈਗੀ ਹੈ ਡਿਗਰੀ ਹੋਲਡਰ ਨੂੰ ਨਹੀਂ ਮਿਲਦੀ 3 ਮਹੀਨੇ ਦੇ ਵਿੱਚ,
ਤਾਂ 3 ਮਹੀਨਿਆਂ ਦੇ ਬਾਅਦ ਹੀ ਜਿਹੜੀ ਡਿਗਰੀ ਹੈਗੀ ਹੈ ਉਹ ਲਾਗੂ ਕੀਤੀ ਜਾ ਸਕਦੀ ਹੈ। ਲਾਗੂ ਦਾ ਮਤਲਬ ਕੋਈ ਪ੍ਰਾਪਰਟੀ ਜਿਹੜੀ ਅਟੈਚ ਹੋਈ ਹੈ ਡਿਗਰੀ ਦੇ ਵਿੱਚ ਉਹਦੀ ਸੇਲ ਕਰਨਾ, ਆਕਸ਼ਨ ਕਰਨਾ, ਠੀਕ ਹੈ, ਜਾਂ ਪ੍ਰਾਪਰਟੀ ਅਟੈਚ ਕਰਨਾ, ਤਦ ਹੀ ਕੋਈ ਕਾਰਵਾਈ ਫਰਦਰ ਜਿਹੜੀ ਹੈਗੀ ਹੈ ਇਨਫੋਰਸ ਕੀਤੀ ਜਾ ਸਕਦੀ ਹੈ। 3 ਮਹੀਨੇ ਤੋਂ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸਰਕਾਰ ਦੇ ਖਿਲਾਫ। ਨੈਕਸਟ ਹੈ ਸਬਸੈਕਸ਼ਨ 3 ਪ੍ਰੋਵੀਜ਼ਨਸ ਅੰਡਰ ਸੈਕਸ਼ਨ 1 ਐਂਡ 2। 1 ਦੇ ਵਿੱਚ ਕੀ ਸੀਗਾ, ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ ਦੇ ਪਬਲਿਕ ਆਫੀਸਰ ਦੇ ਖਿਲਾਫ ਕੋਈ ਜਿਹੜੀ ਡਿਗਰੀ ਹੈਗੀ ਹੈ ਉਹ 2 ਦੇ ਵਿੱਚ ਕੀ ਸੀਗਾ, 3 ਮਹੀਨਿਆਂ ਦਾ ਸਮੇਂ ਤੋਂ ਪਹਿਲਾਂ ਡਿਗਰੀ ਲਾਗੂ ਨਹੀਂ ਹੋਏਗੀ। ਤੇ ਫਿਰ ਕੀ ਹੈਗਾ ਪ੍ਰੋਵੀਜ਼ਨ 1 ਐਂਡ 2 apply in relation to a decree if order or awarded is passed against Union of India, the state of public officer, passed by the court or other authority, passed by the court or other authority is capable of being executed as if it is by a decree। ਜੇ ਕੋਈ ਆਰਡਰ ਪਾਸ ਕੀਤਾ ਕਿਸੇ ਕੋਰਟ ਨੇ, ਠੀਕ ਹੈ ਜੀ, ਸਰਕਾਰ ਦੇ ਖਿਲਾਫ, ਕਿਸੇ ਪਬਲਿਕ ਆਫੀਸਰ ਦੇ ਖਿਲਾਫ, ਡਿਗਰੀ ਨਹੀਂ ਪਾਸ ਕੀਤੀ, ਕੋਈ ਆਰਡਰ ਪਾਸ ਕੀਤਾ ਹੈ, ਉਸ ਆਰਡਰ ਨੂੰ ਲਾਗੂ ਕਰਨਾ ਹੈਗਾ, ਤਾਂ ਇੱਥੇ ਕਰਕੇ ਸਬਸੈਕਸ਼ਨ 3 ਦੇ ਵਿੱਚ ਕਿਹਾ ਹੈਗਾ ਕਿ ਉਸ ਆਰਡਰ ਨੂੰ ਵੀ ਤੁਸੀਂ ਐਜ਼ ਏ ਡਿਗਰੀ ਮੰਨਦੇ ਹੋਏ ਐਗਜ਼ੀਕਿਊਟ ਕਰਨਾ ਹੈਗਾ। ਉਹਦੇ ਵਿੱਚ ਵੀ ਇਹੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਸਬਸੈਕਸ਼ਨ 1 ਦੀ ਤੇ 2 ਦੀ, ਇਹ ਅਪਲਾਈ ਕਰਨੀ ਹੈ। ਪਹਿਲਾਂ ਵੀ 3 ਮਹੀਨੇ ਦਾ ਜਿਹੜਾ ਸਮਾਂ ਹੈਗਾ ਉਹ ਵੇਟ ਕਰਨਾ, ਦੇਖਣਾ, ਉਸ ਤੋਂ ਬਾਅਦ ਜੇਕਰ ਤੁਹਾਡਾ ਜਿਹੜਾ ਉਹ ਆਰਡਰ ਹੈ ਉਹ ਲਾਗੂ ਨਹੀਂ ਹੁੰਦਾ, ਡਿਗਰੀ ਲਾਗੂ ਨਹੀਂ ਹੁੰਦੀ, ਦੈਨ ਫਰਦਰ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ। ਨੈਕਸਟ ਹੈ ਸੈਕਸ਼ਨ 83, ਨਾਟ ਸੋ ਰੈਲੀਵੈਂਟ, ਵੈਸੇ ਚਲੋ ਆਪਾਂ ਫਿਰ ਵੀ ਡਿਸਕਸ ਕਰ ਲੈਣੇ ਆ, ਉਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਵੈਨ ਏਲੀਅਨਸ ਮੇ ਸੂ, ਏਲੀਅਨਸ ਕੌਣ ਹੁੰਦੇ ਨੇ? ਏਲੀਅਨਸ ਕਿਸੇ ਬਾਹਰਲੀ ਕੰਟਰੀ ਦਾ ਕੋਈ ਵਿਅਕਤੀ ਆ ਕੇ ਇੰਡੀਆ 'ਚ ਰਹਿ ਰਿਹਾ ਹੋਵੇ, ਏਲੀਅਨਸ ਐਨੀਮੀਜ਼, ਕੋਈ ਦੁਸ਼ਮਣ ਕੰਟਰੀ ਹੋਵੇ, ਠੀਕ ਹੈ, ਉਸ ਕੰਟਰੀ ਦਾ ਕੋਈ ਵਿਅਕਤੀ ਤੁਹਾਡੇ ਕੰਟਰੀ ਜਾ ਕੇ ਰਹਿ ਰਿਹਾ ਹੋਵੇ, ਏਲੀਅਨਸ ਐਨੀਮੀਜ਼ ਰੈਜ਼ਾਈਡਿੰਗ ਇਨ ਇੰਡੀਆ ਵਿਦ ਦਾ ਪਰਮਿਸ਼ਨ ਆਫ ਦਾ ਸੈਂਟਰਲ ਗਵਰਨਮੈਂਟ ਨੇ ਉਸਨੂੰ ਅਸਾਈਲਮ ਦਿੱਤੀ ਹੀ ਹੋਵੇ, ਪਨਾਹ ਦਿੱਤੀ ਹੀ ਹੋਵੇ, ਠੀਕ ਹੈ। ਜਿਵੇਂ ਇੱਕ ਦੂਜੇ ਵਿਰੋਧੀ ਕੰਟਰੀ, ਜਿਵੇਂ ਆਪਾਂ ਦੇਖਦੇ ਹਾਂ ਵੀ ਕੋਈ ਕਿਸੇ ਇੱਕ ਕੰਟਰੀ ਦਾ ਜਿਹੜਾ ਟੈਰਰਿਸਟ ਹੁੰਦਾ ਦੂਜੇ ਕੰਟਰੀ 'ਚ ਜਾ ਕੇ ਵਸ ਜਾਂਦਾ ਹੈਗਾ, ਉਹ ਕੰਟਰੀ ਉਸਨੂੰ ਅਸਾਈਲਮ ਦੇ ਦਿੰਦਾ, ਪਨਾਹ ਦੇ ਦਿੰਦਾ ਹੈ, ਸ਼ਰਨ ਦੇ ਦਿੰਦਾ ਹੈ, ਠੀਕ ਹੈ। ਇਸ ਤਰੀਕੇ ਦੇ ਸੰਬੰਧ ਵਿੱਚ ਜਦੋਂ ਕੋਈ ਏਲੀਅਨਸ ਆਫ ਦਾ ਐਨੀਮੀ ਕੰਟਰੀ ਰੈਜ਼ਾਈਡਿੰਗ ਇਨ ਇੰਡੀਆ ਵਿਦ ਦਾ ਪਰਮਿਸ਼ਨ ਆਫ ਦਾ ਸੈਂਟਰਲ ਗਵਰਨਮੈਂਟ ਐਂਡ ਏਲੀਅਨਸ ਫਰੈਂਡਸ ਮੇ ਸੂ ਇਨ ਐਨੀ ਕੋਰਟ ਟੂ ਟਰਾਈ ਦਾ ਸੂਟ, ਉਹਦੇ ਖਿਲਾਫ ਜਿਹੜਾ ਹੈਗਾ ਦਵਾ ਦਾਇਰ ਕੀਤਾ ਜਾ ਸਕਦਾ ਹੈ if they were citizen of India। ਕਿਵੇਂ? ਜਿਵੇਂ ਕਿ ਇਹ ਮੰਨਦੇ ਹੋਏ ਜੇ ਉਹ ਵਿਅਕਤੀ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਦੇ ਨਾਲ ਰਹਿ ਰਿਹਾ ਹੈਗਾ, ਠੀਕ ਹੈ, ਤਾਂ ਇਹ ਮੰਨਦੇ ਹੋਏ ਵੀ he is deemed to be the citizen of India, ਉਹਦੇ ਖਿਲਾਫ ਜਿਹੜਾ ਦਾਵਾ ਦਾਇਰ ਕੀਤਾ ਜਾ ਸਕਦਾ ਹੈ। ਬਟ ਏਲੀਅਨਸ enemies residing in India without the permission shall not be sue। ਜੇ ਕੋਈ ਵਿਅਕਤੀ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਗੈਰ ਇੰਡੀਆ 'ਚ ਰਹਿ ਰਿਹਾ ਹੈਗਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਦਾਵਾ ਦਾਇਰ ਨਹੀਂ ਕੀਤਾ ਜਾ ਸਕਦਾ, ਉਹ ਮੁਕੱਦਮਾ ਦਾਇਰ ਨਹੀਂ ਹੋ ਸਕਦਾ। ਨੈਕਸਟ ਸੈਕਸ਼ਨ 84 ਵੈਨ ਫੋਰਨ ਸਟੇਟਸ ਮੇ ਸੂ, ਕਿਸੇ ਫੋਰਨ ਕੰਟਰੀ ਦੇ ਖਿਲਾਫ ਕਦੋਂ ਦਾਵਾ ਕੋਈ ਦਾਇਰ ਕੀਤਾ ਜਾ ਸਕਦਾ ਹੈ। ਇਹ ਦੇਖੋ ਲਾਅ ਪੁਰਾਣਾ ਬਣਿਆ ਹੋਇਆ ਹੈਗਾ, ਇਫ ਫੋਰਨ ਸਟੇਟ ਮੇ ਸੂ ਇਨ ਐਨੀ ਕੰਪੀਟੈਂਟ ਕੋਰਟ ਟੂ ਇਨਫੋਰਸ ਏ ਪ੍ਰਾਈਵੇਟ ਰਾਈਟ, ਆਪਦਾ ਪ੍ਰਾਈਵੇਟ ਰਾਈਟ ਜਿਹੜਾ ਹੈਗਾ ਉਹਨੂੰ ਇਨਫੋਰਸ ਕਰਨ ਦੀ ਖਾਤਰ ਵੈਸਟਡ ਇਨ ਦਾ ਰੂਲਰ, ਪੁਰਾਣੇ ਰਾਜ ਦੀ ਗੱਲ ਕੀਤੀ ਜਾ ਰਹੀ ਹੈ, ਆਫ ਸੱਚ ਸਟੇਟ ਔਰ ਆਫਿਸਰ ਇਨ ਦਾ ਪਬਲਿਕ ਕੈਪੈਸਿਟੀ, ਉਹ ਕਹਿੰਦਾ ਵੀ ਕੀਤਾ ਜਾ ਸਕਦਾ ਹੈ, ਪਰ ਮੈਨੂੰ ਤਾਂ ਇਹ ਰੈਲੀਵੈਂਟ ਕੁਐਸਚਨ ਨਹੀਂ ਲੱਗ ਰਿਹਾ ਹੈਗਾ, ਜ਼ਿਆਦਾ ਸਮਝ ਤੇ ਨਾ। ਨੈਕਸਟ ਹੈਗਾ ਸੈਕਸ਼ਨ 85 ਪਰਸਨਸ ਸਪੈਸੀਫਿਕਲੀ ਅਪਾਇੰਟਡ ਬਾਈ ਦਾ ਗਵਰਨਮੈਂਟ ਟੂ ਪ੍ਰੋਸੀਕਿਊਟ, ਗਵਰਨਮੈਂਟ ਵੱਲੋਂ ਕੋਈ ਵਿਅਕਤੀ ਦੀ ਡਿਊਟੀ ਲਗਾਈ ਜਾਂਦੀ ਹੈ ਟੂ ਪ੍ਰੋਸੀਕਿਊਟ ਔਰ ਡਿਫੈਂਡ ਦਾ ਫੋਰਨ ਰੂਲਰਸ, ਫੋਰਨ ਰੂਲਰਸ ਜਿਹੜੇ ਬਾਹਰਲੇ ਰਾਜੇ ਹੈਗੇ ਆ ਉਹਨਾਂ ਦੇ ਬਿਹਾਫ ਤੇ ਜਾਂ ਉਹਨਾਂ ਦੇ ਅਗੇਂਸਟ ਜੇ ਕੋਈ ਮੁਕੱਦਮਾ ਹੈਗਾ, ਪ੍ਰੋਸੀਕਿਊਸ਼ਨ ਦਾ ਕੋਈ ਕ੍ਰਿਮੀਨਲ ਦਾਵਾ ਹੈਗਾ, ਤਾਂ ਉਹਦੀ ਜਿਹੜੀ ਪ੍ਰੋਸੀਕਿਊਸ਼ਨ ਚੱਲਣੀ ਹੈਗੀ ਉਹਦੇ ਬਿਹਾਫ ਤੇ ਕੋਈ ਵਿਅਕਤੀ ਜਿਹੜਾ ਹੈਗਾ ਉਹ ਸੈਂਟਰਲ ਗਵਰਨਮੈਂਟ ਅਪਾਇੰਟ ਕਰ ਸਕਦੀ ਹੈਗੀ ਹੈ ਕਿਸੇ ਵਿਅਕਤੀ ਨੂੰ ਉਹਦੀ ਜਗ੍ਹਾ ਤੇ ਜਿਹੜਾ ਕੇਸ ਦੀ ਪੈਰਵਾਈ ਕਰਨ ਦੀ ਖਾਤਰ। ਐਨੀ ਪਰਸਨ ਸੋ ਅਪਾਇੰਟਡ ਸ਼ੈਲ ਡੀਮ ਟੂ ਬੀ ਦਾ ਰਿਕੋਗਨਾਈਜ਼ਡ ਏਜੰਟ, ਉਹਦਾ ਰਿਕੋਗਨਾਈਜ਼ਡ ਏਜੰਟ ਸਮਝਿਆ ਜਾਵੇਗਾ ਉਸਨੂੰ। ਐਨ ਅਪਾਇੰਟਮੈਂਟ ਅੰਡਰ ਦਿਸ ਸੈਕਸ਼ਨ for the purpose of all such suits to prosecute or defend on behalf of the ruler। ਇੱਦਾਂ ਦੀ ਜਿਹੜੀ ਅਪਾਇੰਟਮੈਂਟ ਹੈਗੀ ਹੈ ਜਿਹੜੀ ਉਹਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ, ਡਿਫੈਂਡ ਕੀਤਾ ਜਾਵੇਗਾ, ਤਾਂ ਉਹ ਰੂਲਰ ਦੇ ਬਿਹਾਫ ਤੇ ਕੀਤਾ ਜਾਵੇਗਾ। ਇਹ ਪਰਸਨ ਅਪਾਇੰਟਡ ਮੇ ਜਿਹੜਾ ਪਰਸਨ ਜਿਹਨੂੰ ਅਪਾਇੰਟ ਕੀਤਾ ਗਿਆ ਉਹ ਫਰਦਰ ਕਿਸੇ ਹੋਰ ਆਪਦੇ
ਅੰਡਰ ਸਬੋਰਡੀਨੇਟ ਨੂੰ ਵੀ ਅੱਗੇ ਅਪਾਇੰਟ ਕਰ ਸਕਦਾ ਹੈ, ਰੀਅਪਾਇੰਟ ਕਰ ਸਕਦਾ ਹੈ ਫॉर द पर्पस ऑफ द कोर्ट ਦੇ ਜਿਹੜੇ ਵਰਕ ਹੈਗੇ ਛੋਟੇ ਮੋਟੇ ਕੰਮਾਂ ਦੇ ਵਿੱਚ ਕੋਰਟ ਪੇਸ਼ ਹੋਣ ਦੀ ਖਾਤਰ ਐਨੀ ਅਦਰ ਪਰਸਨ ਟੂ ਅਪੀਅਰ ਇਨ ਦ ਕੋਰਟ। ਨੈਕਸਟ ਹੈ ਸੈਕਸ਼ਨ 86 सूट्स अगेंस्ट फॉरेन रूलर्स एम्बेसडर्स। ये भी कोई रेलिवेंट नहीं है जी। नो फॉरेन स्टेट मे बी सूट इन एनी कोर्ट। फॉरेन स्टेट के खिलाफ किसी कोर्ट का कोई दावा दायर नहीं कहते होंदा विदाउट द कंसेंट ऑफ द सेंट्रल गवर्नमेंट। नैक्सट है 86 87 88 नॉट रेलिवेंट। नैक्सट तुसीं आ जाओ जी पार्ट 5 स्पैशल प्रोसीडिंग्स। पार्ट 5 स्पेशल प्रोसीडिंग सेक्शन 89 बहुत इंपॉर्टेंट है जी। पार्ट 5 स्पेशल प्रोसीडिंग आर्बिट्रेशंस। आर्बिट्रेशंस की होंदियां ने देखो तुसीं देखिया होएगा बहुत सारे जिहड़े मुकदमे होंदे ने वो कोर्टां तो बाहर होके आर्बिट्रेटर कोले होंदे ने। जिवें कोई लैंड एक्विजिशन के केस होंदे ने, कोई नैशनल हाईवे बन रही है, कोई सड़क बन रही है, ठीक है, उत्थे रकबा एक्वायर होया है, कंपीटेंट अथॉरिटी यानी कि लैंड एक्विजिशन कलैक्टर वालों अवार्ड सुना दी गई है। अवार्ड दे विच की है जी पेमेंट दी गई है मालकां नूं, जिमींदारां नूं, एग्रीकल्चरिस्ट नूं, जिहड़े भी ओनर ऑफ द लैंड हैगे ने वो आप सैटिस्फाई नहीं हैगे, ठीक है, सानूं पेमेंट घट दी गई है। डायरैक्ट कोर्ट 'च जाके दावा पाउण की बजाए कोर्टां दे जिहड़ा रश ऑफ वर्क ज़्यादा वध जांदा है, इस करके सरकार के वालों जी हैगी एक प्रोविजन दी गई है भी पहला जोड़ा है आर्बिट्रेटर को जाया जाएगा। दोनों पार्टियां आर्बिट्रेटर मतलब जो दोनों पार्टियों को सुनेगा, सुन के फैसला करेगा कोर्ट जाने तो पहला, ठीक है। इनू आर्बिट्रेशन अवार्ड कहते हैं असीं। इहदे विच की हुंदा हैगा आर्बिट्रेटर कौन बनता जी? सरकार जिन्होंने लॉ करती है। जिवें कमिश्नर किसी केसां 'च कमिश्नर होंदे ने, किसी केसां दे विच की है हाई कोर्टां दे जज होंदे ने रिटायर, किसी भी केसां दे विच किसी कोई होर सैशन जज नूं आर्बिट्रेटर बनाया जा सकदा है जो दो पार्टियां दा आपसी कोई डिस्प्यूट हुंदा है, ठीक है। उन्हां डिस्प्यूट्स नूं सैटल करने दा मतलब है साडे एनएच निकल रही है धूड़ी दी, हां उत्थे लोग सैटिस्फाई नहीं है मतलब किथे दरखास्त देणगे पहली बार डीसी दे या कमिश्नर दे? नहीं, डीसी कोले नहीं जाएगी, कमिश्नर कोले आएगी एज ए आर्बिट्रेटर। लॉ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਲੈਂਡ ਰੈਵਨਿਊ ਐਕਟ ਦੇ ਵਿੱਚ ਦੱਸਿਆ ਉਹ ਤਾਂ ਪ੍ਰਾਈਵੇਟ ਬੰਦਾ ਹੀ ਬਣ ਸਕਦਾ। ਇਹ ਜਿਹੜੀ ਗੱਲ ਕਰ ਰਿਹਾ ਇਹ ਤਾਂ ਸਿੱਧਾ ਇੱਕ ਕਮਿਸ਼ਨਰ ਨੂੰ ਕਾਲਾ ਦੇ ਤਹਿਤ ਜਿਹੜੇ ਕਾਲਾ ਦੀਆਂ ਅਪਲਾਈ ਹੋਣੀਆਂ ਲੈਂਡ ਐਕੁਜੀਸ਼ਨਸ ਦੀਆਂ ਜਿਹੜੀਆਂ ਨੈਸ਼ਨਲ ਦੇ ਲੈਵਲ ਤੇ ਉਹ ਕਮਿਸ਼ਨਰ ਦੇ ਕੋਲ ਹੁੰਦੀਆਂ। ਜਿਹੜਾ ਇਹ ਆਰਬਿਟਰੇਟਰ ਇਹ ਤਾਂ ਕੋਈ ਵੀ ਬਣ ਸਕਦਾ, ਪ੍ਰਾਈਵੇਟ ਬੰਦੇ ਨੂੰ ਵੀ ਬਣਾ ਸਕਦੇ। ਜਿਹੜੇ ਮੇਜਰ ਸਾਹਿਬ ਗੱਲ ਕਰ ਰਹੇ ਇਹ ਸ਼ਾਇਦ ਸਿਰਫ ਇਹ ਲੈਂਡ ਐਕੁਜੀਸ਼ਨ ਦੀ ਇਹ ਨੈਸ਼ਨਲ ਹਾਈਵੇ ਦੀ ਗੱਲ ਕਰ ਰਹੇ ਹਾਂ ਆਪਾਂ, ਗੱਲ ਕਰ ਰਹੇ ਹਾਂ ਜਨਰਲ ਕਮਿਸ਼ਨ ਜਿਹੜਾ ਆਰਬਿਟਰੇਟਰ ਜਨਰਲ ਹੈ। ਇਹ ਜਨਰਲ ਗੱਲ ਇੱਥੇ ਤਾਂ ਕੋਈ ਵੀ ਬੰਦਾ ਹੋ ਸਕਦਾ। ਹਾਂ ਅਸੀਂ ਜਨਰਲ ਗੱਲ ਕਰ ਰਹੇ ਹਾਂ, ਸ਼ਾਇਦ ਉਹਦੇ ਬਾਰੇ ਸੀਗਾ ਸਾਡੇ ਕੋਲੇ ਜਿਹੜੀ ਗੱਲ ਕਰ ਰਹੇ ਹਾਂ ਉੱਥੇ ਜਿਹੜਾ ਲਾਅ ਹੈਗਾ ਲਾਅ 'ਚ ਪ੍ਰੋਵਾਈਡ ਕੀਤਾ ਜਾਏਗਾ। ਜਿਹੜਾ ਲਾਅ ਹੈ ਉਸ ਲਾਅ 'ਚ ਪ੍ਰੋਵਾਈਡ ਕੀਤਾ ਜਾਏਗਾ ਹੂ ਮੇ ਬੀ ਦ ਆਰਬਿਟਰੇਟਰ। ਜੇ ਕਿਤੇ ਕੋਈ ਕਿਸੇ ਬੰਦੇ ਨੇ ਕਿਸੇ ਠੇਕੇਦਾਰ ਨੇ ਕੋਈ ਬ੍ਰਿਜ ਬਣਾਇਆ ਹੈਗਾ, ਕੋਈ ਪੁਲ ਬਣਾਇਆ ਹੈਗਾ, ਠੀਕ ਹੈ, उस पुल दे विच कमिश्नर की करेगा? उस पुल दे विच जिहड़ा टैक्नीकल ऑफिसर होएगा जिवें कोई चीफ इंजीनियर, ठीक है, मे बी द जज ऑफ द हाई कोर्ट, ऐदा आर्बिट्रेटर चीफ इंजीनियर भी आर्बिट्रेटर बनाया जा सकता है। ये लॉ च प्रोविजन होएगी पहला, जिथे प्रोविजन जो भी प्रोविजन दे मुताबिक ही जिहड़ा आर्बिट्रेटर है वो बनता है। मर्जी नहीं चलती, जो लॉ च प्रोवाइडेड है ਉਹੀ ਜਿਹੜਾ ਹੈਗਾ ਜਿਹੜਾ ਆਰਬਿਟਰ ਬਣਾਇਆ ਜਾ ਸਕਦਾ ਹੈ। ਆਪਾਂ ਇੱਥੇ ਗੱਲ ਕਰਦੇ ਹਾਂ ਵੀ ਆਰਬਿਟਰ ਹੁੰਦਾ ਕੀ ਹੈ, ਕਿਵੇਂ ਹੁੰਦਾ ਹੈ। सेक्शन 89 के सेटलमेंट ऑफ द डिस्प्यूट्स आउटसाइड द कोर्ट। देखो डिस्प्यूट कोर्ट 'ਚ नहीं गया हैगा, कोर्ट तो बाहर ही हैगा, ਉਹਦੀ सेटलमेंट करनी है, किवें करनी है, ठीक है। वेयर इट अपीयर्स टू द कोर्ट, ਜਦੋਂ ਕੋਰਟ ਨੂੰ ਲੱਗਦਾ ਹੈ ਵੀ ਜਿਹੜਾ ਇਹ ਮਾਮਲਾ ਹੈਗਾ ਇਹ ਬਾਹਰ ਹੀ ਸੈਟਲ ਹੋ ਸਕਦਾ। ਸਾਡੇ ਕੋਲ ਇੱਥੇ ਲੰਮਾ ਪ੍ਰੋਸੈਸ ਚੱਲੇਗਾ, ਪਲੇਂਟ ਫਾਈਲ ਹੋਏਗੀ, ਰਿਟਨ ਸਟੇਟਮੈਂਟ ਆਏਗੀ, ਐਵੀਡੈਂਸਸ ਹੋਣਗੀਆਂ, ਵਿਟਨੈਸਸ ਹੋਣਗੀਆਂ। ਇਸ ਕੰਮ ਨੂੰ ਜਿਹੜਾ 10 ਸਾਲ ਲੱਗ ਸਕਦੇ ਨੇ। ਮੇ ਬੀ ਇਹ ਜਿਹੜਾ ਮੁਕੱਦਮਾ ਹੈਗਾ ਕੋਰਟ ਤੋਂ ਬਾਹਰ ਹੀ 6 ਮਹੀਨਿਆਂ ਦੇ 2 ਮਹੀਨੇ 3 ਮਹੀਨੇ 'ਚ ਜਿਹੜਾ ਹੈਗਾ ਨਿਬੜ ਸਕਦਾ ਹੋਵੇ। ਇਸ ਤਰੀਕੇ ਨਾਲ ਹੈਗਾ ਵੈਨ ਇਟ ਅਪੀਅਰਸ ਟੂ ਦ ਕੋਰਟ that the parties can make settlement, ਵੀ ਪਾਰਟੀ ਦੀ ਜਿਹੜੀ ਸੈਟਲਮੈਂਟ ਹੋ ਸਕਦੀ ਹੈ। ਘਾਟਾ ਵਾਧਾ ਹੋ ਸਕਦਾ, ਉਹ ਪੈਸੇ ਵੱਧ ਮੰਗਦੇ ਨੇ, ਪਾਰਟੀ ਜਿਹੜੀ ਘੱਟ ਪੈਸੇ ਦਿੰਦੀ ਹੈ, ਜੇ ਵਿੱਚ ਵਿਚਕਾਰ ਕਰਕੇ ਆਰਬਿਟਰ ਕੋਈ ਫੈਸਲਾ ਕਰਦਾ ਹੈਗਾ ਤਾਂ ਗੱਲ ਖਤਮ ਹੋ ਗਈ, ਠੀਕ ਹੈ ਜੀ। that the parties can make settlement, court shall formulate the terms of the settlement। ਜਿਹੜੀ ਕੋਰਟ ਹੈਗੀ ਹੈ, ਦੇਖੋ ਆਰਬਿਟਰ ਅਲੱਗ-ਅਲੱਗ ਵਿਸ਼ਿਆਂ ਤੇ ਹੁੰਦੇ ਨੇ, ਬਹੁਤ ਸਾਰੇ ਵਿਸ਼ੇ ਹੈਗੇ ਜਿੱਥੇ ਆਰਬਿਟਰ ਨਿਯੁਕਤ ਹੁੰਦੇ ਨੇ।
ਕੱਲਾ ਇੱਕ ਵਿਸ਼ਾ ਨਹੀਂ ਹੈਗਾ, ਬਹੁਤ ਸਾਰੇ ਵਿਸ਼ੇ ਹੈਗੇ ਆ ਜਿੱਥੇ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਿਸਪਿਊਟ ਹੈਗੇ ਆ, ਉੱਥੇ ਜਿਹੜਾ ਲਾਅ ਹੈਗਾ, ਲਾਅ ਪ੍ਰੋਵਾਈਡ ਕਰਦੇ ਆ ਵੀ ਆਰਬਿਟਰ ਕਿਹੜਾ ਹੋ ਸਕਦਾ ਕਿਹੜਾ ਨਹੀਂ ਹੋ ਸਕਦਾ। ਇੱਥੇ ਆਪਾਂ ਜਨਰਲ ਗੱਲ ਕਰ ਰਹੇ ਹਾਂ, ਸਿਵਲ ਕੋਰਟ ਦੇ ਮੈਟਰ 'ਚ ਕੋਈ ਸਿਵਲ ਕੋਰਟ ਕੋਲ ਮੁਕੱਦਮਾ ਚਲਾ ਗਿਆ, ਉਸ ਦੇ ਵਿੱਚ ਗੱਲ ਕਰਦੇ ਹਾਂ ਜਦੋਂ ਕੋਰਟ ਸ਼ੈਲ ਫਾਰਮੂਲੇਟ ਦਾ ਟਰਮਸ ਆਫ ਦਾ ਸੈਟਲਮੈਂਟ। ਕੀ ਮੁਕੱਦਮਾ ਹੈਗਾ, ਮੁਕੱਦਮਾ ਚੱਲ ਰਿਹਾ ਆਲਰੇਡੀ ਮੰਨ ਲਓ, ਠੀਕ ਹੈ, ਉਹ ਕੀ ਮੁਕੱਦਮਾ ਹੈਗਾ, ਉਹਦੇ ਟਰਮਸ ਕੀ ਨੇ, ਕੋਰਟ ਸੈਟਲ ਕਰੇਗੀ ਵੀ ਆਹ ਟਰਮਸ ਨੇ ਸੈਟਲਮੈਂਟ ਦੀਆਂ, ਇਹਨਾਂ ਟਰਮਾਂ ਦੇ ਉੱਪਰ ਜੇ ਤੁਸੀਂ ਸੈਟਲਮੈਂਟ, ਜਿਵੇਂ ਰੇਟ ਦੀ ਗੱਲ ਕਰ ਲਈ, ਆਪਾਂ ਕੋਈ ਵੀ ਗੱਲ ਕਰ ਲਈ, ਲੈਣ ਦੇਣ ਦੀ ਗੱਲ ਕਰ ਲਈਏ, ਠੀਕ ਹੈ, ਅਗਲਾ ਪਾਰਟੀ ਕਹਿੰਦੀ ਇੰਨੇ ਪੈਸੇ ਨੇ, ਦੂਜੀ ਕਹਿੰਦੇ ਇੰਨੇ ਪੈਸੇ ਨੇ, ਉਹ ਇਸ਼ੂ ਇੱਕ ਬਣ ਗਿਆ ਵਿੱਚ ਵੀ ਆਹ ਟਰਮਸ ਨੇ, ਆਹ ਕੰਡੀਸ਼ਨਸ ਨੇ। ਫਿਰ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ ਆਫਟਰ ਰਿਸੀਵਿੰਗ ਦਾ ਆਬਜ਼ਰਵੇਸ਼ਨ ਆਫ ਦਾ ਪਾਰਟੀਜ਼। ਪਾਰਟੀ ਨੂੰ ਜਿਹੜੀਆਂ ਟਰਮਸ ਦਿੱਤੀਆਂ ਜਾਣਗੀਆਂ ਸੈਟਲਮੈਂਟ ਦੀਆਂ, ਫਿਰ ਗਿਵਿੰਗ ਦੈਮ ਦ ਪਾਰਟੀਜ਼ ਫॉर द ਆਬਜ਼ਰਵੇਸ਼ਨ, ਵੀ ਤੁਸੀਂ ਦੇਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਦੇ ਸੰਬੰਧ ਵਿੱਚ। ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹ ਜਦੋਂ ਆਬਜ਼ਰਵੇਸ਼ਨਸ ਰਿਸੀਵ ਹੋ ਗਈਆਂ, ਉਸ ਤੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਤਾਂ ਕੋਰਟ ਮੇ ਆਪਦੀ ਜਿਹੜੀ ਆਬਜ਼ਰਵੇਸ਼ਨ ਹੈ ਉਹ ਕੀ ਕਹਿਣਾ ਚਾਹੁੰਦੀਆਂ ਨੇ, ਆਪਦੇ ਜਿਹੜੇ ਵਿਊਜ਼ ਹੈਗੇ ਨੇ ਫਿਰ ਜਿਹੜੇ ਹੈਗੇ ਦੇਣਗੀਆਂ ਕੋਰਟ ਨੂੰ। ਕੋਰਟ ਅੱਗੇ ਫਿਰ ਕੀ ਕਰਦੀ ਹੈਗੀ ਆ, ਕੋਰਟ ਫਿਰ ਉਹਦੇ ਵਿੱਚ ਕੋਈ ਅਮੈਂਡਮੈਂਟ ਵੀ ਕਰ ਸਕਦੀ ਹੈ ਜਿਹੜੀਆਂ ਆਬਜ਼ਰਵੇਸ਼ਨ ਦੇਣੀਆਂ ਨੇ ਜਿਸ ਸੈਟਲਮੈਂਟ ਦੇ ਰਿਗਾਰਡਿੰਗ, ਜਾਂ ਉਹ ਐਜ਼ ਇਟ ਇਜ਼ ਜਿਹੜੇ ਹੈਗੇ ਆਰਬਿਟਰ ਨੂੰ ਭੇਜੀਆਂ ਜਾ ਸਕਦੀਆਂ ਨੇ। ਰੈਫਰ ਦਾ ਸੇਮ ਟੂ ਦਾ ਆਰਬਿਟਰੇਟਰ। ਦੇਖੋ ਹੁਣ ਇੱਕ ਤਾਂ ਆਰਬਿਟਰੇਟਰ ਹੋ ਗਿਆ, ਦੂਜਾ ਕੰਸੀਲੀਏਸ਼ਨ ਹੋ ਗਈ, 2-3-4 ਪੁਆਇੰਟਸ ਦਿੱਤੇ ਹੈਗੇ ਇੱਥੇ, ਠੀਕ ਹੈ। ਜਿਹੜਾ ਮਾਮਲਾ ਹੈਗਾ ਆਰਬਿਟ੍ਰੇਸ਼ਨ ਨੂੰ ਵੀ ਭੇਜਿਆ ਜਾ ਸਕਦਾ ਹੈ, ਕੰਸੀਲੀਏਸ਼ਨ ਨੂੰ ਵੀ ਭੇਜਿਆ ਜਾ ਸਕਦਾ ਹੈ, ਦੋਹਾਂ ਧਿਰਾਂ ਨੂੰ ਸਮਝਾ ਕੇ ਬੁਝਾ ਕੇ, ਜਿਹੜਾ ਕੋਈ ਹੈਗਾ ਕੰਸੀਲੇਟਰ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਜਿਹੜਾ ਹੈਗਾ ਉਸ ਮਾਮਲੇ ਨੂੰ ਨਿਬੇੜ ਸਕਦਾ ਹੈ, ਜਾਂ ਫਿਰ ਲੋਕ ਅਦਾਲਤ ਵੀ ਭੇਜਿਆ ਜਾ ਸਕਦਾ ਹੈ ਜੁਡੀਸ਼ੀਅਲ ਸੈਟਲਮੈਂਟ ਦੀ ਖਾਤਰ। ਜਿਹੜੀ ਸਿਵਲ ਕੋਰਟ ਹੈ ਅਕਸਰ ਦੇਖਦੇ ਹਾਂ, ਸਿਵਲ ਕੋਰਟ ਜਿੱਥੋਂ ਪਾਰਟੀਆਂ ਸਾਡਾ ਸਮਝੌਤਾ ਹੋ ਰਿਹਾ ਜੀ, ਸਾਨੂੰ ਪੇਸ਼ੀ ਹੋਰ ਦੇ ਦਿਓ, ਸਾਡਾ ਸਮਝੌਤਾ ਹੋ ਰਿਹਾ, ਸਾਨੂੰ ਪੇਸ਼ੀ ਹੋਰ ਦੇ ਦਿਓ, ਸਾਡਾ ਸਮਝੌਤਾ ਹੋ ਰਿਹਾ, ਹੋਰ ਪੇਸ਼ੀ ਦੇ ਦਿਓ। ਇਸ ਤਰੀਕੇ 'ਚ ਐਸੀ ਮੈਟਰ ਫਿਰ ਕੋਰਟ ਵੱਲੋਂ ਕਹਿਣਾ ਵੀ ਕਿ ਤੁਹਾਨੂੰ ਜੇ ਤੁਹਾਡਾ ਸਮਝੌਤਾ ਹੋ ਰਿਹਾ, ਤੁਹਾਡਾ ਜਿਹੜਾ ਇਹ ਦਾਵਾ ਹੈਗਾ ਕਿ ਅਸੀਂ ਲੋਕ ਅਦਾਲਤ 'ਚ ਭੇਜ ਦਈਏ, ਠੀਕ ਹੈ, ਫਿਰ ਇੱਦਾਂ ਦੇ ਕੇਸ ਜਿਹੜਾ ਦਾਵਾ ਹੈਗਾ ਲੋਕ ਅਦਾਲਤ 'ਚ ਵੀ ਭੇਜਿਆ ਜਾ ਸਕਦਾ ਹੈ ਫਾਰ ਜੁਡੀਸ਼ੀਅਲ ਸੈਟਲਮੈਂਟ। ਇਹਨੂੰ ਜੁਡੀਸ਼ੀਅਲ ਸੈਟਲਮੈਂਟ ਕਹਿੰਦੇ ਨੇ ਅਸੀਂ। ਜਾਂ ਫਿਰ ਮੀਡੀਏਸ਼ਨ ਜਿਹੜਾ ਹੈਗਾ ਵਿਚਕਾਰ, ਜਿਹਨੂੰ ਆਪਾਂ ਸਾਲਸ ਕਹਿ ਦਈਏ, ਠੀਕ ਹੈ, ਮੈਡੀਏਸ਼ਨ ਵਾਸਤੇ ਵੀ ਜਿਹੜਾ ਦਾਵਾ ਹੈਗਾ ਭੇਜਿਆ ਜਾ ਸਕਦਾ ਹੈ ਵੀ ਪਾਰਟੀਆਂ ਦੀ ਤੁਸੀਂ ਕਿਸੇ ਤਰੀਕੇ ਨਾਲ ਜਿਹੜੀ ਸੈਟਲਮੈਂਟ ਹੈਗੀ ਆ ਉਹ ਕਰਵਾ ਦਿੱਤੀ ਜਾਵੇ। ਵਿਦ ਦ ਡਿਸਪਿਊਟ ਹੈਜ਼ ਰੈਫਰਡ, ਜਦੋਂ ਇਦਾਂ ਦਾ ਕੇਸ ਦੇ ਵਿੱਚ ਜਿਹੜਾ ਡਿਸਪਿਊਟ ਹੈ ਰੈਫਰ ਕਰ ਦਿੱਤਾ ਜਾਂਦਾ ਹੈ ਕਿਹਨੂੰ, ਆਰਬਿਟਰੇਟਰ ਨੂੰ ਔਰ ਕੰਸੀਲੀਏਸ਼ਨ ਨੂੰ। ਤਾਂ ਪ੍ਰੀਜ਼ਨ ਆਫ ਆਰਬਿਟ੍ਰੇਸ਼ਨ ਐਕਟ 1996। ਦੇਖੋ ਹੁਣ ਆਰਬਿਟ੍ਰੇਸ਼ਨ ਐਕਟ ਬਣਿਆ ਹੋਇਆ ਹੈਗਾ 1996, ਠੀਕ ਹੈ। ਜਦੋਂ ਕੋਈ ਆਫੀਸਰ ਐਜ਼ ਏ ਆਰਬਿਟਰੇਟਰ ਕੰਮ ਕਰਦਾ ਹੈ, ਉਹਦੇ ਕੋਲ ਕੋਈ ਮੁਕੱਦਮਾ, ਕੋਈ ਦਾਵਾ, ਕਿਸੇ ਤਰ੍ਹਾਂ ਦਾ ਵੀ ਕੋਈ ਦਾਵਾ ਆ ਗਿਆ, ਕੋਈ ਕੇਸ ਆ ਗਿਆ, ਐਜ਼ ਏ ਆਰਬਿਟਰੇਟਰ, ਦੈਨ ਹੀ ਵਿਲ ਵਰਕ ਅੰਡਰ ਦਾ ਲਾਅ। ਕਿਹੜਾ ਲਾਅ, ਆਰਬਿਟ੍ਰੇਸ਼ਨ ਐਕਟ 1996 ਦੇ ਤਹਿਤ ਉਹ ਕੰਮ ਕਰੇਗਾ, ਆਪਦੀ ਪ੍ਰੋਸੀਡਿੰਗ ਉਸੇ ਤਰੀਕੇ ਨਾਲ ਉਹ ਚਲਾਏਗਾ ਜਿਵੇਂ ਜਿਵੇਂ ਆਰਬਿਟ੍ਰੇਸ਼ਨ ਐਕਟ ਦੇ ਜੋ ਪ੍ਰੋਵੀਜ਼ਨਸ ਹੈਗੀਆਂ ਨੇ ਉਹਦੇ ਅਕੋਰਡਿੰਗ, ਜੋ ਸੈਕਸ਼ਨਸ ਹੈਗੀਆਂ ਨੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗੀ ਆਰਬਿਟਰੇਟਰ ਵੱਲੋਂ। ਆਰਬਿਟ੍ਰੇਸ਼ਨ ਐਕਟ 1996, ਠੀਕ ਹੈ। ਜੇ ਮੁਕੱਦਮਾ ਲੋਕ ਅਦਾਲਤ ਨੂੰ ਭੇਜਿਆ ਗਿਆ ਤਾਂ ਜਿਹੜੀ ਲੋਕ ਅਦਾਲਤ ਹੈਗੀ ਹੈ ਲੀਗਲ ਸਰਵਿਸ ਅਥਾਰਟੀ ਹੁੰਦੀ ਹੈ, ਹਰ ਡਿਸਟ੍ਰਿਕਟ 'ਚ ਬਣੀ ਹੋਈ ਹੁੰਦੀ ਹੈ, ਤੁਸੀਂ ਦੇਖੇ ਹੋਏ, ਸਾਰਿਆਂ ਨੂੰ ਪਤਾ ਹੀ ਇਸ ਗੱਲ ਦੇ। ਲੀਗਲ ਸਰਵਿਸ ਅਥਾਰਟੀ, ਠੀਕ ਹੈ, ਲੀਗਲ ਸਰਵਿਸ ਅਥਾਰਟੀ ਐਕਟ ਬਣਿਆ ਹੋਇਆ ਹੈ ਸਪੈਸ਼ਲੀ ਤੌਰ ਤੇ। ਜਦੋਂ ਲੋਕ ਅਦਾਲਤ ਕੰਮ ਕਰਦੀ ਹੈ ਤਾਂ ਉਸ ਐਕਟ ਦੇ ਅਧੀਨ ਕੰਮ ਕਰਦੀ ਹੈ, ਉਹਦੀ ਸੈਕਸ਼ਨ 20 ਦੇ ਅਕੋਰਡਿੰਗ ਜਿਹੜੀ ਕਾਰਵਾਈ ਕੀਤੀ ਜਾਵੇਗੀ ਲੀਗਲ ਸਰਵਿਸ ਅਥਾਰਟੀ ਵੱਲੋਂ, ਲੋਕ ਅਦਾਲਤ ਵੱਲੋਂ, ਠੀਕ ਹੈ ਜੀ। ਇਹ ਮਾਮਲਾ ਜਿਹੜਾ ਹੈਗਾ ਲੋਕ ਅਦਾਲਤ ਚਲਾਇਆ ਜਾਂਦਾ ਹੈ ਸਿਵਲ ਕੋਰਟ ਵੱਲੋਂ। ਜੇਕਰ ਜੁਡੀਸ਼ੀਅਲ ਸੈਟਲਮੈਂਟ ਲਈ ਭੇਜਿਆ ਜਾਂਦਾ ਹੈ, ਲੋਕਲ ਅਦਾਲਤ ਜੁਡੀਸ਼ੀਅਲ ਸੈਟਲਮੈਂਟ ਲਗਭਗ ਸੇਮ ਹੈਗੀਆਂ ਨੇ, ਮਾੜਾ ਮੋਟਾ ਕਿਤੇ ਫਰਕ ਨਾਮ ਦਾ ਹੋ ਸਕਦਾ ਹੈ। ਜੁਡੀਸ਼ੀਅਲ ਸੈਟਲਮੈਂਟ ਰੈਫਰਸ ਟੂ ਸੂਟੇਬਲ ਇੰਸਟੀਟਿਊਸ਼ਨ ਔਰ ਪਰਸਨ, ਇਹ ਵੀ ਜੇ ਜੁਡੀਸ਼ੀਅਲ ਸੈਟਲਮੈਂਟ ਹੈ ਤਾਂ ਵੀ ਉਹ ਜਿਹੜਾ ਹੈਗਾ ਲੀਗਲ ਸਰਵਿਸ ਅਥਾਰਟੀ ਜਿਹੜੀ ਹੈਗੀ ਆ ਉਹ ਐਕਟ ਦੇ ਅਧੀਨ ਕੰਮ ਕੀਤੀ ਜਾਂਦੀ ਹੈ। ਜੁਡੀਸ਼ੀਅਲ ਸੈਟਲਮੈਂਟ ਦੇ ਵਿੱਚ ਵੀ ਲੋਕ ਅਦਾਲਤ ਵਿੱਚ ਵੀ ਸੇਮ ਹੀ ਅਥਾਰਟੀ ਦੇ ਅਕੋਰਡਿੰਗ ਜਿਹੜਾ ਫੈਸਲਾ ਕੀਤਾ ਜਾਂਦਾ ਹੈ। ਨੈਕਸਟ ਹੈਗਾ ਜੇਕਰ ਮੈਡੀਏਸ਼ਨ ਦੇ ਲਈ ਭੇਜਿਆ ਜਾਂਦਾ ਹੈ ਮਾਮਲਾ ਸਿਵਲ ਕੋਰਟ ਵੱਲੋਂ, ਸਾਲਸ ਕੋਲੇ ਭੇਜ ਦਿੱਤਾ ਜਾਂਦਾ ਕਿਸੇ ਕੋਲੇ, ਠੀਕ ਹੈ। ਦਾ ਕੋਰਟ ਸ਼ੈਲ ਅਫੈਕਟ ਕੰਪਰੋਮਾਈਜ਼ ਬਿਟਵੀਨ ਦਾ ਪਾਰਟੀਜ਼। ਤਾਂ ਉਹਦੀ ਕੋਸ਼ਿਸ਼ ਇਹ ਹੁੰਦੀ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਮੈਡੀਏਟਰ ਕੰਸੀਲੀਏਸ਼ਨ ਦੇ ਵਿੱਚ ਕੀ ਫਰਕ ਹੈ? ਹਾਂਜੀ, ਆਰਬਿਟ੍ਰੇਸ਼ਨ ਕੰਸੀਲੀਏਸ਼ਨ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ? ਕੋਈ ਮਾੜਾ ਮੋਟਾ ਦੇਖੋ, ਇਹ ਤਾਂ ਸਾਲਸ ਹੈਗਾ,
ਇਹ ਤਾਂ ਸਾਲਸ ਹੈਗਾ ਜਿਹੜਾ ਮੈਡੀਏਸ਼ਨ ਹੈਗਾ, ਮਤਲਬ ਕੋਈ ਜ਼ਿਆਦਾ ਫਰਕ ਨਹੀਂ ਹੈਗਾ, ਕੋਈ ਲਿਖਾ ਪੜ੍ਹੀ ਦਾ ਹੀ ਫਰਕ ਹੈਗਾ। ਦੋਨਾਂ ਨੇ ਹੀ ਸਮਝਾ ਬੁਝਾ ਕੇ ਪਾਰਟੀਆਂ ਨੂੰ ਜਿਹੜਾ ਹੈਗਾ, ਦੋਨਾਂ ਨੇ ਹੀ ਸਮਝਾ ਬੁਝਾ ਕੇ ਪਾਰਟੀਆਂ ਨੂੰ ਸਮਝੌਤਾ ਕਰਾਉਣਾ ਹੁੰਦਾ ਹੈ। ਇਹਨੂੰ ਕੰਸੀਲੀਏਸ਼ਨ ਵੀ ਕਹਿ ਦਿੰਦੇ ਆ। ਸਮੇਂ ਦੇ ਬਦਲਦੇ ਜਿਹੜਾ ਹੈਗਾ ਇਹ ਮੈਡੀਏਸ਼ਨ ਬਣ ਗਈ। ਠੀਕ ਹੈ, ਮੈਡੀਏਸ਼ਨ ਵਿਚਕਾਰਲਾ ਆਦਮੀ। ਕੰਸੀਲੀਏਸ਼ਨ ਹੁਣ ਤੁਸੀਂ ਦੇਖੋ, ਗੱਲ ਸੁਣੋ, ਜਿਵੇਂ ਹੁਣ ਹਸਬੈਂਡ ਵਾਈਫ ਦਾ ਡਿਸਪਿਊਟ ਹੁੰਦਾ ਹੈ, ਕੰਸੀਲੀਏਸ਼ਨ ਸੈਂਟਰ ਬਣੇ ਹੁੰਦੇ ਨੇ ਨਾ ਜੀ। ਪ੍ਰਾਈਵੇਟ ਵਿਅਕਤੀ ਹੈ, ਕੋਈ ਸਰਪੰਚ ਹੈ, ਕੋਈ ਪੰਚਾਇਤ ਹੈ, ਕੋਈ ਮੈਂਬਰ ਹੈ, ਉਹ ਵੀ ਸਮਝਾ ਬੁਝਾ ਸਕਦਾ ਹੈ। ਦੈਟ ਇਜ਼ ਮੈਡੀਏਸ਼ਨ ਬਣ ਗਈ। ਠੀਕ ਹੈ, ਜਿੱਥੇ ਕਿਤੇ ਕੰਸੀਲੀਏਸ਼ਨ ਸਰਕਾਰ ਨੇ ਕੋਈ ਸੋਸ਼ਲ ਵਰਕਿੰਗ ਕਰ ਰਿਹਾ ਹੈ ਕੋਈ, ਜਾਂ ਸਰਕਾਰ ਨੇ ਕੋਈ ਅਦਾਰਾ ਬਣਾਇਆ ਹੋਇਆ ਐਸਾ, ਠੀਕ ਹੈ, ਉਹ ਕੰਸੀਲੀਏਸ਼ਨ ਹੋ ਗਈ। ਸਰ ਮੂਲ ਮੁੱਕ ਦੀ ਗੱਲ ਸੁਲਹ ਸਫਾਈ ਆ, ਚਾਰਾਂ ਦਾ ਮੰਤਵ ਹਾਂਜੀ, ਤਾਂ ਹਾਂ ਇਹੀ ਹੈ। ਹਾਂ ਹਾਂ, ਮੰਤਵ ਤਾਂ ਇਹੀ ਹੈ ਵੀ ਲੰਮਾ ਸਮਾਂ ਘੜੀਸਣ ਦੀ ਬਜਾਏ, ਠੀਕ ਹੈ, ਬਾਹਰ ਕੋਰਟ ਦੀ ਮਨਸ਼ਾ ਇਹ ਹੁੰਦੀ ਹੈ ਵੀ ਬਾਹਰ ਜੇ ਛੋਟੇ ਲੈਵਲ ਤੇ ਹੀ ਘੱਟ ਸਮੇਂ ਦੇ ਵਿੱਚ ਪਾਰਟੀਆਂ ਦਾ ਫਾਇਦਾ ਹੋ ਜਾਵੇ ਤਾਂ ਠੀਕ ਹੈਗਾ। ਨਹੀਂ ਤਾਂ ਹੁਣ ਕਿਸੇ ਪਾਰਟੀਆਂ ਦਾ ਦੇਖੋ, ਆਪਾਂ ਦੇਖਦੇ ਹੀ ਹੈਗੇ ਆ, ਹੁਣ ਕੰਸੀਲੀਏਸ਼ਨ ਸੈਂਟਰ ਬਣਾਏ ਨਾ ਗਵਰਨਮੈਂਟ ਨੇ, ਸਟੇਟ ਗਵਰਨਮੈਂਟ ਨੇ, ਥਾਣੇ ਦੇ ਬਾਹਰ ਬਣੇ ਹੋਏ ਹੁੰਦੇ ਆ ਕੰਸੀਲੀਏਸ਼ਨ ਸੈਂਟਰ। ਹਸਬੈਂਡ ਕਹਿੰਦਾ ਮੈਂ ਤਲਾਕ ਲੈਣਾ, ਵਾਈਫ ਕਹਿੰਦੀ ਮੈਂ ਤਲਾਕ ਲੈਣਾ, ਠੀਕ ਹੈ, ਅਸੀਂ ਇਕੱਠੇ ਨਹੀਂ ਰਹਿ ਸਕਦੇ ਹੈਗੇ। ਕੰਸੀਲੀਏਸ਼ਨ ਸੈਂਟਰ 'ਚ ਭੇਜਿਆ, ਸਿਵਲ ਕੋਰਟਾਂ ਭੇਜ ਦਿੰਦੀਆਂ ਨੇ ਜਦੋਂ ਕੋਈ ਮੈਟਰੀਮੋਨੀਅਲ ਦੇ ਦਾਅਵੇ ਚੱਲਦੇ ਆ ਕੋਰਟਾਂ ਦੇ ਵਿੱਚ, ਮੈਟਰੀਮੋਨੀਅਲ ਦਾਅਵੇ ਦੇ ਵਿੱਚ ਜਾਂ ਮਤਲਬ ਕਿ ਉਹਨੂੰ ਭੇਜ ਦਿੱਤਾ ਜਾਂਦਾ ਹੈ ਕੰਸੀਲੀਏਸ਼ਨ ਸੈਂਟਰ ਦੇ ਵਿੱਚ, ਇਹਨਾਂ ਨੂੰ ਸਮਝਾਓ ਬੁਝਾਓ। ਮੇ ਬੀ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਪਹਿਲੀ ਪੇਸ਼ੀ ਤੇ। ਜੇ ਕੋਈ ਦੋ ਪਾਰਟੀਆਂ ਹਸਬੈਂਡ ਤੇ ਵਾਈਫ ਮਿਊਚੁਅਲ ਕੰਸੈਂਟ ਦੇ ਲਈ ਡਿਗਰੀ ਮੰਗਦੀਆਂ ਡਾਈਵੋਰਸ ਦੀ, ਠੀਕ ਹੈ, ਮਿਊਚੁਅਲ ਕੰਸੈਂਟ ਦੋਹਾਂ ਦੀ ਹੁੰਦੀ ਹੈ ਵੀ ਹਾਂ ਅਸੀਂ ਦੋਹੇ ਸਹਿਮਤ ਹਾਂ, ਸਾਨੂੰ ਜਿਹੜਾ ਹੈਗਾ ਮਤਲਬ ਕਿ ਡਾਈਵੋਰਸ ਦਿੱਤਾ ਜਾਵੇ। ਪਰ ਫਿਰ ਵੀ ਜਿਹੜੀ ਕੋਰਟ ਹੈਗੀ ਹੈ 6 ਮੰਥ ਟਾਈਮ ਦਿੰਦੀ ਹੈਗੀ ਹੈ। ਦੇਖ ਲਓ ਤੁਸੀਂ, ਅਜੇ ਹੋਰ ਸਮਾਂ ਤੁਹਾਨੂੰ ਦਿੱਤਾ ਜਾਂਦਾ ਹੈ। ਕਈ ਵਾਰੀ ਗੁੱਸੇ ਦੇ ਵਿੱਚ ਆ ਕੇ ਬੰਦਾ ਇੱਕ ਦੂਜਾ ਮੈਂ ਲੈਣਾ, ਮੈਨੂੰ ਕੋਈ ਪ੍ਰੋਬਲਮ, ਤੂੰ ਜਾ, ਠੀਕ ਹੈ, ਓਕੇ, ਲਿਖੋ। ਪਰ ਫਿਰ ਵੀ ਜਿਹੜੀ ਕੋਰਟ ਦੀ ਜਿਹੜੀ ਮਨਸ਼ਾ ਹੁੰਦੀ ਹੈ ਉਹ ਕੰਸੀਲੀਏਸ਼ਨ ਦੀ ਹੁੰਦੀ ਹੈ, ਮੈਡੀਏਸ਼ਨ ਦੀ ਹੁੰਦੀ ਹੈ, ਵੀ ਸਮਝਾ ਬੁਝਾ ਕੇ ਜਿਹੜੇ ਪਾਰਟੀਆਂ ਦਾ ਜਿਹੜਾ ਸਮਝੌਤਾ ਹੋ ਜਾਵੇ ਉਹ ਜ਼ਿਆਦਾ ਬੈਟਰ ਹੈਗਾ। ਇਸ ਕਰਕੇ ਕੋਰਟਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਪ੍ਰਾਇੋਰਟੀ ਦੇ ਬੇਸ ਤੇ ਹੈਗਾ ਵੀ ਇਹ ਦੇਖਣਾ ਹੈਗਾ ਵੀ ਪਾਰਟੀਆਂ ਦਾ ਜਿਹੜਾ ਡਿਸਪਿਊਟ ਹੈ ਬਾਹਰ ਦੀ ਬਾਹਰ ਨਿਪਟ ਜਾਏ, ਜ਼ਿਆਦਾ ਵਧੀਆ ਹੁੰਦਾ। ਨੈਕਸਟ ਹੈ ਕੋਈ ਸਪੈਸ਼ਲ ਕੇਸ ਦੀ ਗੱਲ ਕੀਤੀ ਗਈ ਹੈ, ਸੈਕਸ਼ਨ 90, ਪਾਵਰ ਟੂ ਸਟੇਟ ਕੇਸ ਫਾਰ ਦਾ ਓਪੀਨੀਅਨ ਆਫ ਦਾ ਕੋਰਟ। ਜਦੋਂ ਕੋਈ ਵਿਅਕਤੀ ਹੈਗਾ ਰਿਟਨ ਦੇ ਵਿੱਚ ਐਗਰੀ ਹੁੰਦਾ ਹੈ ਕਿਸੇ ਗੱਲ ਤੇ, ਟੂ ਸਟੇਟ ਅ ਕੇਸ ਫਾਰ ਦਾ ਓਪੀਨੀਅਨ ਆਫ ਦਾ ਕੋਰਟ, ਕੋਰਟ ਦੇ ਓਪੀਨੀਅਨ ਦੇ ਲਈ, then court shall try the same in the manner prescribed। ਜਿਵੇਂ ਉਹ ਪਾਰਟੀ ਚਾਹੁੰਦੀ ਹੈ ਉਹਦੇ ਮੁਤਾਬਕ ਸੁਣ ਕੇ ਜਿਹੜਾ ਹੈਗਾ ਕੋਰਟ ਫੈਸਲਾ ਕਰਦੀ ਹੈ। ਕੋਰਟ ਦਾ ਓਪੀਨੀਅਨ ਲੈਣਾ ਹੋਵੇ ਕਿਸੇ ਪਾਰਟੀਆਂ ਦੋਹਾਂ ਨੇ ਵੀ ਕੋਰਟ ਕੀ ਕਹਿੰਦੀ ਹੈ ਇਹਦੇ ਸੰਬੰਧ ਵਿੱਚ, ਦੋ ਪਾਰਟੀਆਂ ਆਪਸੀ ਪਾਰਟੀਆਂ ਦੋ ਪਾਰਟੀਆਂ ਦਾ ਆਪਸੀ ਕੋਈ ਡਿਸਪਿਊਟ ਹੁੰਦਾ, ਪਰ ਦੋਵੇਂ ਪਾਰਟੀਆਂ ਇਸ ਗੱਲ ਤੇ ਛੱਡ ਦਿੰਦੀਆਂ ਨੇ ਵੀ ਠੀਕ ਹੈ ਯਾਰ ਸਾਨੂੰ ਮਨਜ਼ੂਰ ਹੈ ਜੀ, ਆਪਾਂ ਕੋਰਟ ਤੇ ਛੱਡ ਦੋ ਵੀ ਕੋਰਟ ਜੋ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ। ਤਾਂ ਉਹ ਓਪੀਨੀਅਨ ਦੇ ਅਕੋਰਡਿੰਗ ਜਿਹੜਾ ਫੈਸਲਾ ਕੋਰਟ ਵੱਲੋਂ ਕੀਤਾ ਜਾਂਦਾ ਹੈ। ਨੈਕਸਟ ਹੈ ਸੈਕਸ਼ਨ 91, ਪਬਲਿਕ ਨਿਊਸੈਂਸ ਐਂਡ ਅਦਰ ਰੌਂਗਫੁਲ ਐਕਟਸ ਅਫੈਕਟਿੰਗ ਦਾ ਪਬਲਿਕ। ਨਿਊਸੈਂਸ ਆਪਾਂ ਕੱਲ ਵੀ ਪੜ੍ਹਿਆ ਸੀ, ਸ਼ਾਇਦ ਪਹਿਲਾਂ ਪੜ੍ਹਿਆ ਸੀ, ਕਦੋਂ ਪੜ੍ਹਿਆ ਸੀਗਾ, ਪਿਛਲੇ ਲੈਕਚਰ 'ਚ ਪੜ੍ਹਿਆ ਸੀ, ਨਹੀਂ ਕੱਲ੍ਹ ਪੜ੍ਹਿਆ ਸੀ IPC 'ਚ। ਹਾਂ, ਪਬਲਿਕ ਨਿਊਸੈਂਸ, ਠੀਕ ਹੈ, ਉਹ ਕ੍ਰਿਮੀਨਲ ਸੀਗਾ, ਇੱਥੇ ਪਬਲਿਕ ਨਿਊਸੈਂਸ ਹੈਗੇ ਐਂਡ ਅਦਰ ਰੌਂਗਫੁਲ ਐਕਟਸ ਅਫੈਕਟਿੰਗ ਦਾ ਪਬਲਿਕ, ਜਿਹੜੇ ਪਬਲਿਕ ਨੂੰ ਅਫੈਕਟ ਕਰਦੇ ਹੈਗੇ ਆ, ਠੀਕ ਹੈ। ਇਨ ਦਾ ਕੇਸ ਆਫ ਪਬਲਿਕ ਨਿਊਸੈਂਸ ਦਾ ਕੇਸ ਮੇ ਬੀ ਇੰਸਟੀਟਿਊਟਡ ਬਾਈ ਦਾ ਐਡਵੋਕੇਟ ਜਨਰਲ ਔਰ ਵਿਦ ਦਾ ਲੀਵ ਆਫ ਦਾ ਕੋਰਟ ਰੌਂਗਫੁਲ ਐਕਟ। ਇੱਥੇ ਉਹ ਕ੍ਰਿਮੀਨਲ ਦੀ ਗੱਲ ਕਰਦੇ ਸੀ, ਇੱਥੇ ਆਪਾਂ ਸਿਵਲ ਦੀ ਗੱਲ ਕਰ ਰਹੇ ਹਾਂ। ਇਨ ਦਾ ਕੇਸ ਆਫ ਪਬਲਿਕ ਨਿਊਸੈਂਸ ਦਾ ਕੇਸ ਮੇ ਬੀ ਇੰਸਟੀਟਿਊਟਡ ਬਾਈ ਦਾ ਐਡਵੋਕੇਟ ਜਨਰਲ, ਮਤਲਬ ਕਿ ਸਟੇਟ ਗਵਰਨਮੈਂਟ ਦੀ ਬਜਾਏ ਐਡਵੋਕੇਟ ਜਨਰਲ ਦੀ ਗੱਲ ਕਰ ਦਿੱਤੀ। ਔਰ ਵਿਦ ਦਾ ਲੀਵ ਆਫ ਦਾ ਕੋਰਟ ਰੌਂਗਫੁਲ ਐਕਟ, ਖਾਸ ਇੰਪੋਰਟੈਂਟ ਸੈਕਸ਼ਨ ਨਹੀਂ ਹੈਗੀ ਹੈ। ਨੈਕਸਟ ਆ ਗਈ ਪਬਲਿਕ ਚੈਰਿਟੀ, ਪਬਲਿਕ ਚੈਰਿਟੀ 92, in the case of any breach of trust to obtain a decree, in the case of any breach of trust to obtain a decree, ਟਰਸਟ ਬਣੇ ਹੋਏ ਹੁੰਦੇ ਆ, ਰਿਲੀਜੀਅਸ ਟਰਸਟ ਬਣੇ ਹੋਏ ਹੁੰਦੇ ਆ। ਆਪਾਂ ਦੇਖਦੇ ਹਾਂ ਸਾਰੇ ਬਹੁਤ ਸਾਰੇ ਲੈਂਡਸ ਜਿਹੜੀਆਂ ਬਣੀਆਂ ਹੁੰਦੀਆਂ, ਜ਼ਮੀਨਾਂ, ਕਈ ਲੋਕਾਂ ਨੇ ਕਿਸੇ ਕਾਰਨ ਮਨਸ਼ਾ ਕੋਈ ਵੀ ਹੋਰ ਹੁੰਦੀ ਸੀ, ਬੇਸ਼ੱਕ ਬਹੁਤ ਸਾਰੇ ਟਰਸਟ ਬਣੇ ਆ, ਜੈਨੂਨ ਵੀ ਹੈਗੇ ਆ, ਠੀਕ ਹੈ, ਫੇਕ ਵੀ ਹੋ ਸਕਦੇ ਆ। ਕੁਛ ਜਿਹੜੇ ਟਰਸਟ ਬਣੇ ਹੋਏ ਹੁੰਦੇ ਆ ਉਹਦੇ ਸੰਬੰਧ ਵਿੱਚ ਕੁਝ ਜਿਹੜੇ ਦਾਅਵੇ ਚੱਲਦੇ ਨੇ,
ਕਾਹਦੇ ਕਾਹਦੇ ਦਾਅਵੇ ਚੱਲਦੇ ਆ, ਕਿਵੇਂ ਕਿਵੇਂ ਚੱਲਦੇ ਆ। ਰਿਮੂਵਿੰਗ ਐਨੀ ਟਰਸਟੀ, ਜਦੋਂ ਕੋਈ ਟਰਸਟ ਨੂੰ ਬ੍ਰੀਚ ਕਰਦਾ ਹੈ, ਦੇਖੋ ਟਰਸਟ ਹੈ, ਟਰਸਟ ਨੂੰ ਬ੍ਰੀਚ ਕਰਦਾ ਹੈ, ਤੋੜਦਾ ਹੈ, ਭੰਗ ਕਰਦਾ ਹੈ, ਠੀਕ ਹੈ। ਕੋਈ ਟਰਸਟੀ ਹੈ, ਕਿਸ ਟਰਸਟ ਦਾ ਕੋਈ ਮੈਂਬਰ ਹੈਗਾ, ਠੀਕ ਹੈ, ਪਬਲਿਕ ਚੈਰਿਟੀ ਦੀ ਖਾਤਰ ਟਰਸਟ ਬਣਿਆ ਸੀਗਾ, ਪਰ ਉੱਥੇ ਜਿਹੜਾ ਟਰਸਟੀ ਕੋਈ ਹੈਗਾ ਉਹ ਪਬਲਿਕ ਦਾ ਜਿਹੜਾ ਟਰਸਟ ਹੈ ਉਹਨੂੰ ਬ੍ਰੀਚ ਕਰ ਰਿਹਾ ਹੈ, ਮਤਲਬ ਕਿ ਖਿਲਾਫ ਜਾ ਰਿਹਾ ਹੈਗਾ, ਵਿਸ਼ਵਾਸ ਲੋਕਾਂ ਦਾ ਉਹਦੇ ਤੋਂ ਉੱਠ ਰਿਹਾ ਹੈ, ਤਾਂ ਫਿਰ ਕੀ ਹੈਗਾ, ਉਹਦੀ ਰਿਮੂਵਿੰਗ ਦੇ ਲਈ ਜਿਹੜਾ ਹੈਗਾ ਐਨੀ ਟਰਸਟੀ ਦੀ ਰਿਮੂਵਿੰਗ ਲਈ ਜਿਹੜਾ ਦਾਵਾ ਹੈਗਾ ਦਿੱਤਾ ਜਾ ਸਕਦਾ ਹੈ। ਓਪਰਚੁਨਿਟੀ ਨਿਊ ਟਰਸਟੀ, ਅਪਾਇੰਟਿੰਗ ਨਿਊ ਟਰਸਟੀ, ਕੋਈ ਨਵਾਂ ਟਰਸਟੀ ਅਪਾਇੰਟ ਕਰਨ ਦੀ ਖਾਤਰ ਵੀ ਜਿਹੜਾ ਹੈਗਾ ਕੋਰਟ ਜਾਇਆ ਜਾ ਸਕਦਾ ਹੈ। ਵੈਸਟਿੰਗ ਐਨੀ ਪ੍ਰੋਪਰਟੀ ਇਨ ਏ ਟਰਸਟੀ, ਕੋਈ ਪ੍ਰੋਪਰਟੀ ਦੇ ਰਿਗਾਰਡਿੰਗ ਵੈਸਟਿੰਗ ਐਨੀ ਪ੍ਰੋਪਰਟੀ ਇਨ ਏ ਟਰਸਟੀ, ਕਿਸੇ ਟਰਸਟੀ ਦੇ ਨਾਂ ਤੇ ਕੋਈ ਪ੍ਰੋਪਰਟੀ ਹੈਗੀ ਹੈ, ਉਹਦੇ ਰਿਗਾਰਡਿੰਗ ਕੋਈ ਦਾਵਾ ਹੈਗਾ, ਕੋਈ ਡਿਸਪਿਊਟ ਹੈਗਾ। ਡਾਇਰੈਕਟਿੰਗ ਟਰਸਟੀ ਹੂ ਹੈਜ਼ ਬੀਨ ਰਿਮੂਵਡ, ਜਿਹੜੇ ਕਿਸੇ ਟਰਸਟੀ ਨੂੰ ਕੋਈ ਰਿਮੂਵ ਕੀਤਾ ਗਿਆ ਉਹਨੂੰ ਕੋਈ ਹੋਰ ਡਾਇਰੈਕਸ਼ਨ ਦੇਣੀ ਆ, ਉਹਦੇ ਨਾਂ ਤੇ ਕੋਈ ਪ੍ਰਾਪਰਟੀ ਹੋਵੇ ਜਾਂ ਉਹਦੇ ਕੋਲ ਕੋਈ ਰਾਈਟਸ ਹੋਣ, ਠੀਕ ਹੈ, ਵਾਪਸ ਲੈਣੇ ਕਰਨੇ, ਇਹਦੇ ਸੰਬੰਧ ਵਿੱਚ ਵੀ ਜਿਹੜਾ ਹੈਗਾ ਕਾਰਵਾਈ ਕੀਤੀ ਜਾ ਸਕਦੀ। ਡਾਇਰੈਕਟਿੰਗ ਅਕਾਊਂਟਸ ਐਂਡ ਇਨਕੁਆਇਰੀਜ਼, ਕੋਈ ਇਨਕੁਆਇਰੀ, ਕੋਈ ਅਕਾਊਂਟਸ ਜਿਹੜੇ ਹੈਗੇ ਨੇ ਟਰਸਟ ਦੇ ਮਾਮਲੇ ਦੇ ਵਿੱਚ। ਡਿਕਲੇਅਰਿੰਗ ਵਟ ਪ੍ਰਾਪਰਟੀ ਆਫ ਟਰਸਟੀ ਸ਼ੈਲ ਬੀ ਐਲੋਕੇਟਡ, ਡਿਕਲੇਅਰਿੰਗ ਵਟ ਪ੍ਰਪੋਰਸ਼ਨ ਆਫ ਟਰਸਟ ਪ੍ਰਾਪਰਟੀ, ਕਿਸੇ ਪ੍ਰਾਪਰਟੀ ਦਾ ਇੱਕ ਟਰਸਟ ਦੇ ਨਾਂ ਤੇ ਕੋਈ ਪ੍ਰਾਪਰਟੀ ਉਹਦਾ ਕਿੰਨਾ ਸ਼ੇਅਰ ਹੈਗਾ, ਕਿਸੇ ਪਾਸੇ ਐਲੋਕੇਟ ਕਰਨਾ, ਕਿਸੇ ਕੰਮ ਲਈ ਐਲੋਕੇਟ ਕਰਨਾ ਹੈਗਾ। ਅਥਾਰਟੀ ਦਾ ਹੋਲ ਔਰ ਐਨੀ ਪਾਰਟ ਆਫ ਦਾ ਟਰਸਟ ਪ੍ਰਾਪਰਟੀ ਟੂ ਬੀ ਲੈਟ ਸੋਲਡ, ਕੋਈ ਪ੍ਰਾਪਰਟੀ ਟਰਸਟ ਦੀ ਪ੍ਰਾਪਰਟੀ ਹੈ, ਟਰਸਟ ਦੇ ਫਰਦਰ ਕਿਸੇ ਕਾਰੋਬਾਰ ਦੇ ਲਈ ਕੋਈ ਪ੍ਰਾਪਰਟੀ ਕਿਰਾਏ ਤੇ ਦੇਣੀ ਹੈ, ਕੋਈ ਵੇਚਣੀ ਹੈ, ਕੋਈ ਮੌਰਗੇਜ ਕਰਨੀ ਹੈਗੀ ਹੈ, ਕੋਈ ਐਕਸਚੇਂਜ ਕਰਨੀ ਹੈ। ਉਹ ਮੈਨੂੰ ਕਈ ਵਾਰੀ ਬਹੁਤ ਸਾਰੇ ਕੁਐਸਚਨ ਕਈ ਵਾਰੀ ਕਈ ਦੋਸਤਾਂ ਨੇ ਕੀਤੇ ਨੇ ਵੀ ਕਿਸੇ ਟਰਸਟ ਦੀ ਪ੍ਰਾਪਰਟੀ ਨੂੰ ਆਪਾਂ ਸੇਲ ਕਰ ਸਕਦੇ ਹਾਂ ਜਾਂ ਕਿਸੇ ਟਰਸਟ ਦੀ ਪ੍ਰਾਪਰਟੀ ਦਾ ਤਬਾਦਲਾ ਕਰ ਸਕਦੇ ਹਾਂ, ਠੀਕ ਹੈ। ਦੇਖੋ ਇਹ ਤੁਸੀਂ ਤੁਹਾਡੇ ਬਹੁਤ ਇੰਪੋਰਟੈਂਟ ਹੈਗਾ ਤੁਹਾਡੇ ਸਾਰਿਆਂ ਦੇ ਲਈ, ਇੱਥੇ ਲਿਖਿਆ ਗਿਆ ਸਪੈਸ਼ਲ ਤੌਰ ਤੇ, ਜੇ ਕਿਸੇ ਟਰਸਟ ਦੀ ਪ੍ਰਾਪਰਟੀ ਦੀ ਕੋਈ ਸੇਲ ਕਰਨੀ ਹੋਵੇ, ਕੋਈ ਤਬਾਦਲਾ ਕਰਨਾ ਹੋਵੇ, ਕੋਈ ਮੌਰਗੇਜ ਕਰਨੀ ਹੋਵੇ, ਤਾਂ ਜਿਹੜੀ ਕੋਰਟ ਦੀ ਜਿਹੜੀ ਹੈਗੀ ਹੈ ਮਤਲਬ ਕੰਸੈਂਟ ਕੋਰਟ ਦੇ ਵਿੱਚੋਂ ਪਰਮਿਸ਼ਨ ਕੋਰਟ ਦੀ ਦਾਵਾ ਦਾਇਰ ਕਰਕੇ ਪਰਮਿਸ਼ਨ ਲਈ ਜਾਣੀ ਬਣਦੀ ਹੁੰਦੀ ਹੈ, ਠੀਕ ਹੈ। ਸੈਟਲਿੰਗ ਸਕੀਮ, ਕੋਈ ਸਕੀਮ ਹੋਰ ਸੈਟਲ ਕਰਨੀ ਹੈ ਟਰਸਟ ਦੇ ਰਿਗਾਰਡਿੰਗ, ਉਹਦੇ ਸੰਬੰਧ ਵਿੱਚ ਵੀ ਆਪਣੀ ਜਿਹੜੀ ਸਕੀਮ ਹੈਗੀ ਹੈ ਬਣਾ ਕੇ ਉਹ ਕੋਰਟ ਵੱਲੋਂ ਭੇਜੀ ਜਾਂਦੀ ਹੈ, ਕੋਰਟ ਵੱਲੋਂ ਫਰਦਰ ਪਰਮਿਸ਼ਨ ਆਉਣ 'ਤੇ ਹੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ। ਗਰੰਟਿੰਗ ਫਰਦਰ ਰਿਲੀਫ ਮੇ ਰਿਕੁਆਇਰ, ਕੋਈ ਰਿਲੀਫ ਚਾਹੀਦੀ ਹੈ ਟਰਸਟ ਦੇ ਨਾਮ ਤੇ। ਨੋ ਸੂਟ ਸ਼ੈਲ ਬੀ ਇੰਸਟੀਟਿਊਟਡ in respect of any relief, the court may alter the original purpose of the trust, allow the property or income of the trust। ਜਦੋਂ ਕੋਰਟ ਨੂੰ ਕੋਈ ਲੱਗਦਾ ਹੈ ਜਿਹੜਾ ਟਰਸਟ ਹੈ, ਠੀਕ ਹੈ, ਇਹ ਜਿਹੜਾ ਕੰਮ ਕੀਤਾ ਇਹਦਾ ਇਹ ਸੀ ਕਿਸ ਇੰਡੋਮੈਂਟ ਐਕਟ ਹੁੰਦਾ ਇੱਕ 1896, ਇੰਡੋਮੈਂਟ ਐਕਟ ਦੇ ਤਹਿਤ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀਗੀ, ਇੰਡੋਮੈਂਟ ਐਕਟ 1894, ਹਾਂ 1894। ਇੰਡੋਮੈਂਟ ਐਕਟ ਦੇ ਤਹਿਤ ਹੀ ਜਿਹੜੀਆਂ ਟਰਸਟ ਹੁੰਦੇ ਨੇ ਜਦੋਂ ਰਜਿਸਟਰ ਕੀਤੇ ਜਾਂਦੇ ਨੇ ਤਾਂ ਉਹਦੇ ਵਿੱਚ ਜਿਹੜਾ ਐਕਟ ਹੈ, ਐਕਟ 'ਚ ਬਹੁਤ ਸਾਰੀਆਂ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਵੀ ਜਿਹੜਾ ਇਹ ਟਰਸਟ ਬਣਿਆ ਹੈਗਾ ਇਹਨੇ ਕੀ ਕੀ ਕੰਮ ਕਰਨੇ ਨੇ, ਇਹਦੀਆਂ ਕੀ ਕੀ ਕੰਡੀਸ਼ਨਸ, ਕੀ ਕੀ ਸ਼ਰਤਾਂ ਇਹਦੇ ਵੱਲੋਂ ਕੀਤੀਆਂ ਜਾਣਗੀਆਂ। ਮਤਲਬ ਮੇਨ ਜਿਹੜਾ ਹੈਗਾ ਉਹਦੇ ਵੱਲੋਂ ਜਿਹੜੇ ਕੰਮ ਹੈਗੇ ਆ ਚੈਰੀਟੇਬਲ ਦੇ ਕੰਮ ਕੀਤੇ ਜਾਣਗੇ, ਆਪਦੇ ਬੈਨੀਫਿਟ ਦੀ ਖਾਤਰ ਨਹੀਂ, ਪਬਲਿਕ ਦੀ ਚੈਰਿਟੀ ਵਾਸਤੇ ਕੰਮ ਕੀਤੇ ਜਾਣਗੇ, ਠੀਕ ਹੈ। ਤੇ ਜਦੋਂ ਕੋਈ ਟਰਸਟ ਜਿਹੜਾ ਹੈਗਾ ਇੰਡੋਮੈਂਟ ਐਕਟ ਦੇ ਤਹਿਤ ਰਜਿਸਟਰ ਹੋਇਆ ਹੁੰਦਾ ਹੈ ਤਾਂ ਉਸ ਨੂੰ ਅੱਗੇ ਤੁਹਾਡੇ ਕੋਲ ਸਾਹਮਣੇ ਜਦੋਂ ਤੁਸੀਂ ਵਰਕ ਕਰਨਾ ਹੈ ਐਜ਼ ਏ ਰੈਵਨਿਊ ਆਫੀਸਰ, ਐਜ਼ ਏ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ ਕੰਮ ਕਰਨਾ ਹੈ ਤਾਂ ਤੁਹਾਡੇ ਸਾਹਮਣੇ ਕਈ ਪ੍ਰੋਬਲਮਾਂ ਆਉਣਗੀਆਂ, ਉਸ ਵੇਲੇ ਆਉਂਦੀਆਂ ਨੇ ਵੀ ਕੀ ਇਹ ਜਿਹੜਾ ਟਰਸਟ ਹੈ, ਟਰਸਟ ਦੇ ਰਜਿਸਟਰੀ ਹੋ ਰਹੀ ਹੈ, ਕੀ ਇਸ ਨੂੰ ਸਟੈਂਪ ਦੀ ਡਿਊਟੀ ਮਾਫ ਹੋਏਗੀ ਜਾਂ ਨਹੀਂ ਹੋਏਗੀ, ਠੀਕ ਹੈ। ਇੱਦਾਂ ਦੇ ਕੇਸ ਬਹੁਤ ਸਾਰੇ ਆਉਂਦੇ ਆ, ਉੱਥੇ ਫਿਰ ਦੇਖਣਾ ਹੁੰਦਾ ਕਾਫੀ ਸਾਰਾ ਜਿਹੜਾ ਹੈਗਾ ਵੀ ਕੀ ਇਹ ਜਿਹੜਾ ਟਰਸਟ ਸੀਗਾ ਇਹ ਰਜਿਸਟਰਡ ਕਿਵੇਂ ਹੋਇਆ, ਠੀਕ ਹੈ, ਜੇ ਟਰਮਸ ਐਂਡ ਕੰਡੀਸ਼ਨਸ ਕੀ ਹੈਗੀਆਂ ਨੇ, ਕੀ ਉਹਨਾਂ ਸ਼ਰਤਾਂ ਪੂਰੀਆਂ ਕਰਦਾ ਹੈ, ਕਿ ਇਹ ਇਨਕਮ ਟੈਕਸ ਦੀ ਜਿਹੜੀ ਇਸ ਨੂੰ ਐਗਜ਼ੈਂਪਸ਼ਨ ਮਿਲੀ ਵੀ ਹੈਗੀ ਹੈ, ਕਿ ਇਹ ਈਅਰਲੀ ਇਨਕਮ ਟੈਕਸ ਦੀ ਰਿਟਰਨ ਭਰਦਾ ਹੈ, ਠੀਕ ਹੈ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਸੈਕਸ਼ਨ 10 ਦੇ ਤਹਿਤ, ਇਨਕਮ ਟੈਕਸ ਐਕਟ ਸੈਕਸ਼ਨ 10 ਦੇ ਤਹਿਤ ਕੀ ਇਹਨੂੰ ਐਗਜ਼ੈਂਪਸ਼ਨ ਮਿਲੀ ਵੀ ਹੈ, ਕਿ ਇਹਦੇ ਜਿਹੜੇ ਮੈਕਸਿਮਮ ਕੰਮ ਹੈਗੇ ਉਹ ਚੈਰੀਟੇਬਲ ਨੇਚਰ ਦੇ ਹੈਗੇ ਨੇ ਜਾਂ ਨਹੀਂ ਹੈਗੇ। ਇਹ ਸਾਰਾ ਕੁਝ ਦੇਖਦੇ ਹੋਏ ਫਿਰ ਤੁਹਾਨੂੰ ਸਪੈਸੀਫਿਕ ਆਰਡਰ ਪਾਸ ਕਰਨਾ ਹੁੰਦਾ ਹੈ ਵੀ ਇਹ ਜਿਹੜੀ ਇਹਨੂੰ ਜਿਹੜੀ ਸਟੈਂਪ ਡਿਊਟੀ ਹੈ ਲਗਾਈ ਜਾਣੀ ਹੈ ਜਾਂ ਨਹੀਂ ਲਗਾਈ ਜਾਣੀ। ਪਹਿਲਾਂ ਇਹ ਸਟੈਂਪ ਡਿਊਟੀ ਦਾ ਜਿਹੜਾ ਕੰਮ ਸੀਗਾ ਸਟੇਟ ਗਵਰਨਮੈਂਟ ਕੋਲੇ ਸੀਗਾ, ਫਿਰ ਕਲੈਕਟਰ ਕੋਲੇ ਆ ਗਿਆ, ਹੁਣ ਦੁਬਾਰਾ ਹੁਣ ਜਿਹੜੇ ਹੈਗੇ ਆਫੀਸਰ ਜਿਹੜੇ ਕੰਮ ਕਰਦੇ ਨੇ ਜੁਆਇੰਟ ਸਬ ਰਜਿਸਟਰਾਰ ਜਾਂ ਸਬ ਰਜਿਸਟਰਾਰ, ਉਹਨਾਂ ਦੇ ਲੈਵਲ ਤੇ ਹੀ ਡਿਸੀਜਨ ਹੈਗਾ, ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈ।
नेक्स्ट है पार्ट 6 सप्लीमेंटल प्रोसीडिंग्स। सप्लीमेंटल प्रोसीडिंग की है ये। इन ऑर्डर टू प्रिवेंट द एंड्स ऑफ जस्टिस द कोर्ट में इशू अ वारंट टू अरेस्ट द डिफेंडेंट, bring him before the court, commit him to the civil prison। सप्लीमेंटल प्रोसीडिंग्स क्या हैगा भी ਜਦੋਂ ਕਿਸੇ ਕੋਰਟ ਨੂੰ ਲੱਗੇ in the court to prevent the ends of the justice, ਇਨਸਾਫ ਦੀ ਖਾਤਰ ਜਦੋਂ ਕੋਰਟ ਨੂੰ ਲੱਗੇ ਕਿਸੇ ਵਿਅਕਤੀ ਦੇ ਵਾਰੰਟ ਜਾਰੀ ਕਰ ਸਕਦੀ ਹੈ ਅਦਾਲਤ। ਠੀਕ ਹੈ, ਵਾਰੰਟ ਜਾਰੀ ਕਰ ਸਕਦੀ ਹੈ ਉਹਦੀ ਅਰੈਸਟ ਵਾਸਤੇ, bring him before the court ਕਿ ਕੋਰਟ ਮੈਨੂੰ ਲੈ ਕੇ ਆਓ ਉਸ ਨੂੰ, commit him to the civil prison ਉਹਨੂੰ ਜੇਲ੍ਹ 'ਚ ਵੀ ਭੇਜਿਆ ਜਾ ਸਕਦਾ ਹੈ। ਠੀਕ ਹੈ, ਕੋਰਟ ਵੱਲੋਂ ਕਿਸੇ ਮੁਜਰਮ ਨੂੰ ਡਾਇਰੈਕਟ ਦਾ ਡਿਫੈਂਡੈਂਟ ਟੂ ਫਰਨਿਸ਼ ਸਿਕਿਉਰਿਟੀ, ਜਾਂ ਫਿਰ ਡਿਫੈਂਡੈਂਟ ਹੈ ਉਸ ਨੂੰ ਕਿਹਾ ਜਾ ਸਕਦਾ ਵੀ ਤੂੰ ਉਹਦੀ ਸਿਕਿਉਰਿਟੀ ਪੇਸ਼ ਕਰ, ਤੂੰ ਸਿਕਿਉਰਿਟੀ ਦੇ, ਜੋ ਤੈਨੂੰ ਕੋਰਟ ਬੁਲਾਏਗੀ ਉਸ ਸਮੇਂ ਤੇ ਤੂੰ ਕੋਰਟ 'ਚ ਆਏਗਾ, ਅਗਲੀ ਪੇਸ਼ੀ ਤੇ ਆਏਗਾ। ਠੀਕ ਹੈ, ਉਹਦੀ ਸਿਕਿਉਰਿਟੀ ਦੇ, ਸਿਕਿਉਰਿਟੀ ਇਨ ਦਾ ਸ਼ੇਪ ਆਫ ਪ੍ਰਾਪਰਟੀ, ਕਿਸੇ ਪ੍ਰਾਪਰਟੀ ਦੀ ਸਿਕਿਉਰਿਟੀ, ਕਿਸੇ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਸਿਕਿਉਰਿਟੀ, ਕੋਈ ਗੱਡੀਆਂ ਦੀ, ਕੋਈ ਗੱਡੀ ਦੀ ਕਾਪੀ, ਕੋਈ ਇਹ ਉਹ ਐਸਾ ਵੀ ਕੁਝ ਵੀ ਹੋ ਸਕਦਾ ਜਿੱਥੇ ਕੋਰਟ ਨੂੰ ਤਸੱਲੀ ਹੋਵੇ। ਕੋਰਟ ਮੇ ਅਟੈਚ ਉਹ ਜਿਹੜੀ ਸਿਕਿਉਰਿਟੀ ਹੈਗੀ ਹੈ, ਜੇ ਕੋਲ ਇਮੋਰਲ ਪ੍ਰਾਪਰਟੀ ਹੈਗੀ ਹੈ ਤਾਂ ਉਹਨੂੰ ਅਟੈਚ ਕੀਤਾ ਜਾ ਸਕਦਾ ਹੈ। ਜੇ ਕੋਈ ਕਿਸੇ ਉਹਦੀ ਕਿਸੇ ਵਹੀਕਲ ਦੀ ਕੋਈ ਆਰਸੀ ਹੈਗੀ ਹੈ ਤਾਂ ਉਹਨੂੰ ਵੀ ਕੋਰਟ ਆਪਦੇ ਕੋਲੇ ਜਮ੍ਹਾਂ ਕਰ ਸਕਦੀ ਹੈ। ਗ੍ਰਾਂਟਡ ਟੈਂਪਰੇਰੀ ਇੰਜੈਕਸ਼ਨ, ਜਾਂ ਉਹਦੀ ਕੋਈ ਪ੍ਰਾਪਰਟੀ ਹੈ ਉਹਦੇ ਲਈ, ਉਹਦੇ ਸੰਬੰਧ ਵਿੱਚ ਜਿਹੜਾ ਟੈਂਪਰੇਰੀ ਇੰਜੈਕਸ਼ਨ ਹੈ ਸਟੇ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਫਰਦਰ ਪ੍ਰਾਪਰਟੀ ਨੂੰ ਸੇਲ ਨਾ ਕਰ ਸਕੇ। ਅਪਾਇੰਟ ਰਿਸੀਵਰ ਆਫ ਐਨੀ ਪ੍ਰਾਪਰਟੀ, ਉਸ ਪ੍ਰਾਪਰਟੀ ਦੇ ਉੱਪਰ ਕੋਈ ਰਿਸੀਵਰ ਨਿਯੁਕਤ ਕਰਕੇ ਉਹਨੂੰ ਫਰਦਰ ਠੇਕੇ ਤੇ ਦੇ ਕੇ ਜਿਹੜੀ ਉਹਦੀ ਇਨਕਮ ਹੈਗੀ ਹੈ ਉਹ ਕੋਰਟ ਦੇ ਵਿੱਚ ਜਿਹੜੀ ਜਮ੍ਹਾਂ ਕਰਾਈ ਜਾ ਸਕਦੀ ਹੈਗੀ ਹੈ। ਮੇਕ ਸਚ ਅਦਰ ਇੰਟਰਲੋਕਟਰੀ ਆਰਡਰਸ ਐਜ਼ ਮੇ ਅਪੀਅਰ ਟੂ ਦਾ ਕੋਰਟ ਟੂ ਜਸਟ ਕਨਵੀਨੀਅੰਟ, ਜੇ ਸਰਕਾਰ ਨੂੰ ਕੋਈ ਲੱਗੇ ਹੋਰ ਕੋਈ ਐਸਾ ਕੰਮ ਜਿਹੜਾ ਸਰਕਾਰ ਨੂੰ ਲੱਗੇ ਵੀ ਇਹ ਠੀਕ ਹੈਗਾ, ਉੱਦਾਂ ਦਾ ਵੀ ਕੋਈ ਜਿਹੜਾ ਹੈਗਾ ਸਰਕਾਰ ਵੱਲੋਂ ਆਰਡਰ ਕੀਤਾ ਜਾ ਸਕਦਾ ਹੈ। ਸੌਰੀ, ਸਰਕਾਰ ਨਹੀਂ, ਕੋਰਟ ਵੱਲੋਂ ਆਰਡਰ ਕੀਤਾ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 95 ਕੰਪਨਸੇਸ਼ਨ ਫਾਰ ਆਬਟੇਨਿੰਗ ਅਰੈਸਟ। ਕੰਪਨਸੇਸ਼ਨ ਫਾਰ ਆਬਟੇਨਿੰਗ ਅਰੈਸਟ, ਅਟੈਚਮੈਂਟ ਔਰ ਇੰਜੈਕਸ਼ਨ ਔਨ ਦਾ ਇਨਸਫੀਸ਼ੀਐਂਟ ਗਰਾਊਂਡਸ। ਜਦੋਂ ਕਿਸੇ ਵਿਅਕਤੀ ਨੂੰ ਬਿਨਾਂ ਗੁੱਡ ਗਰਾਊਂਡਸ ਤੋਂ ਇਲਾਵਾ, ਬਿਨਾਂ ਗਲਤ ਤਰੀਕੇ ਦੇ ਨਾਲ ਇਨਸਫੀਸ਼ੀਐਂਟ ਗਰਾਊਂਡ ਦੇ ਬੇਸਿਸ ਤੇ ਉਹਨੂੰ ਅਰੈਸਟ ਕਰ ਲਿਆ ਜਾਵੇ। ਠੀਕ ਹੈ, ਗਰਾਊਂਡ ਪ੍ਰੋਪਰ ਨਾ ਹੋਵੇ ਪਰ ਫਿਰ ਵੀ ਅਰੈਸਟ ਕਰ ਲਿਆ ਜਾਵੇ, ਉਹਦੀ ਪ੍ਰਾਪਰਟੀ ਅਟੈਚ ਕਰ ਲਈ ਜਾਵੇ, ਜਾਂ ਉਹਦੀ ਪ੍ਰਾਪਰਟੀ ਦੇ ਖਿਲਾਫ ਕੋਈ ਜਿਹੜਾ ਹੈਗਾ ਸਟੇ ਕਰ ਦਿੱਤੀ ਜਾਵੇ, ਇੰਜੈਕਸ਼ਨ ਦੇ ਦਿੱਤਾ ਜਾਵੇ, ਤਾਂ ਕੀ ਹੋਏਗਾ? ਕੀ ਰਿਲੀਫ ਹੈ ਉਸ ਵਿਅਕਤੀ ਨੂੰ? where in any suit in which arrest or attachment or injection granted, ਕਿਸੇ ਸੂਟ ਦੇ ਵਿੱਚ, ਕਿਸੇ ਮੁਕੱਦਮੇ ਦੇ ਵਿੱਚ ਕਿਸੇ ਵਿਅਕਤੀ ਨੂੰ ਅਰੈਸਟ ਕਰ ਲਿਆ, ਉਹਦੀ ਪ੍ਰਾਪਰਟੀ ਅਟੈਚ ਕਰ ਲਈ ਜਾਂ ਸਟੇ ਕਰ ਦਿੱਤੀ, ਸਟੇ ਗ੍ਰਾਂਟ ਕਰਤੀ। ਇਫ ਅਪੀਅਰਸ ਟੂ ਦਾ ਕੋਰਟ, ਜਦੋਂ ਕੋਰਟ ਨੂੰ ਲੱਗਦਾ ਹੈ, ਕੋਰਟ ਨੂੰ ਇਹ ਮਹਿਸੂਸ ਹੁੰਦਾ ਹੈ that such arrest, attachment and injection on the insufficient grounds, ਜਿਹੜੀ ਅਟੈਚਮੈਂਟ ਕੀਤੀ ਗਈ ਹੈ, ਉਹਦੀ ਅਰੈਸਟ ਕੀਤੀ ਗਈ ਹੈ ਜਾਂ ਉਹਦੀ ਇੰਜੈਕਸ਼ਨ ਕੀਤਾ ਗਿਆ ਵੀ ਸਫੀਸ਼ੀਐਂਟ ਗਰਾਊਂਡ ਨਹੀਂ ਸੀਗੀਆਂ। ਠੀਕ ਹੈ, ਦਾ ਸੂਟ ਆਫ ਦਾ ਪਲੈਂਟਿਫ ਫੇਲਸ, ਜਿਸ ਵਿਅਕਤੀ ਨੇ ਦਾਅਵਾ ਦਾਇਰ ਕੀਤਾ ਸੀਗਾ ਡਿਫੈਂਡੈਂਟ ਦੇ ਖਿਲਾਫ, ਡਿਫੈਂਡੈਂਟ ਨੂੰ ਅਰੈਸਟ ਕੀਤਾ ਗਿਆ, ਡਿਫੈਂਡੈਂਟ ਦੀ ਪ੍ਰਾਪਰਟੀ ਅਟੈਚ ਕੀਤੀ ਗਿਆ ਜਾਂ ਡਿਫੈਂਡੈਂਟ ਦੀ ਪ੍ਰਾਪਰਟੀ ਦੇ ਖਿਲਾਫ ਇੰਜੈਕਸ਼ਨ ਦਿੱਤਾ ਗਿਆ, ਉਸ ਕੇਸ ਦੇ ਵਿੱਚ ਦਾਅਵਾ ਜਦੋਂ ਪਲੈਂਟਿਫ ਦਾ ਫੇਲ ਹੋ ਜਾਵੇ ਤੇ ਕੋਰਟ ਨੂੰ ਮਹਿਸੂਸ ਹੋਵੇ ਵੀ ਇਸ ਵਿਅਕਤੀ ਨੂੰ ਅਰੈਸਟ ਵੀ ਗਲਤ ਕੀਤਾ ਸੀ ਤੇ ਇਸ ਦੀ ਪ੍ਰਾਪਰਟੀ ਵੀ ਗਲਤ ਅਟੈਚ ਕੀਤੀ ਗਈ ਸੀ, ਗਰਾਊਂਡ ਸਹੀ ਨਹੀਂ ਸੀਗੀਆਂ, ਦਾਅਵਾ ਇਹਦਾ ਫੇਲ ਹੋਇਆ, ਜਿਹੜਾ ਪਲੈਂਟਿਫ ਹੈਗਾ ਕੋਈ ਰੀਜ਼ਨੇਬਲ ਗਰਾਊਂਡ ਨਹੀਂ ਸੀਗੀਆਂ। ਠੀਕ ਹੈ, ਜਿਹੜਾ ਦਾਅਵਾ ਦਾਇਰ ਕਰਨਾ ਜਿਹੜਾ ਮਤਲਬ ਸੀਗਾ ਉਹ ਗਲਤ ਸੀਗਾ, ਗਲਤ ਤਰੀਕੇ ਨਾਲ ਦਾਅਵਾ ਦਾਇਰ ਕੀਤਾ ਸੀ, ਕੋਈ ਸਫੀਸ਼ੀਐਂਟ ਗਰਾਊਂਡ ਦੇ ਬੇਸਿਸ ਤੇ ਦਾਅਵਾ ਨਹੀਂ ਸੀ ਕੀਤਾ ਗਿਆ। ਦਾ ਡਿਫੈਂਡੈਂਟ ਮੇ ਅਪਲਾਈ ਟੂ ਦਾ ਕੋਰਟ, ਉਸ ਕੇਸ ਦੇ ਵਿੱਚ ਜਿਹੜਾ ਡਿਫੈਂਡੈਂਟ ਹੈ ਉਹ ਅਪਲਾਈ ਕਰ ਸਕਦਾ ਹੈ ਕਾਹਦੇ ਲਈ? ਕੋਰਟ ਮੇ ਅਵਾਰਡ ਅਗੇਂਸਟ ਪਲੈਂਟਿਫ, ਜਿਹੜੀ ਕੋਰਟ ਹੈਗੀ ਹੈ, ਜਿਹੜਾ ਉਹ ਪਲੈਂਟਿਫ ਹੈਗਾ ਜਿਹਨੇ ਦਾਅਵਾ ਗਲਤ ਦਾਇਰ ਕੀਤਾ ਸੀਗਾ, ਜਿਹਦੇ ਸੰਬੰਧ ਵਿੱਚ ਉਹਦੀ ਅਰੈਸਟ ਹੋਈ, ਡਿਫੈਂਡੈਂਟ ਦੀ ਅਰੈਸਟ ਹੋਈ ਜਾਂ ਫਿਰ ਉਹਦੀ ਪ੍ਰਾਪਰਟੀ ਅਟੈਚ ਹੋਈ ਜਾਂ ਉਹਦੀ ਪ੍ਰਾਪਰਟੀ ਉੱਪਰ ਸਟੇ ਲੱਗੀ। ਠੀਕ ਹੈ, ਉਸ ਵਿਅਕਤੀ ਨੂੰ ਰਿਲੀਫ ਦੇਣ ਦੀ ਖਾਤਰ ਜਿਹੜਾ ਪਲੈਂਟਿਫ ਹੈਗਾ, ਪਲੈਂਟਿਫ ਨੂੰ 50,000 ਰੁਪਏ ਤੱਕ ਦਾ ਜਿਹੜਾ ਜੁਰਮਾਨਾ ਸਿਵਲ ਕੋਰਟ ਵੱਲੋਂ ਲਗਾਇਆ ਜਾ ਸਕਦਾ ਹੈ ਐਜ਼ ਕੰਪਨਸੇਸ਼ਨ ਟੂ ਦਾ ਡਿਫੈਂਡੈਂਟ। ਡਿਫੈਂਡੈਂਟ ਨੂੰ ਕੰਪਨਸੇਟ ਕਰਨ ਦੀ ਖਾਤਰ 50,000 ਰੁਪਏ ਦਾ ਜਿਹੜਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਰ ਇੱਥੇ ਇੱਕ ਸ਼ਰਤ ਹੈ ਵੀ ਜੇ ਉਸ ਕੋਰਟ ਦੇ ਕੋਲੇ ਜਿਹੜੀ ਕੋਰਟ ਫਾਈਨ ਕਰ ਰਹੀ ਹੈ ਉਸ ਦੀ ਜਿਹੜੀ ਕਿੰਨੀ ਜੁਰਿਸਡਿਕਸ਼ਨ ਹੈਗੀ ਹੈ, ਠੀਕ ਹੈ, ਉਹ 50,000 ਰੁਪਏ ਤੱਕ ਦੀ ਹੋਣੀ ਚਾਹੀਦੀ ਹੈ। ਜੇ ਕੋਰਟ ਦੀ ਆਪਣੀ ਜੁਰਿਸਡਿਕਸ਼ਨ ਮੁਕੱਦਮਾ ਸੁਣਨ ਦੀ ਜਿਹੜੀ ਜੁਰਿਸਡਿਕਸ਼ਨ ਹੀ 20,000 ਰੁਪਏ ਤੱਕ ਦੀ ਹੈ ਤਾਂ 50,000 ਰੁਪਏ ਤੱਕ ਦਾ ਫਾਈਨ ਨਹੀਂ ਕੀਤਾ ਜਾ ਸਕਦਾ, ਤਾਂ ਸਿਰਫ 20,000 ਤੱਕ ਦਾ ਫਾਈਨ ਕੀਤਾ ਜਾ ਸਕਦਾ ਹੈ। ਨੈਕਸਟ ਹੈ ਸਬਸੈਕਸ਼ਨ 2
an order shall bar any suit for compensation। ਇਸ ਤੋਂ ਇਲਾਵਾ ਜੇ ਹੋਰ ਵਿਅਕਤੀ ਉਹ ਚਾਹੇ ਵੀ ਨਹੀਂ ਮੈਂ ਤਾਂ ਹੋਰ ਦਾਵਾ ਦਾਇਰ ਕਰਨਾ ਹੈ, ਫਿਰ ਉਹ ਹੋਰ ਦਾਵਾ ਦਾਇਰ ਨਹੀਂ ਕੀਤਾ ਜਾ ਸਕਦਾ। ਜਦੋਂ ਇੱਥੇ ਰਿਲੀਫ ਉਹਨੂੰ ਮਿਲ ਗਈ, ਉਹਨੇ ਐਪਲੀਕੇਸ਼ਨ ਦੇ ਦਿੱਤੀ ਇੱਥੇ ਕੋਰਟ ਦੇ ਵਿੱਚ, ਉਹਨੂੰ ਕੰਪਨਸੇਸ਼ਨ ਮਿਲ ਗਈ, ਤਾਂ ਉਹਦੇ ਵਾਸਤੇ ਫਿਰ ਫਰਦਰ ਅਰੈਸਟ ਲਈ ਜਾਂ ਅਟੈਚਮੈਂਟ ਲਈ ਵੀ ਮੈਨੂੰ ਗਲਤ ਅਰੈਸਟ ਕੀਤਾ ਗਿਆ ਸੀ, ਜਾਂ ਮੇਰੀ ਪ੍ਰੋਪਰਟੀ ਗਲਤ ਅਟੈਚ ਕੀਤੀ ਸੀ, ਜਾਂ ਮੇਰੀ ਪ੍ਰੋਪਰਟੀ ਦੀ ਗਲਤ ਸਟੇ ਹੋਈ ਸੀ, ਦਾਵਾ ਇਹ ਹਾਰ ਗਿਆ, ਫਿਰ ਕਿਸੇ ਹੋਰ ਕੋਰਟ ਦੇ ਜਾ ਕੇ ਤਾਂ ਦਾਵਾ ਦਾਇਰ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ ਜੀ ਪਾਰਟ ਨੰਬਰ 10 ਰੂਲਸ ਕੀ ਹੁੰਦੇ ਆ। ਦੇਖੋ ਆਪਾਂ ਬਹੁਤ ਵਾਰੀ ਪੜ੍ਹਿਆ ਵੀ ਰੂਲ ਕੀ ਹੁੰਦੇ ਆ। ਇੱਕ ਹੁੰਦਾ ਐਕਟ, ਦੂਜੇ ਹੁੰਦੇ ਰੂਲਸ। ਐਕਟ ਨੂੰ ਲਾਗੂ ਕਰਨ ਦੀ ਖਾਤਰ ਸਰਕਾਰ ਵੱਲੋਂ ਰੂਲ ਬਣਾਏ ਜਾਂਦੇ ਆ, ਮਤਲਬ ਐਕਟ ਨੂੰ ਇੰਟਰਪ੍ਰੈਟ ਕਰਨ ਦੀ ਖਾਤਰ ਇਹ ਕਹਿ ਲਈਏ, ਜਾਂ ਪ੍ਰੋਸੀਜਰ ਬਣਾਉਣ ਦੀ ਖਾਤਰ, ਪ੍ਰੋਸੈਸ ਅਡਾਪਟ ਕਰਨ ਦੀ ਖਾਤਰ ਕਾਨੂੰਨ ਦੇ ਵਿੱਚ ਬਣ ਗਿਆ ਵੀ ਆਹ ਕੰਮ ਏਦਾਂ, ਆਹ ਕੰਮ ਕਰਨਾ ਹੈ। ਉਹ ਕੰਮ ਕਰਨਾ ਕਿਵੇਂ ਹੈ, ਉਹਦੇ ਲਈ ਕੀ ਪ੍ਰੋਸੈਸ ਹੋਏਗਾ, ਐਪਲੀਕੇਸ਼ਨ ਕੀ ਡਰਾਫਟ ਹੋਏਗੀ, ਠੀਕ ਹੈ, ਉਹਦੇ ਕਾਲਮ ਕੀ ਹੋਣਗੇ, ਕੀ ਪਰਫਾਰਮਾ ਹੋਏਗਾ, ਸਨਦ ਜਾਰੀ ਕਰਨੀ ਹੈ, ਸਨਦ ਕਿਵੇਂ ਦੀ ਹੋਏਗੀ, ਨੋਟਿਸ ਜਾਰੀ ਕਰਨਾ, ਨੋਟਿਸ ਕੈਸਾ ਹੋਏਗਾ, ਠੀਕ ਹੈ। ਇਹ ਹੈਗਾ ਪ੍ਰੋਸੈਸ ਕਾਹਦੇ ਚ ਆਉਂਦਾ ਹੈ, ਰੂਲ। ਜਦੋਂ ਸਰਕਾਰ ਰੂਲ ਬਣਾਉਂਦੀ ਹੈ ਕਿਸੇ ਐਕਟ ਨੂੰ ਲਾਗੂ ਕਰਨ ਦੀ ਖਾਤਰ, ਸਰਕਾਰ ਵੱਲੋਂ ਰੂਲ ਬਣਾਏ ਜਾਂਦੇ ਨੇ। ਸਮੇਂ ਤੇ ਜੇ ਕਿਤੇ ਰੂਲ ਦੀ ਹੋਰ ਲੋੜ ਪੈਂਦੀ ਹੈ ਤਾਂ ਹੋਰ ਰੂਲ ਬਣਾਏ ਜਾਂਦੇ ਨੇ, ਠੀਕ ਹੈ। ਜਦੋਂ ਕੰਮ ਕਰਦਾ ਹੈ, ਵਰਕਿੰਗ ਕਰਦਾ ਹੈ, ਉਦੋਂ ਧਿਆਨ ਚ ਆਉਂਦਾ ਹੈ ਵੀ ਇਸ ਕੰਮ ਨੂੰ ਕਿਵੇਂ ਕੀਤਾ ਜਾਵੇ। ਇਹਦੇ ਸੰਬੰਧੀ ਕੋਈ ਰੂਲ ਦੇ ਵਿੱਚ ਜਾਂ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈਗੀ, ਜਿਹੜੇ ਫਰਦਰ ਰੂਲ ਹੈਗੇ ਆ ਗਵਰਨਮੈਂਟ ਤੋਂ ਸਮੇਂ ਤੇ ਬਣਾਏ ਜਾਂਦੇ ਨੇ ਕਿਸੇ ਕਾਨੂੰਨ ਨੂੰ ਲਾਗੂ ਕਰਨ ਦੀ ਖਾਤਰ। ਹੁਣ ਸੈਕਸ਼ਨ 121 ਚ ਕੀ ਕਿਹਾ ਗਿਆ, ਇਫੈਕਟ ਆਫ ਰੂਲਸ, ਵੀ ਜਿਹੜੇ ਰੂਲਸ ਨੇ ਇਹਨਾਂ ਦਾ ਇਫੈਕਟ ਕਦੋਂ ਤੱਕ ਰਹਿੰਦਾ ਹੈ, ਠੀਕ ਹੈ। ਸਿੰਪਲ ਜੀ ਗੱਲ ਹੈਗੀ ਵੀ ਜਿਹੜੇ ਰੂਲ ਨੇ ਉਹ ਕੰਟੀਨਿਊ ਰਹਿੰਦੇ ਨੇ ਜਦੋਂ ਤੱਕ ਉਹਦੇ ਵਿੱਚ ਕੋਈ ਜਾਂ ਤਾਂ ਉਹਨੂੰ ਰੱਦ ਨਾ ਕਰ ਦਿੱਤਾ ਜਾਵੇ ਜਾਂ ਉਹਦੇ 'ਚ ਕੋਈ ਆਲਟਰੇਸ਼ਨ ਨਾ ਕੀਤੀ ਜਾਵੇ। ਜਿਹੜੇ ਰੂਲ ਨੇ ਕੰਟੀਨਿਊ ਰਹਿੰਦੇ ਉਦੋਂ ਤੱਕ, ਅੰਟਿਲ ਦੇ ਆਰ ਅਨਲਡ, ਮਤਲਬ ਰੱਦ ਨਾ ਕਰ ਦਿੱਤੇ ਜਾਣ ਜਾਂ ਇਹ 'ਚ ਕੋਈ ਅਮੈਂਡਮੈਂਟ ਨਾ ਕੀਤੀ ਜਾਵੇ। ਨੈਕਸਟ ਹੈ ਸੈਕਸ਼ਨ 122 ਪਾਵਰ ਆਫ ਸਰਟਨ ਹਾਈ ਕੋਰਟਸ ਟੂ ਮੇਕ ਦ ਰੂਲਸ। ਅਸੀਂ ਪੜ੍ਹ ਕੇ ਆਏ ਪਿੱਛੇ, ਅਸੀਂ ਸਟੈਂਡਿੰਗ ਆਰਡਰ 'ਚ ਵੀ ਪੜ੍ਹਿਆ ਸੀ, ਹਾਈ ਕੋਰਟ ਦੇ ਕੋਲ ਵਾਸਟ ਪਾਵਰਸ ਹੁੰਦੀਆਂ ਨੇ ਰੂਲਸ ਬਣਾਉਣ ਦੀਆਂ। ਹਾਈ ਕੋਰਟ ਵਾਲੇ ਜਿਹੜੇ ਰੂਲ ਹੈਗੇ ਆ, ਹਾਈ ਕੋਰਟ ਵੱਲੋਂ ਜਿਹੜੇ ਰੂਲ ਬਣਾਏ ਜਾਂਦੇ ਆ ਉਹ ਹਾਈ ਕੋਰਟ ਦੀਆਂ ਜਿਹੜੀਆਂ ਕੋਰਟਸ ਹੁੰਦੀਆਂ, ਸਿਵਲ ਕੋਰਟ ਹੁੰਦੀਆਂ ਨੇ, ਠੀਕ ਹੈ, ਉਹ ਵੀ ਉਹਦੇ ਅਕੋਰਡਿੰਗ ਕੰਮ ਕਰਦੀਆਂ ਨੇ। ਈਵਨ ਦੈਨ ਜਿਹੜੀਆਂ ਸਾਡੀਆਂ ਕੋਰਟਸ ਰੈਵਨਿਊ ਕੋਰਟਸ ਹੁੰਦੀਆਂ ਨੇ, ਠੀਕ ਹੈ, ਜਦੋਂ ਕਿਸੇ ਆਰਡਰ ਨੂੰ ਐਗਜ਼ੀਕਿਊਟ ਕਰਨਾ ਹੁੰਦਾ ਹੈ ਤਾਂ ਅਸੀਂ ਵੀ ਹਾਈ ਕੋਰਟ ਦੇ ਰੂਲਾਂ ਤੋਂ ਬਾਹਰ ਨਹੀਂ ਜਾ ਸਕਦੇ, ਸਾਨੂੰ ਵੀ ਹਾਈ ਕੋਰਟ ਦੇ ਰੂਲਾਂ ਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ। ਸੈਕਸ਼ਨ 64 ਪੜ੍ਹਿਆ, ਸੌਰੀ ਸਟੈਂਡਿੰਗ ਆਰਡਰ ਤੁਸੀਂ 64 ਪੜ੍ਹਿਆ ਹੋਏਗਾ, ਸਟੈਂਡਿੰਗ ਆਰਡਰ 67 ਪੜ੍ਹਿਆ ਹੋਏਗਾ, ਜਿਹੜੀ ਤੁਹਾਡੇ ਤੁਸੀਂ ਰਿਫਰੈਸ਼ਰ ਕੋਰਸ ਜਦੋਂ ਦੁਕਾਨਾਂ ਦਾ ਕਰਦੇ ਹੋ ਉਸ ਵੇਲੇ ਪੜ੍ਹਦੇ ਹੋ, ਠੀਕ ਹੈ। ਉੱਥੇ ਹਾਈ ਕੋਰਟ ਦੇ ਰੂਲਾਂ ਦੀ ਗੱਲ ਕੀਤੀ ਗਈ ਹੈ। ਤਾਂ ਪਾਵਰ ਆਫ ਦਾ ਸਰਟਨ ਹਾਈ ਕੋਰਟ ਟੂ ਮੇਕ ਦਾ ਰੂਲਸ, ਇੱਥੇ ਗੱਲ ਕੀਤੀ ਹੈ ਵੀ ਸਰਟਨ ਹਾਈ ਕੋਰਟਸ ਕੋਲੇ ਰੂਲ ਬਣਾਉਣ ਦੀਆਂ ਪਾਵਰਾਂ ਹੁੰਦੀਆਂ ਨੇ। ਹਾਈ ਕੋਰਟ ਮੇ ਫਰੋਮ ਟਾਈਮ ਟੂ ਟਾਈਮ ਆਫਟਰ ਦਾ ਪ੍ਰੀਵੀਅਸ ਪਬਲੀਕੇਸ਼ਨ, ਜਦੋਂ ਹਾਈ ਕੋਰਟ ਨੇ ਕੋਈ ਰੂਲ ਬਣਾਉਣਾ ਹੈਗਾ ਫਰਦਰ ਤਾਂ ਉਹਦੀ ਜਿਹੜੀ ਪਬਲੀਕੇਸ਼ਨ ਹੈਗੀ ਆ, ਉਹ ਦੇਖੋ ਸਟੇਟ ਗਵਰਨਮੈਂਟ ਨੇ ਬਣਾਉਣਾ ਹੋਵੇ, ਕੋਈ FCR ਨੇ ਕੋਈ ਰੂਲ ਬਣਾਉਣਾ ਹੋਵੇ, ਪਬਲੀਕੇਸ਼ਨ ਤਾਂ ਰਿਕੁਆਇਰਡ ਹੈਗੀ ਹੈ। ਸਭ ਤੋਂ ਪਹਿਲਾਂ ਪਬਲੀਕੇਸ਼ਨ ਹੋਏਗੀ, ਜਦੋਂ ਪਬਲੀਕੇਸ਼ਨ ਹੋ ਗਈ, ਕੱਚੇ ਰੂਲ ਦਾ ਡਰਾਫਟ ਬਣ ਗਿਆ, ਡਰਾਫਟ ਬਣਨ ਤੋਂ ਬਾਅਦ ਪਬਲੀਕੇਸ਼ਨ ਹੋ ਗਈ, ਜਦੋਂ ਪਬਲੀਕੇਸ਼ਨ ਹੋ ਗਈ ਦੈਨ ਉਹ ਜਿਹੜੇ ਰੂਲ ਹੈਗੇ ਇਨਫੋਰਸ ਹੋ ਜਾਂਦੇ ਨੇ, ਠੀਕ ਹੈ। ਹਾਈ ਕੋਰਟ ਮੇ from time to time after the previous publication make rules regulating their own procedure, ਉਹਨਾਂ ਦਾ ਆਪਦਾ ਜਿਹੜਾ ਪ੍ਰੋਸੀਜਰ ਹੈਗਾ, ਹਾਈ ਕੋਰਟ ਦਾ ਜਿਹੜਾ ਪ੍ਰੋਸੀਜਰ ਹੈਗਾ ਜਾਂ ਉਹਦੇ ਸਬਆਰਡੀਨੇਟ ਕੋਰਟਸ ਹੈਗੀਆਂ ਨੇ, ਜੁਡੀਸ਼ੀਅਲ ਕੋਰਟਸ ਹੈਗੀਆਂ ਨੇ, ਠੀਕ ਹੈ, ਉਹਦੇ ਪ੍ਰੋਸੀਜਰ ਦੇ ਵਿੱਚ ਪ੍ਰੋਸੀਜਰ ਨੂੰ ਲਾਗੂ ਕਰਨ ਦੀ ਖਾਤਰ ਜਾਂ ਪ੍ਰੋਸੀਜਰ ਦੇ ਵਿੱਚ ਕੋਈ ਹੋਰ ਅਮੈਂਡਮੈਂਟ ਕਰਨ ਦੀ ਖਾਤਰ ਕੋਈ ਰੂਲ ਬਣਾਇਆ ਜਾਂਦਾ ਹੈ ਤਾਂ ਹਾਈ ਕੋਰਟ ਬਣਾ ਸਕਦੀ ਹੈਗੀ ਹੈ। ਐਂਡ ਪ੍ਰੋਸੀਜਰ ਉਹਦਾ ਜੁਡੀਸ਼ੀਅਲ ਕੋਰਟਸ ਸਾਰੀਆਂ ਆਪਦੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਪ੍ਰੋਸੀਜਰ ਨੂੰ ਜਾਂ ਜੁਡੀਸ਼ੀਅਲ ਕੋਰਟ ਦੇ ਪ੍ਰੋਸੀਜਰ ਨੂੰ ਇਲੈਬੋਰੇਟ ਕਰਨ ਦੀ ਖਾਤਰ, ਠੀਕ ਹੈ, ਹਾਈ ਕੋਰਟ ਵੱਲੋਂ ਪਬਲੀਕੇਸ਼ਨ ਤੋਂ ਬਾਅਦ ਜਿਹੜੇ ਹੈਗੇ ਰੂਲ ਬਣਾਏ ਜਾ ਸਕਦੇ ਆ। ਸੈਕਸ਼ਨ 123 ਕੰਸਟੀਟਿਊਸ਼ਨ ਆਫ ਰੂਲ ਕਮੇਟੀ, ਕੰਸਟੀਟਿਊਸ਼ਨ ਆਫ ਦਾ ਰੂਲ ਕਮੇਟੀ ਇਨ ਸਰਟਨ ਸਟੇਟਸ। ਕੁਝ ਸਟੇਟਾਂ ਦੇ ਵਿੱਚ ਕੁਝ ਜਗ੍ਹਾ ਤੇ ਰੂਲ ਕਮੇਟੀ ਬਣਾਈ ਜਾਂਦੀ ਹੈ, ਰੂਲ ਕਮੇਟੀ ਇਹਦੀ ਰੂਲ ਬਣਾਉਂਦੀ। ਰੂਲ ਕਮੇਟੀ ਕਿਹਾ ਜਾਂਦਾ ਉਸਨੂੰ ਜਦੋਂ ਰੂਲ ਬਣਾਏ ਜਾਂਦੇ। ਕਮੇਟੀ ਦੇ ਕੋਲ ਜਿਹੜਾ ਮੁੱਦਾ ਹੈ ਰੱਖਿਆ ਜਾਂਦਾ ਵੀ ਕਿਸ ਵਿਸ਼ੇ ਤੇ ਆਹ ਹੈਗਾ, ਆਹ ਐਕਟ ਨਵਾਂ ਬਣਿਆ, ਇਹ ਨਵੇਂ ਐਕਟ ਦੇ ਵਿੱਚ ਜਿਹੜੇ ਇਹਨੂੰ ਲਾਗੂ ਕਰਨ ਦੀ ਖਾਤਰ ਜਿਹੜੇ ਹੈਗੇ ਆ ਉਹ ਰੂਲ ਬਣਾਏ ਜਾਣੇ ਨੇ, ਠੀਕ ਹੈ। ਫਿਰ ਕੀ ਹੈ, ਕਮੇਟੀ ਟੂ ਬੀ ਕਾਲਡ ਦਾ ਰੂਲ ਕਮੇਟੀ। ਐਸੀ ਕਮੇਟੀ ਨੂੰ ਕੀ ਕਹਿੰਦੇ ਆ, ਅਸੀਂ ਰੂਲ ਕਮੇਟੀ ਕਹਿੰਦੇ ਆ, ਜਿਹੜੀ ਰੂਲਾਂ ਨੂੰ ਬਣਾਉਂਦੀ ਹੈਗੀ ਹੈ। ਸ਼ੈਲ ਬੀ ਕੰਸਟੀਟਿਊਟਡ ਐਟ ਦਾ ਟਾਊਨ
which is usual place of sitting of the High Court। जिथे हाई कोर्ट बैठी है, ठीक है, उस जगह ते एक रूल कमेटी बनाई जाती है किसी एक्ट ਨੂੰ लागू ਕਰਨ ਦੀ ਖਾਤਰ जो रूल बनाए जाते हैं। और रूल कमेटी ਜਾਂ ਕੋਈ ਨਵੇਂ ਕੋਈ ਇਹ ਨਹੀਂ ਜੇ ਕੋਈ ਪੁਰਾਣੇ ਐਕਟ ਨੇ ਜਾਂ ਕੋਈ ਰੂਲਾਂ 'ਚ ਨਵੀਂ ਅਮੈਂਡਮੈਂਟ ਕਰਨੀ ਹੈ ਤਾਂ ਰੂਲ ਕਮੇਟੀ ਦੇ ਹਵਾਲੇ ਕਰ ਦਿੱਤਾ ਜਾਂਦਾ ਵੀ ਰੂਲ ਕਰਨ ਦਾ ਕੰਮ ਤੁਸੀਂ ਦੇਖੋ, ਇਹ ਤੁਹਾਡੇ ਵਿਸ਼ਾ ਹੈਗਾ। ਤੇ ਉਹ ਰੂਲ ਕਮੇਟੀ ਉਸ ਜਿਹੜੀ ਹੈਗੀ ਆ ਪਾਰਟਿਕੂਲਰ ਜਿੱਥੇ ਹਾਈ ਕੋਰਟ ਹੈਗੀ ਆ ਉਸ ਹਾਈ ਕੋਰਟ ਦੇ ਅੰਡਰ ਜਿਹੜੀ ਰੂਲ ਕਮੇਟੀ ਕੰਮ ਕਰਦੀ ਹੈ। ਇਹਦੇ ਵਿੱਚ ਕੌਣ ਕੌਣ ਹੁੰਦੇ ਨੇ? ਕੰਸਿਸਟ 3 ਜੱਜਸ ਆਫ ਦਾ ਹਾਈ ਕੋਰਟ। ਮੰਨ ਲਓ ਜਿਵੇਂ ਪੰਜਾਬ ਦੀ ਹਾਈ ਕੋਰਟ ਦੀ ਗੱਲ ਕਰਦੇ ਆ, ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰਦੇ ਆ, 3 ਜੱਜਸ ਆਫ ਦਾ ਹਾਈ ਕੋਰਟ ਹੋਣਗੇ, one of whom has served as district judge। ਉਹਨਾਂ ਵਿੱਚੋਂ ਕੋਈ ਇੱਕ ਸੈਸ਼ਨ ਕੋਰਟ 'ਚ ਵੀ ਰਿਹਾ ਹੋਵੇ ਪਹਿਲਾਂ। ਡਾਇਰੈਕਟਰੀ ਸੈਸ਼ਨ ਹਾਈ ਕੋਰਟ ਦੇ ਜੱਜ ਹੋਣਗੇ, ਪਰ ਉਹਨਾਂ ਵਿੱਚੋਂ ਕੋਈ ਪਹਿਲਾਂ, ਤਾਂ ਕਿ ਜਿਹੜੇ ਰੂਲ ਹੈਗੇ ਆ ਉਹ ਥੱਲੇ ਕੋਰਟਾਂ ਵਾਸਤੇ ਵੀ ਬਣਦੇ ਹੁੰਦੇ ਆ। ਇਸ ਕਰਕੇ ਉਹਦਾ ਆਪਦਾ ਐਕਸਪੀਰੀਅੰਸ ਹੁੰਦਾ ਹੈਗਾ, ਜਿਹਨੇ ਸੈਸ਼ਨ ਕੋਰਟ 'ਚ ਜਿਹੜੇ ਆਫੀਸਰ ਨੇ ਪਹਿਲਾਂ ਐਜ ਏ ਸੈਸ਼ਨ ਕੋਰਟ 'ਚ ਕੰਮ ਕੀਤਾ ਹੈਗਾ, ਠੀਕ ਹੈ। ਡਿਸਟ੍ਰਿਕਟ ਜੱਜ ਹੋਇਆ ਰਿਹਾ ਹੋਵੇ, ਡਿਵੀਜ਼ਨ ਜੱਜ ਰਿਹਾ ਹੋਵੇ, ਉਹਨਾਂ ਵਿੱਚੋਂ ਇੱਕ ਘੱਟੋ ਘੱਟ 3 ਜਿਹੜੇ ਮੈਂਬਰ ਹੈਗੇ ਆ ਹਾਈ ਕੋਰਟ ਦੇ ਜੱਜ ਹੋਣਗੇ, ਜਿਹਨਾਂ ਵਿੱਚ ਇੱਕ ਪਹਿਲਾਂ ਕਦੀ ਡਿਸਟ੍ਰਿਕਟ ਜੱਜ ਰਿਹਾ ਹੋਵੇ। ਫਿਰ 2 ਲੀਗਲ ਪ੍ਰੈਕਟੀਸ਼ਨਰਸ ਹੋਣਗੇ ਇਨਰੋਲਡ ਇਨ ਦਾ ਕੋਰਟ। ਉਸ ਕੋਰਟ ਦੇ ਵਿੱਚ ਜਿਹੜੇ ਦੋ ਐਡਵੋਕੇਟਸ ਹੋਣਗੇ, ਠੀਕ ਹੈ। ਇਸ ਕਮੇਟੀ ਦੇ ਜਿਹੜੇ ਮੈਂਬਰ ਹੋਣਗੇ, ਅ ਜੱਜ ਆਫ ਏ ਸਿਵਲ ਕੋਰਟ ਸਬੋਰਡੀਨੇਟ ਟੂ ਦਾ ਹਾਈ ਕੋਰਟ। ਇੱਕ ਜਿਹੜਾ ਜੱਜ ਹੋਏਗਾ ਉਹ ਕਿਸੇ ਸਿਵਲ ਕੋਰਟ ਦਾ ਹੋਏਗਾ, ਜਿਹੜੀ ਉਸ ਹਾਈ ਕੋਰਟ ਦੀ ਸਬੋਰਡੀਨੇਟ ਕੋਰਟ ਹੋਏਗੀ। ਇਹ ਬਣ ਗਿਆ ਰੂਲ ਕਮੇਟੀ। 6 ਮੈਂਬਰਸ ਆਫ ਦਾ ਰੂਲ ਕਮੇਟੀ, 3 ਜੱਜਸ ਆਫ ਦਾ ਹਾਈ ਕੋਰਟ, ਠੀਕ ਹੈ, 2 ਲੀਗਲ ਪ੍ਰੈਕਟੀਸ਼ਨਰਸ ਜਿਹਨੇ ਕਿ ਐਡਵੋਕੇਟਸ, ਇੱਕ ਜੱਜ ਆਫ ਦਾ ਸਿਵਲ ਕੋਰਟ ਆਫ ਦਾ ਸਬੋਰਡੀਨੇਟ ਟੂ ਦਾ ਹਾਈ ਕੋਰਟ। ਜਿਹੜੇ ਦੇ ਮੈਂਬਰ ਨੇ, the members of each committee shall be appointed by the high court। ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਪ੍ਰੈਜ਼ੀਡੈਂਟ ਹੋਏਗਾ 6 ਦੇ ਵਿੱਚੋਂ, ਠੀਕ ਹੈ ਜੀ। ਹਾਈ ਕੋਰਟ ਵੱਲੋਂ ਜਿਹੜੀ ਕਮੇਟੀ ਹੈ ਕੰਸਟੀਟਿਊਟ ਕੀਤੀ ਜਾਵੇਗੀ। ਇੱਕ ਜਿਹੜਾ ਮੈਂਬਰ ਹੈਗਾ ਇਹਦਾ ਵਿੱਚੋਂ ਇੱਕ ਮੈਂਬਰ ਜਿਹੜਾ ਹੈਗਾ ਉਹ ਪ੍ਰੈਜ਼ੀਡੈਂਟ ਹੋਏਗਾ, ਤੇ ਇਹਦੇ ਮੁਤਾਬਕ ਹੀ the members of each committee shall be appointed by the high court, one of them is the president। Each member of the committee hold office as high court may prescribe। ਜਿਵੇਂ ਹਾਈ ਕੋਰਟ ਨੇ ਕਹਿਣਾ ਹੈ ਉਸ ਤਰੀਕੇ ਨਾਲ ਕੰਮ ਕਰਨਾ ਹੈ ਮੈਂਬਰਾਂ ਨੇ, ਠੀਕ ਹੈ। when any member retires resigns, ਜੇ ਕੋਈ ਇਹਨਾਂ ਵਿੱਚੋਂ ਕੋਈ ਮੈਂਬਰ ਹੈਗਾ ਰਿਟਾਇਰ ਹੋ ਜਾਂਦਾ ਹੈ, ਰਿਜ਼ਾਈਨ ਕਰ ਜਾਂਦਾ ਹੈ, ਜਾਂ ਫਿਰ ਡੈਥ ਹੋ ਜਾਂਦੀ ਹੈ, ਜਾਂ ਫਿਰ ਕਿਸੇ ਕਾਰਨ ਉੱਥੇ ਉਸ ਸਟੇਟ ਦੇ ਵਿੱਚ ਰਹਿਣਾ ਹੀ ਬੰਦ ਕਰ ਦਿੰਦਾ ਹੈ, ਦਾ ਸੈਟ ਹਾਈ ਕੋਰਟ ਮੇ ਅਪਾਇੰਟ ਇਹਨਾਂ ਦਾ। ਤਾਂ ਜਿਹੜੀ ਹਾਈ ਕੋਰਟ ਹੈਗੀ ਹੈ, ਨੈਕਸਟ ਜਿਹੜਾ ਵਿਅਕਤੀ ਹੈਗਾ ਕੋਈ ਹੋਰ ਮੈਂਬਰ ਹੈਗਾ ਉਹ ਐਜ਼ ਪਰ ਰਿਕੁਆਇਰਮੈਂਟ ਨਿਯੁਕਤੀ ਕੀਤੀ ਜਾ ਸਕਦੀ ਹੈ ਹਾਈ ਕੋਰਟ ਵੱਲੋਂ। ਸੈਕਟਰੀ ਟੂ ਈਚ ਕਮੇਟੀ ਅਪਾਇੰਟਡ ਬਾਈ ਦਾ ਹਾਈ ਕੋਰਟ, ਇੱਕ ਮੈਂਬਰ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਉਹ ਸੈਕਟਰੀ ਹੋਏਗਾ, ਉਹ ਵੀ ਹਾਈ ਕੋਰਟ ਨਿਯੁਕਤ ਕਰੇਗੀ। ਨੈਕਸਟ ਹੈ ਸੈਕਸ਼ਨ 124 ਕਮੇਟੀ ਟੂ ਰਿਪੋਰਟ ਟੂ ਦਾ ਹਾਈ ਕੋਰਟ। ਜਦੋਂ ਵੀ ਕੋਈ ਰੂਲ ਬਣਾਏ ਜਾਣੇ ਨੇ, ਐਵਰੀ ਰੂਲ ਕਮੇਟੀ ਸ਼ੈਲ ਮੇਕ ਰਿਪੋਰਟ ਟੂ ਦਾ ਹਾਈ ਕੋਰਟ। ਜਿਹੜੀ ਕਮੇਟੀ ਬਣੀ ਹੋਈ ਹੈ, ਜਦੋਂ ਕੋਈ ਰਿਪੋਰਟ ਦੇਣੀ ਹੈ ਕਿਸੇ ਕਮੇਟੀ ਨੇ, ਉਹ ਜਿਹੜੀ ਰਿਪੋਰਟ ਹੈ ਡਾਇਰੈਕਟਰੀ ਤੌਰ ਤੇ ਹਾਈ ਕੋਰਟ ਨੂੰ ਪੇਸ਼ ਕਰੇਗੀ ਔਨ ਐਨੀ ਪ੍ਰਪੋਜ਼ਲਸ ਆਫਟਰ ਔਰ ਐਟ ਦਾ ਰੂਲਸ। ਰੂਲ ਦੇ ਜਿਹੜੇ ਰੂਲਸ ਨੇ ਉਹਨਾਂ ਦੀ ਕੋਈ ਪ੍ਰਪੋਜ਼ਲ ਬਣਨੀ ਹੈ, ਕੁਝ ਐਡੀਸ਼ਨ ਕਰਨੀ ਹੈ, ਕੋਈ ਅਮੈਂਡਮੈਂਟ ਕਰਨੀ ਹੈ, ਜਿਵੇਂ ਕਿ ਫਸਟ ਸ਼ਡਿਊਲ 'ਚ ਦੱਸਿਆ ਗਿਆ ਹੈਗਾ, ਔਰ ਟੂ ਮੇਕ ਨਿਊ ਰੂਲਸ ਬਣਾਉਣੇ, ਜੇ ਕੋਈ ਨਵੇਂ ਰੂਲ ਬਣਾਉਣੇ ਨੇ ਤਾਂ ਵੀ ਹਾਈ ਕੋਰਟ ਬਿਫੋਰ ਮੇਕਿੰਗ ਨਿਊ ਰੂਲਸ ਟੇਕ ਦਾ ਰਿਪੋਰਟ ਆਫ ਦਾ ਕਮੇਟੀ। ਜਾਂ ਫਿਰ ਹਾਈ ਕੋਰਟ ਜਦੋਂ ਕੋਈ ਰੂਲ ਬਣਾਉਂਦੀ ਹੈ ਤਾਂ ਹਾਈ ਕੋਰਟ ਨਵੇਂ ਰੂਲ ਬਣਾਉਣ ਤੋਂ ਪਹਿਲਾਂ ਜਿਹੜੀ ਕਮੇਟੀ ਵਿੱਚ ਐਸਟੈਬਲਿਸ਼ ਕੀਤੀ ਗਈ ਹੈ ਫਾਰ ਦਾ ਪਰਪਸ ਆਫ ਦਾ ਮੇਕਿੰਗ ਦਾ ਰੂਲ, ਤਾਂ ਉਸ ਕਮੇਟੀ ਤੋਂ ਜਿਹੜੀ ਹੈਗੀ ਹੈ ਹਾਈ ਕੋਰਟ ਵੱਲੋਂ ਰਿਪੋਰਟ ਲਈ ਜਾਂਦੀ ਹੈ। ਨੈਕਸਟ ਹੈ ਸੈਕਸ਼ਨ 125 ਪਾਵਰ ਆਫ ਦਾ ਹਾਈ ਕੋਰਟ ਟੂ ਮੇਕ ਰੂਲਸ। ਇਹ ਕੁਛ ਨਹੀਂ, ਸਾਰਾ ਕੁਛ ਇਹੀ ਹੈ ਜੀ। ਹਾਈ ਕੋਰਟ ਕੋਲ ਪਾਵਰਾਂ ਹੁੰਦੀਆਂ ਨੇ ਰੂਲ ਬਣਾਉਣ ਦੀਆਂ। ਜਦੋਂ ਰੂਲ ਬਣਾਇਆ ਜਾਣਾ ਹੈਗਾ ਤਾਂ ਰੂਲ ਦੇ ਵਿੱਚ ਜਿਹੜੀ ਹੈਗੀ ਹੈ ਪਬਲੀਕੇਸ਼ਨ ਪਹਿਲਾਂ ਕੀਤੀ ਜਾਂਦੀ ਹੈ। ਪਬਲੀਕੇਸ਼ਨ ਆਫ ਦਾ ਰੂਲਸ ਮੈਟਰਸ ਫਾਰ ਵਿਚ ਰੂਲਸ ਮੇ ਬੀ ਪ੍ਰੋਵਾਈਡਡ। 128 ਵਿੱਚ ਕਿਹਾ ਗਿਆ ਜਦੋਂ ਕੋਈ ਰੂਲ ਬਣਾਉਣੇ ਨੇ, ਮੈਟਰਸ ਫਾਰ ਵਿਚ ਰੂਲਸ ਮੇ ਬੀ ਪ੍ਰੋਵਾਈਡ। ਰੂਲ ਸ਼ੁੱਡ ਨਾਟ ਇਨਕਨਸਿਸਟੈਂਟ ਵਿਦ ਦਾ CPC। ਦੇਖੋ ਜਦੋਂ ਰੂਲ ਬਣਨੇ ਨੇ ਤਾਂ ਜਿਹੜਾ ਐਕਟ ਹੈਗਾ, ਕਾਨੂੰਨ ਹੈਗਾ, CPC ਹੈ, CPC ਦੇ ਖਿਲਾਫ ਨਹੀਂ ਹੋਣੇ ਚਾਹੀਦੇ, ਕੰਟਰਾਡਿਕਟਰੀ ਨਹੀਂ ਹੋਣੇ ਚਾਹੀਦੇ,
ਕੰਸਿਸਟੈਂਟ ਹੋਣੇ ਚਾਹੀਦੇ, ਇਹਦੇ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ, ਇਹਦੇ ਪ੍ਰੋਸੈਸ ਨੂੰ ਮਤਲਬ ਕਿ ਇਹਦੇ ਮੁਤਾਬਕ ਪ੍ਰੋਸੈਸਿੰਗ ਜਿਹੜੇ ਲਿਆਂਦੇ ਜਾ ਸਕਦੇ, ਪਰ ਇਹ ਨਾ ਹੋਵੇ ਵੀ ਸੀਪੀਸੀ ਕੁਝ ਹੋਰ ਕਹਿੰਦੀ ਹੈ ਤੇ ਰੂਲ ਕੁਝ ਹੋਰ ਕਹਿੰਦੇ ਨੇ, ਕੰਟਰਾਡਿਕਟਰੀ ਨਹੀਂ ਹੋਣੇ ਚਾਹੀਦੇ। ਰੂਲਸ ਮੇ ਪ੍ਰੋਵਾਈਡ ਫੋਲੋਇੰਗ ਮੈਟਰਸ, ਕਿਹੜੇ ਕਿਹੜੇ ਮੈਟਰ ਹੋਣੇ ਚਾਹੀਦੇ ਨੇ ਰੂਲ ਦੇ ਵਿੱਚ। ਆਪਾਂ ਜਿਵੇਂ ਸਮਨਿੰਗ ਦਾ ਪ੍ਰੋਸੈਸ ਹੈਗਾ, ਸਮਨਿੰਗ ਦਾ ਪ੍ਰੋਸੈਸ ਬੜਾ ਲੰਮਾ ਚੌੜਾ ਹੈਗਾ, ਠੀਕ ਹੈ। ਸਮੇਂ ਦੇ ਮੁਤਾਬਕ ਜਿਵੇਂ ਹੁਣ ਇਲੈਕਟ੍ਰੋਨਿਕ ਯੁੱਗ ਹੈਗਾ, ਹੁਣ ਪਹਿਲਾਂ ਇਹ ਚੀਜ਼ਾਂ ਵਿੱਚ ਐਡ ਨਹੀਂ ਸੀਗੀਆਂ, ਹੁਣ ਇਹ ਐਡ ਕੀਤੀਆਂ ਗਈਆਂ ਨੇ, ਠੀਕ ਹੈ। ਮੇਲ ਦਾ ਸਿਸਟਮ ਹੈ, ਮੇਲ ਕੀਤੀ ਜਾਂਦੀ ਹੈ WhatsApp ਦੇ ਰਾਹੀਂ, ਠੀਕ ਹੈ। ਇਹ ਜਿਹੜੇ ਪ੍ਰੋਸੈਸ ਨੇ ਇਹ ਨਵੇਂ ਸਮਨਿੰਗ ਦਾ ਜਿਹੜਾ ਪ੍ਰੋਸੈਸ ਹੈ ਇਹਦੇ ਉੱਤੇ ਵੀ ਰੂਲ ਬਣਾਏ ਜਾ ਸਕਦੇ ਨੇ। ਮੇਨਟੇਨੈਂਸ, ਕਸਟਡੀ, ਮੂਵੇਬਲ ਪ੍ਰੋਪਰਟੀ ਹੈ, ਕੋਈ ਕਸਟਡੀ ਦੇ ਵਿੱਚ ਹੈਗੀ ਹੈ, ਕਿੱਥੇ ਉਹ ਕਿਵੇਂ ਰੱਖੀ ਜਾਣੀ ਹੈ, ਮਾਲਖਾਨੇ 'ਚ ਰੱਖੀ ਜਾਣੀ ਹੈ, ਕਿੱਥੇ ਰੱਖੀ ਜਾਣੀ ਹੈ, ਕੋਰਟ ਦੇ ਜਿਹੜਾ ਮਾਲਖਾਨਾ ਬਣਿਆ ਹੁੰਦਾ ਉੱਥੇ ਮੂਲ ਪ੍ਰਾਪਰਟੀ ਨੂੰ ਕਿਵੇਂ ਸੰਭਾਲਣਾ ਹੈ, ਉਹਦੇ ਸੰਬੰਧੀ ਵੀ ਰੂਲ ਬਣਾਏ ਜਾਂਦੇ ਨੇ, ਕਿਹਦੀ ਜ਼ਿੰਮੇਵਾਰੀ ਹੋਏਗੀ, ਕੌਣ ਦੇਖੇਗਾ, ਕੀ ਉਹਦੀ ਇੰਸਪੈਕਸ਼ਨ ਕਿਵੇਂ ਹੁੰਦੀ ਹੈ। ਪ੍ਰੋਸੀਜਰ ਇਨ ਦਾ ਸੂਟਸ, ਕਾਊਂਟਰ ਕਲੇਮ, ਜੇ ਕੋਈ ਦੂਜੀ ਪਾਰਟੀ ਜਿਹਦੇ ਖਿਲਾਫ ਦਾਅਵਾ ਕੀਤਾ ਜਾਂਦਾ ਉਹਦੀ ਪਲੇਂਟ ਕਿਵੇਂ ਹੋਏਗੀ, ਪਲੇਂਟ ਦੀ ਰਿਟਰਨ ਸਟੇਟਮੈਂਟ ਕਿਵੇਂ ਹੋਏਗੀ, ਜਿਹੜੀ ਰਿਟਰਨ ਸਟੇਟਮੈਂਟ 'ਚ ਦੂਜੀ ਪਾਰਟੀ ਨੇ ਕੋਈ ਆਪਦਾ ਕਾਊਂਟਰ ਕਲੇਮ ਕਰਨਾ ਵੀ ਮੈਨੇ ਵੀ ਇਹ ਤੋਂ ਪੈਸਾ ਲੈਣੇ ਆ, ਮੇਰਾ ਵੀ ਇਹਦੇ ਪ੍ਰਤੀ ਆਹ ਕਲੇਮ ਹੈਗਾ, ਤਾਂ ਕਾਊਂਟਰ ਕਲੇਮ ਦਾ ਪ੍ਰੋਸੈਸ ਕੀ ਹੋਏਗਾ। ਪ੍ਰੋਪਰਟੀ ਅਟੈਚ, ਜੇ ਕੋਈ ਪ੍ਰੋਪਰਟੀ ਅਟੈਚ ਕੀਤੀ ਜਾਂਦੀ ਹੈ, ਸੀਲ ਕੀਤੀ ਜਾਂਦੀ ਹੈ, ਉਹਦਾ ਪ੍ਰੋਸੀਜਰ ਕਿਵੇਂ ਅਡਾਪਟ ਕੀਤਾ ਜਾਵੇਗਾ, ਠੀਕ ਹੈ। ਪ੍ਰੋਸੀਜਰ ਵੇਅਰ ਡਿਫੈਂਡੈਂਟ ਕਲੇਮ, ਜਿੱਥੇ ਡਿਫੈਂਡੈਂਟ ਕਲੇਮ ਕਰਦਾ ਹੈ ਉਹ ਕਿਵੇਂ ਡਿਫੈਂਡੈਂਟ ਕੀ ਕਲੇਮ ਕਰੇਗਾ, ਕਿਵੇਂ ਕਲੇਮ ਕਰੇਗਾ, ਜਿਵੇਂ ਕਿ ਕਾਊਂਟਰ ਕਲੇਮ ਦੀ ਗੱਲ ਕਰਦੇ ਹਾਂ ਆਪਾਂ। ਸਮਰੀ ਪ੍ਰੋਸੀਜਰਸ, ਪਲੈਂਟਿਫ ਸੀਕਸ ਰਿਕਵਰੀ ਡੈਟ, ਮਤਲਬ ਜਦੋਂ ਕੋਈ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਸਿਵਲ ਦਾਅਵੇ ਚੱਲਦੇ ਨੇ, ਸਿਵਲ ਦਾਅਵੇ ਦੇ ਵਿੱਚ ਪ੍ਰੋਸੈਸਿੰਗ ਦੇ ਵਿੱਚ ਕੋਈ ਨਵਾਂ ਕਾਨੂੰਨ ਬਣਾਉਣਾ ਹੈ, ਕੋਈ ਕਾਨੂੰਨ ਅਮੈਂਡਮੈਂਟ ਕੀਤੀ ਜਾਣੀ ਹੈਗੀ ਹੈ, ਠੀਕ ਹੈ, ਉਹ ਸਾਰਾ ਸੈਕਸ਼ਨ 128 ਦੇ ਵਿੱਚ ਆ ਜਾਂਦਾ ਹੈਗਾ। ਆਲ ਦਾ ਫੋਰਮਸ ਬੁੱਕਸ, ਕਿਤਾਬਾਂ ਜਿਹੜੀਆਂ ਬਣੀਆਂ ਨੇ, ਕੋਈ ਜਿਹੜੀਆਂ ਬੁੱਕਸ ਲੱਗੀਆਂ ਹੋਈਆਂ ਨੇ ਕੋਰਟਾਂ ਦੇ ਵਿੱਚ, ਉਹਦਾ ਪਰਫਾਰਮਾ ਕੀ ਹੋਏਗਾ, ਉਹਦੇ ਕੋਲਮਸ ਕੀ ਹੋਣਗੇ, ਕਿਹੜੀ ਕਿਹੜੀ ਬੁੱਕ ਹੋਏਗੀ, ਕੀ ਐਂਟਰੀਆਂ ਉਹਦੇ 'ਚ ਕੀਤੀਆਂ ਜਾਣਗੀਆਂ, ਇਹ ਸਾਰੇ ਹੈਗੇ ਨੇ। ਜੇ ਕੋਈ ਦਾਅਵੇ ਚੱਲਦੇ ਆ, ਕੋਈ ਦਾਅਵਿਆਂ ਨੂੰ ਇਕੱਠਾ ਕਰਨਾ ਹੈ, 3-3 4-4 ਦਾਅਵੇ ਅਲੱਗ-ਅਲੱਗ ਕੋਰਟਾਂ 'ਚ ਚੱਲ ਰਹੇ ਹੈਗੇ ਆ, ਠੀਕ ਹੈ। ਉਹ ਪਾਰਟੀ ਕਹਿੰਦੀਆਂ ਨੇ ਵੀ ਸਾਡਾ ਦਾਅਵਾ ਇੱਕ ਉੱਥੇ ਚੱਲਦਾ, ਇੱਕ ਉੱਥੇ ਚੱਲਦਾ, ਇੱਕ ਉੱਥੇ ਚੱਲਦਾ, ਸਾਨੂੰ 4-4 ਜਗ੍ਹਾ ਪੇਸ਼ੀ ਭੁਗਤਣੀ ਪੈਂਦੀ ਹੈ। ਸੇਮ ਨੇਚਰ ਦੇ ਜਿਹੜੇ ਦਾਅਵੇ ਹੈਗੇ ਆ, 4 ਦਾਅਵੇ ਦਾਇਰ ਕੀਤੇ ਸੀਗੇ ਸੇਮ ਨੇਚਰ ਦੇ, ਅਲੱਗ-ਅਲੱਗ ਕੋਰਟਾਂ 'ਚ ਚਲੇ ਗਏ, ਉਹਨੂੰ ਕੰਸੋਲੀਡੇਟ ਕਰਨਾ ਹੈ, ਇੱਕ ਕੋਰਟ 'ਚ ਲੈ ਕੇ ਆਉਣਾ, ਉਹਦਾ ਪ੍ਰੋਸੈਸ ਕੀ ਹੈਗਾ, ਇੱਦਾਂ ਦੇ ਜਿਹੜੇ ਸਾਰੇ ਪ੍ਰੋਸੈਸ ਨੇ ਉਹ ਰੂਲਾਂ ਵਿੱਚ ਆ ਜਾਂਦੇ ਨੇ, ਠੀਕ ਹੈ ਜੀ। ਜਿਹੜੇ ਰੂਲ ਬਣਾਏ ਜਾਂਦੇ ਨੇ ਸੈਕਸ਼ਨ 128 ਦੇ ਤਹਿਤ ਜਿਹੜੇ ਹੈਗੇ ਆ ਬਣਾਏ ਜਾ ਸਕਦੇ। Next है 129, power of High Court to make rules as to their original civil use procedure, ਜਿਹੜਾ ਆਪਦਾ ਪ੍ਰੋਸੀਜਰ ਅਡਾਪਟ ਕਰਨਾ, ਕੋਈ ਹਾਈ ਕੋਰਟ ਨੇ ਆਪਦੇ ਪ੍ਰੋਸੀਜਰ ਦੇ ਵਿੱਚ ਕੋਈ ਉਹਦੇ ਪ੍ਰੋਸੀਜਰ ਜੋ ਅਡਾਪਟ ਕਰਦੇ ਦਾਅਵੇ ਚੱਲਦੇ ਆ, ਸੌਰੀ ਡਿਗਰੀਜ਼ ਵਗੈਰਾ, ਰਿਟ ਵਗੈਰਾ ਚੱਲਦੀਆਂ ਨੇ, ਉਹਦੇ ਵਿੱਚ ਵੀ ਜਿਹੜੇ ਹਾਈ ਕੋਰਟ ਹੈਗੇ ਰੂਲ ਬਣਾ ਸਕਦੇ ਹੈਗੇ ਆਪਣੇ। ਪਾਵਰ ਆਫ ਅਦਰ ਹਾਈ ਕੋਰਟਸ ਟੂ ਮੇਕ ਜੁਡੀਸ਼ੀਅਲ ਕਪੈਸਿਟੀ, ਜੁਡੀਸ਼ੀਅਲ ਕਮਿਸ਼ਨਰ, ਜਿੱਥੇ ਜੁਡੀਸ਼ੀਅਲ ਕਮਿਸ਼ਨਰ ਹੁੰਦਾ ਉਹ ਗੱਲ ਵੱਖਰੀ ਹੈਗੀ ਹੈ, ਪਰ ਹਾਈ ਕੋਰਟ ਕੋਲੇ ਐਜ਼ ਟੂ ਦਾ ਅਨਦਰ ਮੈਟਰਸ ਅਦਰ ਦੈਨ ਪ੍ਰੋਸੀਜਰਸ ਮੇ ਮੇਕ ਵਿਦ ਦਾ ਪ੍ਰੀਵੀਅਸ ਅਪਰੂਵਲ ਆਫ ਦਾ ਸਟੇਟ ਗਵਰਨਮੈਂਟ। ਕਿਸੇ ਮੈਟਰ ਦੇ ਵਿੱਚ ਜਾ ਕੇ ਕਹਿੰਦੇ ਵੀ ਜਿਹੜੀ ਹਾਈ ਕੋਰਟਸ ਹੈਗੀਆਂ ਨੇ ਉਹਨਾਂ ਨੂੰ ਸਟੇਟ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਪਰਮਿਸ਼ਨ ਵੀ ਲੈਣੀ ਪੈਂਦੀ ਹੈ। ਨੈਕਸਟ ਪਬਲਿਕੇਸ਼ਨ ਆ ਗਈ, ਪਹਿਲਾਂ ਵੀ ਪੜ੍ਹ ਕੇ ਹਟਿਆ। ਰੂਲਸ ਮੇਡ ਇਨ ਅਕੋਰਡੈਂਸ ਅੰਡਰ ਸੈਕਸ਼ਨ 130 ਪਬਲਿਸ਼ਡ ਇਨ ਦਾ ਆਫੀਸ਼ੀਅਲ ਗਜ਼ਟ ਦੇ ਵਿੱਚ ਇਹਨਾਂ ਦੀ ਜਿਹੜੀ ਪਬਲਿਕੇਸ਼ਨ ਹੁੰਦੀ ਹੈ, ਜਦੋਂ ਪਬਲਿਕੇਸ਼ਨ ਹੋ ਗਈ ਦੈਨ ਦੇ ਵਿਲ ਕਮ ਇਨਟੂ ਅ ਫੋਰਸ, ਉਸ ਤਰੀਕ ਤੋਂ ਜਦੋਂ ਪਬਲਿਕੇਸ਼ਨ ਹੋ ਜਾਂਦੀ ਹੈ। ਨੈਕਸਟ ਹੈ ਪਾਰਟ 11 ਮਿਸਲੇਨੀਅਸ, ਇਹ ਇੰਪੋਰਟੈਂਟ ਪਾਰਟ ਹੈ ਜੀ, ਵੈਰੀ ਇੰਪੋਰਟੈਂਟ ਪਾਰਟ ਹੈ। ਸੈਕਸ਼ਨ 132 ਐਗਜ਼ੈਂਪਸ਼ਨ ਆਫ ਸਰਟਨ ਵੂਮੈਨ ਫਰੋਮ ਪਰਸਨਲ ਅਪੀਅਰੈਂਸ, ਕੁਝ ਵੂਮੈਨ ਨੂੰ ਪਰਸਨਲ ਅਪੀਅਰੈਂਸ ਦੇ ਲਈ ਛੋਟ ਦਿੱਤੀ ਜਾਂਦੀ ਹੈ, ਕੋਰਟ ਦੇ ਵਿੱਚ ਖੁਦ ਪੇਸ਼ ਹੋਣ ਦੀ ਬਜਾਏ ਉਹਦੇ ਇਹ ਕਿਹਾ ਜਾਂਦਾ ਵੀ ਉਹਦਾ ਵਕੀਲ ਜਾ ਸਕਦਾ ਹੈ ਜਾਂ ਉਹਦਾ ਰਿਪਰੈਜ਼ੈਂਟ ਜਾ ਸਕਦਾ ਹੈਗਾ। ਉਹ ਕਿੱਥੇ ਛੋਟ ਦਿੱਤੀ ਜਾਂਦੀ ਹੈ? ਵੂਮੈਨ ਹੂ ਅਕੋਰਡਿੰਗ ਟੂ ਕਸਟਮ ਆਫ ਦਾ ਕੰਟਰੀ, ਉਸ ਕੰਟਰੀ ਦਾ ਕੋਈ ਕਸਟਮ ਹੋਵੇ, ਕੋਈ ਰਿਵਾਜ ਹੋਵੇ, ਜਿਸ ਦੇ ਮੁਤਾਬਕ ਆਰ ਨਾਟ ਟੂ ਬੀ ਕੰਪੈਲਡ ਟੂ ਅਪੀਅਰ ਇਨ ਪਬਲਿਕ, ਜਿੱਥੇ ਉਸ ਲੜਕੀ ਨੂੰ, ਲੇਡੀ ਨੂੰ ਉਸ ਦੇਸ਼ ਦੇ ਰਿਵਾਜ ਦੇ ਮੁਤਾਬਕ ਆਮ ਜਨਤਾ ਦੇ ਵਿੱਚ ਆਉਣ ਦਾ ਅਧਿਕਾਰ ਨਾ ਹੋਵੇ, ਠੀਕ ਹੈ, ਆਮ ਜਨਤਾ ਦੇ ਵਿੱਚ ਆਉਣ ਦਾ ਅਧਿਕਾਰ ਨਾ ਹੋਵੇ, ਉਸ ਕੇਸ ਦੇ ਵਿੱਚ ਉਸ ਕੰਟਰੀ ਦੇ ਵਿੱਚ ਜਿਹੜੀ ਹੈਗੀ ਹੈ ਵੂਮੈਨ ਦੀ ਜਿਹੜੀ ਹੈਗੀ ਹੈ ਪਰਸਨਲ ਜਿਹੜੀ ਅਪੀਅਰੈਂਸ ਹੈ ਉਹ ਐਗਜ਼ੈਂਪਟ ਕੀਤੀ ਗਈ ਹੈ। ਪਰ ਨਾਲ ਹੀ ਜੇਕਰ ਇਹ ਕਿਹਾ ਵੀ ਜੇਕਰ ਉਹਦੀ ਜਿਹੜੀ ਪਰਸਨਲ ਅਪੀਅਰੈਂਸ ਐਗਜ਼ੈਂਪਟ ਕੀਤੀ ਗਈ, ਪਰ ਉਹਦੇ ਨਾਲ ਜੇ ਉਹਦੇ ਵੱਲੋਂ ਕੋਈ ਜੁਰਮ ਕੀਤਾ ਗਿਆ ਹੈਗਾ, ਨਾਟ ਐਗਜ਼ੈਂਪਟਡ ਫਰੋਮ ਦਾ ਅਰੈਸਟ
ਉਹਨੂੰ ਅਰੈਸਟ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ, ਉਹਨੂੰ ਅਰੈਸਟ ਕੀਤਾ ਜਾ ਸਕਦਾ ਹੈ ਵੇਅਰ ਅਰੈਸਟ ਨਾਟ ਪ੍ਰੋਹਿਬਿਟਡ ਬਾਈ ਦਾ ਕੋਡ। ਪਰ ਜੇਕਰ ਲਾਅ ਦੇ ਵਿੱਚ ਜਿਹੜੀ ਹੈਗੀ ਹੈ ਉਹਦੀ ਜਿਹੜੀ ਅਰੈਸਟ ਹੈਗੀ ਹੈ ਪ੍ਰੋਹਿਬਿਟ ਕੀਤੀ ਗਈ ਹੈ ਫਿਰ ਤਾਂ ਗੱਲ ਵੱਖਰੀ ਹੈ। ਅਗਰ ਲਾਅ ਦੇ ਵਿੱਚ ਉਹਦੀ ਜਿਹੜੀ ਅਰੈਸਟ ਹੈਗੀ ਹੈ ਪ੍ਰੋਹਿਬਿਟਡ ਨਹੀਂ ਤਾਂ ਉਹਨੂੰ ਹੈਗਾ ਅਰੈਸਟ ਕੀਤਾ ਜਾ ਸਕਦਾ ਹੈ। ਨੈਕਸਟ ਹੈ ਸੈਕਸ਼ਨ 133 exemption of other persons from personal appearance in the court। ਹੋਰ ਕਿਹੜੇ ਵਿਅਕਤੀ ਹੈਗੇ ਆ, ਇਹ ਬਹੁਤ ਇੰਪੋਰਟੈਂਟ ਹੈ ਜੀ। ਸੈਕਸ਼ਨ 133 president of India, personal appearance not required in the court। vice president of India, speaker of house of the people, ਲੋਕ ਸਭਾ ਦਾ ਸਪੀਕਰ, the ministers of the union, ਸੈਂਟਰਲ ਗਵਰਨਮੈਂਟ ਦੇ ਜਿਹੜੇ ਮੰਤਰੀ ਹੁੰਦੇ ਆ, ਠੀਕ ਹੈ ਜੀ, judges of the supreme court, governor of the state and administrator of the duty, ਕਿਸੇ ਵੀ ਸਟੇਟ ਦੇ ਜਿਹੜੇ ਗਵਰਨਰ ਹੈਗੇ ਆ ਜਾਂ ਯੂਟੀ ਦਾ ਐਡਮਿਨਿਸਟ੍ਰੇਟਰ ਹੁੰਦਾ ਜਿਵੇਂ ਚੰਡੀਗੜ੍ਹ, ਠੀਕ ਹੈ ਜੀ, ਜਿਵੇਂ ਯੂਟੀ ਹੈਗੀ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਰ ਹੁੰਦੇ ਆ ਉਹਨਾਂ ਨੂੰ ਵੀ ਪਰਸਨਲ ਕੋਰਟ ਦੇ ਵਿੱਚ ਆਪ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਦੇ ਵੱਲੋਂ ਕੋਈ ਰਿਪਰੈਜ਼ੈਂਟ ਜਾ ਸਕਦਾ ਹੈ, ਕੋਈ ਲੀਗਲ ਆਫਿਸਰ ਜਾ ਸਕਦਾ ਹੈ। ਇਸੇ ਤਰ੍ਹਾਂ ਸਪੀਕਰ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ, ਜਿਹੜੇ ਸਟੇਟਾਂ ਦੇ ਸਪੀਕਰ ਹੁੰਦੇ ਨੇ ਦੇ ਆਰ ਆਲਸੋ ਐਗਜ਼ੈਂਪਟਡ ਟੂ ਅਪੀਅਰ ਇਨ ਪਰਸਨ ਇਨ ਦਾ ਕੋਰਟ। ਚੇਅਰਮੈਨ ਸਟੇਟ ਲੈਜਿਸਲੇਟਿਵ ਕਾਉਂਸਲ, ਜਿਹੜੇ ਕਾਉਂਸਲ ਬਣੀਆਂ ਹੁੰਦੀਆਂ ਨੇ ਸਟੇਟ ਦੀਆਂ, ਉਹਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਵੀ ਐਗਜ਼ੈਂਪਸ਼ਨ ਹੈ ਜੀ। ਇਸ ਤਰ੍ਹਾਂ ਸਟੇਟ ਦੇ ਜਿਹੜੇ ਮਿਨਿਸਟਰ ਹੈਗੇ ਆ, ਮੰਤਰੀ, ਕਿਸੇ ਵੀ ਸਟੇਟ ਦੇ ਮੰਤਰੀ ਨੂੰ ਵੀ ਐਗਜ਼ੈਂਪਟ ਕੀਤਾ ਗਿਆ ਇਨ ਪਰਸਨ ਪੇਸ਼ ਹੋਣ ਤੋਂ ਕੋਰਟ ਦੇ ਵਿੱਚ। ਜੱਜਸ ਆਫ ਦਾ ਹਾਈ ਕੋਰਟ, ਹਾਈ ਕੋਰਟ ਦੇ ਜਿਹੜੇ ਸਾਰੇ ਜੱਜ ਹੈਗੇ ਆ ਉਹਨਾਂ ਨੂੰ ਵੀ ਐਗਜ਼ੈਂਪਟ ਕੀਤਾ ਗਿਆ। ਪਰਸਨਸ ਟੂ ਹੂਮ ਸੈਕਸ਼ਨ 87 B ਅਪਲਾਈ, ਇਹ ਹੈਗੇ ਜੀ 11 ਪਰਸਨਸ ਜਿਨ੍ਹਾਂ ਨੂੰ ਕੋਰਟ ਦੇ ਵਿੱਚ ਖੁਦ ਅਪੀਅਰ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਇਹਨਾਂ ਦੇ ਵੱਲੋਂ ਕੋਈ ਵੀ ਵਿਅਕਤੀ ਜਾ ਕੇ ਜਿਸ ਨੂੰ ਅਥੋਰਾਈਜ਼ ਕੀਤਾ ਜਾਂਦਾ ਹੈਗਾ ਉਹ ਜਾ ਕੇ ਕੋਰਟ ਦੇ ਵਿੱਚ ਪੈਰਵਾਈ ਕਰ ਸਕਦਾ ਹੈ। ਅੱਜ ਦੇ ਨਾਲ ਜਿਹੜਾ ਆਪਣਾ ਅੱਜ ਦਾ ਜਿਹੜਾ ਲੈਕਚਰ ਹੈਗਾ ਇੱਥੇ ਖਤਮ ਕਰਾਂਗੇ ਜੀ। ਹੈਲੋ, ਹਾਂਜੀ ਸਰ ਇਦਾਂ ਦੱਸੋ ਵੀ ਜਿਹੜਾ ਹਾਈ ਕੋਰਟਸ ਹੈ ਇਹ ਰੂਲਸ ਬਣਾ ਦਿੰਦੇ ਆ, ਰੂਲਸ ਬਣਾ ਦਿੰਦੇ ਆ ਵੀ ਤੁਸੀਂ ਪੜ੍ਹਾਤਾ ਕਿ ਸਬਸਟੈਂਸ਼ੀਅਲ ਲਾਅ ਦੇ ਵਿੱਚ ਕੋਈ ਤੋੜ ਭੰਨ ਨਹੀਂ ਕਰਨੀਆਂ, CPC ਦੇ ਰੂਲਸ ਬਣਾ ਲਈਆਂ ਰੈਗੂਲੇਟ ਕਰਨ ਲਈ, ਇਹਨਾਂ ਨੂੰ ਪ੍ਰੋਸੈਸ ਨੂੰ ਸੌਖਾ ਕਰਨ ਲਈ। ਨੈਸ਼ਨਲ ਲੈਵਲ ਤੇ ਰੂਲਸ ਜਿਹੜਾ ਸੁਪਰੀਮ ਕੋਰਟ ਜਾਂ ਉਹਦੀ ਕਮੇਟੀ ਕਿਉਂ ਨਹੀਂ ਬਣਾਉਂਦੀ, ਹਾਈ ਕੋਰਟਸ ਨੂੰ ਕਿਉਂ ਅਧਿਕਾਰ ਦਿੱਤੇ ਗਏ? ਹਰ ਸਟੇਟ ਦੇ ਵਿੱਚ ਨਾ, ਹਰ ਸਟੇਟ ਦੇ ਵਿੱਚ ਵੱਖਰੇ ਵੱਖਰੇ ਪ੍ਰੋਸੈਸ ਚੱਲਦੇ ਹੈਗੇ ਜੀ ਸਰ, ਹਰ ਸਟੇਟ ਦੇ ਵਿੱਚ ਵੱਖਰਾ ਵੱਖਰਾ ਸਿਸਟਮ ਹੈਗਾ। ਕਿਤੇ ਮੰਨ ਲਓ ਹਾਈ ਕੋਰਟ ਇਹ ਰੂਲ ਬਣਾਉਂਦੀ ਹੈ, ਮੇ ਵੀ ਉਹ ਕਿਸੇ ਹੋਰ ਸਟੇਟ 'ਚ ਜਾ ਕੇ ਲਾਗੂ ਨਾ ਹੁੰਦੇ ਹੋਣ, ਉੱਥੇ ਸਿਸਟਮ ਹੀ ਕੋਈ ਹੋਰ ਹੋਵੇ। ਇਸ ਕਰਕੇ ਆਪਦੀ ਜੂਰਿਸਡਿਕਸ਼ਨ ਦੇ ਅਕੋਰਡਿੰਗ ਜਿਸ ਇਲਾਕੇ 'ਚ ਉਹ ਕੋਰਟਾਂ ਕੰਮ ਕਰਦੀਆਂ ਨੇ ਉੱਥੇ ਕੀ ਕੀ ਲੋੜਾਂ ਹੈਗੀਆਂ ਨੇ ਰੂਲ ਬਣਾਉਂਦੀ ਹੈ। ਹਾਈ ਕੋਰਟ ਰੂਲ ਬਣਾਉਂਦੀ ਹੈ, ਜੇ ਸਟੇਟ ਜੇ ਸੈਂਟਰ ਬਣਾਉਂਦੀ ਹੈ, ਮੰਨ ਲਓ ਹੋ ਸਕਦਾ ਉਹ ਦੂਜੀ ਸਟੇਟ ਦੇ ਵਿੱਚ ਜਾ ਕੇ ਐਪਲੀਕੇਬਲ ਨਾ ਹੁੰਦੇ ਹੋਣ, ਉੱਥੇ ਸਿਸਟਮ ਹੀ ਕੋਈ ਹੋਰ ਚੱਲਦਾ ਹੋਵੇ। ਇਸ ਕਰਕੇ ਹਾਈ ਕੋਰਟ ਨੂੰ ਅਧਿਕਾਰ ਦਿੱਤਾ ਗਿਆ ਸੈਂਟਰਲ ਗਵਰਨਮੈਂਟ ਵੱਲੋਂ ਵੀ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਤੁਹਾਡੇ ਕੋਲੇ ਮੁਕੱਦਮੇ ਆਉਂਦੇ ਆ, ਉਹਨਾਂ ਮੁਕੱਦਮਿਆਂ ਨੂੰ ਜਿਵੇਂ ਤੁਸੀਂ ਮੁਕੱਦਮਿਆਂ ਨੂੰ ਸੁਣਨਾ ਹੈ, ਪੈਰਵਾਈ ਕਰਨੀ ਹੈ, ਜਿਵੇਂ ਤੁਹਾਨੂੰ ਲੋੜ ਲੱਗਦੀ ਹੈ। ਜਿਵੇਂ ਕਹਿੰਦੇ ਲੋੜ ਕਾਢ ਦੀ ਮਾਂ ਹੈ, ਸਿੰਪਲ ਜੀ ਗੱਲ ਹੈਗੀ ਜੀ ਸਰ, ਠੀਕ ਹੈ, ਲੋੜ ਕਾਢ ਦੀ ਮਾਂ ਹੈ, ਜਿਹੀ ਤੁਹਾਨੂੰ ਲੋੜ ਲੱਗਦੀ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਆਪਦੇ ਰੂਲ ਬਣਾ ਲੈਣੇ। ਮਤਲਬ ਮੇਨ ਤਾਂ ਪ੍ਰੋਸੈਸ ਨੂੰ ਲਾਗੂ ਕਰਨ ਦੀ ਖਾਤਰ ਬਣਾਏ ਜਾਂਦੇ ਆ, ਹੋਰ ਕੋਈ ਨਵੀਂ ਗੱਲ ਨਹੀਂ ਇਹਦੇ 'ਚ ਕੀਤੀ ਜਾਂਦੀ। ਕੋਈ ਪ੍ਰੋਸੈਸ ਹੈ ਉਹਨੂੰ ਅਡੋਪਟ ਕਰਨਾ ਹੈ। ਜੇ ਕੋਰਟ ਦੇ ਮੂਹਰੇ ਕੋਈ ਐਸਾ ਕੇਸ ਆ ਗਿਆ ਉਹਦੇ ਸੰਬੰਧੀ ਕੋਈ ਕੋਰਟ ਦੇ ਵੀ ਕੋਈ ਰੂਲ ਨਹੀਂ ਹੈਗਾ, ਹੁਣ ਕੀ ਕੀਤਾ ਜਾਵੇ, ਇਹਨੂੰ ਕਿਵੇਂ ਇੰਟਰਪ੍ਰੀਟ ਕੀਤਾ ਜਾਵੇ, ਲੋੜ ਦੇ ਮੁਤਾਬਕ ਬਣਾਏ ਜਾਂਦੇ ਆ। ਇਸ ਕਰਕੇ ਸਟੇਟਾਂ ਨੂੰ ਅਧਿਕਾਰ, ਹਾਈ ਕੋਰਟ ਨੂੰ ਤਾਂ ਅਧਿਕਾਰ ਦਿੱਤਾ ਗਿਆ ਵੀ ਤੁਸੀਂ ਆਪਣੀ ਸਟੇਟ ਦਾ ਕੰਮ ਕਰਨਾ ਹੈ, ਤੁਸੀਂ ਆਪਣੀ ਸਟੇਟ ਦਾ ਕੰਮ ਕਿਵੇਂ ਚਲਾਉਣਾ ਹੈ ਇਹ ਤੁਸੀਂ ਦੇਖਣਾ ਹੈਗਾ। ਜਿਵੇਂ DC ਨੂੰ ਅਧਿਕਾਰ ਦਿੱਤੇ ਜਾਂਦੇ ਆ, ਠੀਕ ਹੈ, DC ਨੇ ਆਪਣੀ ਜ਼ਿਲ੍ਹੇ ਦਾ ਕੰਮ ਦੇਖਣਾ ਵੀ ਮੈਂ ਕਿਵੇਂ ਕਰਨਾ ਹੈ। ਹੋ ਸਕਦਾ ਉਹ ਜਿਹੜਾ ਕੰਮ ਹੈ, ਜਿਹੜਾ ਪ੍ਰੋਸੈਸ ਇੱਕ DC ਅਡੋਪਟ ਕਰ ਰਿਹਾ ਹੈਗਾ, ਉਹ ਪ੍ਰੋਸੈਸ ਹੋਰ ਜ਼ਿਲ੍ਹੇ 'ਚ ਜਾ ਕੇ ਲਾਗੂ ਨਾ ਹੋਵੇ। ਉੱਥੇ ਦੇ ਜਿਹੜੇ ਲੋਕ ਨੇ, ਉੱਥੇ ਦੀ ਜਨਤਾ ਹੈਗੀ ਹੈ, ਉਹ ਕੁਝ ਹੋਰ ਚਾਹੁੰਦੇ ਹੋਣ, ਇਸ ਕਰਕੇ ਹੁੰਦਾ ਹੈਗਾ। ਇੱਕ ਸਰ ਤੁਸੀਂ ਪੜਾਇਆ ਪਬਲਿਕ ਚੈਰਿਟੀ ਦਾ, ਹਾਂ,
ਪਬਲਿਕ ਪ੍ਰਾਪਰਟੀ ਦਾ ਇਹਦੇ ਵਿੱਚ ਸੇਮ ਹੀ ਆ ਜਾਂਦਾ, ਜਿੱਦਾਂ ਟਰਸਟ ਆ ਕੋ ਭੰਗ ਕਰਨਾ ਜਾਂ ਕੁਝ ਵੀ, ਇਹ ਤਾਂ ਇੰਡਸਟਰੀ ਦੇ ਵਿੱਚ ਵੀ ਸਾਂਝਾ ਇੱਕ ਨਾਮ ਆ ਜਾਂਦਾ, ਜਿੱਦਾਂ ਇੰਡਸਟਰੀ ਦਾ ਨਾਮ ਆ ਜਾਂਦਾ, ਉਹਦੇ ਵਿੱਚੋਂ ਕਿਸੇ ਨੂੰ ਕਰਨਾ, ਉਹ ਕਿਹੜੇ ਰੂਲਸ ਦੇ ਵਿੱਚ ਹੈ? ਇੰਡਸਟਰੀ ਕਿਵੇਂ? ਇੰਡਸਟਰੀਅਲ, ਜਿੱਦਾਂ ਕਿਸੇ ਨੇ ਸਾਂਝੀ ਇੰਡਸਟਰੀ ਖੋਲੀ ਆ, ਉਹਨੇ ਨਾਮ ਰੱਖ ਲਿਆ, ਉਹ ਨਹੀਂ, ਨਹੀਂ। ਇੰਡਸਟਰੀ ਦੇ ਨਾਮ ਤੇ ਜ਼ਮੀਨ ਕਰਾ ਇੰਡਸਟਰੀ ਦਿੰਦਾ, ਇੰਡਸਟਰੀ ਕਰਾ ਨਹੀਂ ਦਿੰਦਾ, ਦੇਖੋ, ਉਹ ਦੁਆਰਾ ਉਹਨਾਂ ਚੀਜ਼ਾਂ ਨੂੰ ਜਾਂ ਕਿਸੇ partner ਤੋਂ ਇੰਡਸਟਰੀ ਵਿੱਚੋਂ ਕੱਢਣਾ ਜਾਂ ਇੰਡਸਟਰੀ ਕਰਨਾ, ਇੰਡਸਟਰੀ ਜਿਹੜੀ ਦੇਖੋ, ਜਿਹੜੀ ਇੰਡਸਟਰੀ ਹੈਗੀ ਹੈ, ਉਹ ਇੰਡਸਟਰੀ ਦੇ ਕੋਈ ਪਾਰਟਨਰ ਹੋਣਗੇ, ਹਾਂਜੀ ਹਾਂਜੀ ਉਹੀ ਪੁੱਛ ਰਿਹਾ ਸਰ। ਠੀਕ ਹੈ, ਇੰਡਸਟਰੀ ਦੇ ਪਾਰਟਨਰ ਹੋਣਗੇ। ਹਾਂਜੀ ਪਾਰਟਨਰਸ਼ਿਪ ਫਰਮ ਹੈ ਜਿਹੜੀ ਉਹ ਰਜਿਸਟਰਡ ਹੁੰਦੀ ਹੈ, ਜੀ ਸਰ। ਰਜਿਸਟਰ ਆਫ ਦਾ ਕੋਆਪਰੇਟਿਵ, ਰਜਿਸਟਰ ਆਫ ਦਾ ਫਰਮਸ, ਰਜਿਸਟਰ ਆਫ ਦਾ ਫਰਮਸ। ਸਿਵਲ ਚ ਨਹੀਂ ਜਾਣਾ ਨਾ ਜੀ ਉਹ ਕੇਸ, ਨਹੀਂ ਨਹੀਂ, ਫਰਮ ਦੇ ਰਜਿਸਟਰ ਆਫ ਦਾ ਫਰਮ ਦੇ ਵਿੱਚ ਜਾ ਕੇ ਰਜਿਸਟਰਡ ਹੋਏਗੀ। ਇਹਦੇ ਲਈ ਦੇਖੋ ਮੈਂ ਦੱਸਦਾ ਤੁਹਾਨੂੰ, ਇਹਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਜਿਹੜੀ ਸਾਡੀ ਇੱਕ ਕਮੇਟੀ ਬਣੀ ਹੋਈ ਹੈ ਸਟੇਟ ਲੈਵਲ ਦੀ, ਜਿਹਨੂੰ ਜੀ। ਪ੍ਰੈਜ਼ਾਈਡ ਕਰਦੇ ਹੈ DLR ਸਾਹਿਬ, ਠੀਕ ਹੈ। ਉਸ ਕਮੇਟੀ ਦੇ ਵਿੱਚ ਇਹ ਕੁਐਸਚਨ ਪੁੱਟ ਅਪ ਹੋਇਆ ਸੀਗਾ ਵੀ ਜਿਹੜੀਆਂ ਕੁਝ ਫਰਮਾਂ ਹੁੰਦੀਆਂ ਨੇ, ਫਰਮਾਂ ਦੇ ਨਾਂ ਤੇ ਕੁਝ ਪ੍ਰਾਪਰਟੀਆਂ ਹੁੰਦੀਆਂ ਨੇ, ਹਾਂਜੀ ਠੀਕ ਹੈ, ਉਹਨਾਂ ਪ੍ਰਾਪਰਟੀਆਂ ਨੂੰ ਕੋਈ ਫਰਮ ਡਿਸਪੋਜ਼ ਆਫ ਕਰਨਾ ਚਾਹੁੰਦੀ ਹੈ, ਹਾਂਜੀ ਤਾਂ ਕੌਣ ਸੀਲ ਕਰੇ ਉਸ ਪ੍ਰਾਪਰਟੀ ਨੂੰ? ਜੀ ਹੂ ਇਜ਼ ਦਾ ਰਾਈਟ ਹੋਲਡਰ, ਹੂ ਇਜ਼ ਦਾ ਰਾਈਟ ਹੋਲਡਰ? ਮੰਨ ਲਓ ਪਾਰਟਨਰਸ਼ਿਪ ਦੀ ਡੈਥ ਹੋ ਗਈ, ਹਾਂਜੀ ਹੂ ਇਜ਼ ਦਾ ਨੈਕਸਟ ਪਾਰਟਨਰ? ਸਾਨੂੰ ਕੀ ਪਤਾ ਹੈ? ਸਾਡੇ ਕੋਲ ਪ੍ਰਾਪਰਟੀ ਲੈਂਡ ਰਿਕਾਰਡ ਦੇ ਵਿੱਚ ਕੰਪਨੀ ਦੇ ਨਾਂ ਤੇ ਹੈਗੀ ਹੈ, ਕੰਪਨੀ ਦੇ ਫਰਮ ਦੇ ਨਾਂ ਤੇ ਹੈਗੀ ਹੈ, ਫਰਮ ਦੇ ਨਾਲ ਦੋ ਜਿਹੜੇ ਲੀਗਲ ਹੇਅਰਸ ਨੇ ਉਹਨਾਂ ਦਾ ਨਾਂ ਲਿਖ ਰੱਖਿਆ ਹੈਗਾ। ਹੁਣ ਜਿਹੜੀ ਫਰਮ ਹੈਗੀ ਹੈ, ਫਰਮ ਦੇ ਜਿਹੜੇ ਪਾਰਟਨਰ ਹੈਗੇ ਆ, ਇਹ ਕੋਈ ਜ਼ਰੂਰੀ ਥੋੜਾ ਹੈ ਵੀ ਉਹਦੇ ਫਰਮ ਦੇ ਜਿਹੜੇ ਪਾਰਟਨਰ ਉਹਦੇ ਲੀਗਲ ਹੇਅਰਸ ਹੀ ਹੋਣ। ਜੀ ਸਰ। ਫਰਮ ਦਾ ਆਪਦੇ ਜਿਹੜੇ ਪਾਰਟਨਰ ਹੈਗੇ, ਫਰਮ ਦੇ ਜਿਹੜੇ ਆਪਦਾ ਉਹਨਾਂ ਦਾ ਜਿਹੜਾ ਫਰਮ ਦੇ ਵਿਚਕਾਰ ਆਪਸੀ ਜਿਹੜਾ ਹੈਗਾ ਕੋਈ ਰੂਲ ਉਹ ਪਾਇਆ ਜਾਂਦਾ ਹੈਗਾ, ਮਤਾ ਪਾਇਆ ਜਾਂਦਾ ਹੈ, ਮਤਾ ਪਾ ਕੇ ਜਿਹੜੀ ਫਰਮ ਹੈਗੀ ਆਪਦੇ ਪਾਰਟਨਰ ਨੂੰ ਚੇਂਜ ਕਰਦੀ ਹੈ। ਕੋਈ ਜਿਹੜਾ ਪਾਰਟਨਰ ਹੈਗਾ ਉਹ ਕੁਇਟ ਵੀ ਕਰ ਸਕਦਾ ਹੈ, ਉਹਦੇ ਸਾਹਮਣੇ ਨਵਾਂ ਪਾਰਟਨਰ ਵੀ ਆ ਸਕਦਾ ਹੈਗਾ। ਇਸ ਕਰਕੇ ਸਰਕਾਰ ਵੱਲੋਂ ਇਹ ਫੈਸਲਾ ਲੈਣ ਦੇ ਲਈ ਸੋਚਿਆ ਜਾ ਰਿਹਾ ਹੈ ਵੀ ਸਿਰਫ ਅਸੀਂ ਉਹਨਾਂ ਫਰਮਾਂ ਨੂੰ ਹੀ ਰੈਗੂਲੇਟ ਕਰੀਏ ਜਿਹੜੀਆਂ ਫਰਮਾਂ ਰਜਿਸਟਰ ਆਫ ਦਾ ਫਰਮ ਦੇ ਕੋਲੇ ਰਜਿਸਟਰ ਹੋਈਆਂ ਹੋਣ, ਰਜਿਸਟਰ ਫਰਮ ਦੇ ਕੋਲੇ ਰਜਿਸਟਰ ਹੋਈਆਂ ਹੋਣ, ਤੇ ਉੱਥੇ ਹੀ ਜੇ ਕੋਈ ਫਰਮ ਫਰਮ ਦਾ ਜੇ ਕੋਈ ਪਾਰਟਨਰ ਅਮੈਂਡ ਹੁੰਦਾ ਹੈ, ਫਰਮ ਦਾ ਕੋਈ ਪਾਰਟਨਰ ਨਿਕਲਦਾ ਨਾਮਾ ਪੈਂਦਾ ਹੈ, ਤੇ ਉੱਥੋਂ ਹੀ ਆਰਡਰ ਹੋਇਆ ਹੋਵੇ, ਉਸ ਆਰਡਰ ਦੇ ਅਕੋਰਡਿੰਗ ਅਸੀਂ ਫਰਦਰ ਜਿਹੜੀ ਹੈਗੀ ਵੀ ਰਜਿਸਟਰੀ ਕਰਨੀ ਹੈ, ਕੋਈ ਇੰਤਕਾਲ ਕਰਨਾ ਹੈਗਾ, ਐਸ ਪਰ ਦੇਅਰ ਆਰਡਰ ਅਸੀਂ ਰੈਗੂਲੇਟ ਕਰੀਏ। ਠੀਕ ਹੈ ਸਰ। ਇਹ ਅੰਡਰ ਕੰਸੀਡਰੇਸ਼ਨ ਹੈਗਾ। ਇਹਦੇ ਸੰਬੰਧ ਵਿੱਚ ਅਸੀਂ ਆਪਦੇ ਵੱਲੋਂ ਰਿਕਮੈਂਡੇਸ਼ਨ ਭੇਜਾਂਗੇ ਗਵਰਨਮੈਂਟ ਨੂੰ ਰਿਕਮੈਂਡੇਸ਼ਨ ਭੇਜੀਆਂ ਜਾਣਗੀਆਂ, ਇਹਦੇ ਅਕੋਰਡਿੰਗ ਅੱਗੇ ਸਰਕਾਰ ਨੇ ਕੀ ਫੈਸਲਾ ਕਰਨਾ ਹੈਗਾ ਫਿਰ ਉਹ ਦੇਖਿਆ ਜਾਏਗਾ ਕੀ ਹੋਏਗਾ। ਪਰ ਇਹ ਜਿਹੜੀ ਪ੍ਰੋਬਲਮ ਹੈਗੀ ਹੈ, ਇਹ ਪ੍ਰੈਕਟਿਸ ਆਂਦੀ ਹੈਗੀ ਹੈ ਜਦੋਂ ਰਜਿਸਟ੍ਰੇਸ਼ਨ ਵਰਕ ਹੁੰਦਾ ਜਾਂ ਇੰਤਕਾਲ ਹੁੰਦੇ ਨੇ, ਪਟਵਾਰੀਆਂ ਤੇ ਅੱਗੇ ਪ੍ਰੈਸ਼ਰ ਪਾਇਆ ਜਾਂਦਾ ਹੈ ਵੀ ਇੰਤਕਾਲ ਦਰਜ ਕਰੋ, ਇੱਦਾਂ ਕਰੋ, ਇੱਦਾਂ ਕਰੋ, ਠੀਕ ਹੈ। ਹਾਂ, ਤੇ ਤਹਿਸੀਲਦਾਰਾਂ ਕੋਲੇ ਵੀ ਆ ਕੇ ਮਤਲਬ ਕਿ ਪਾਰਟੀਆਂ ਵੱਲੋਂ ਆ ਕੇ ਕਿਹਾ ਜਾਂਦਾ ਸਾਡੀ ਰਜਿਸਟਰੀ ਕਰੋ, ਅਸੀਂ ਤਾਂ ਆਹ ਪਾਰਟਨਰ ਹੁਣ ਹੈਗੇ ਆ। ਉੱਥੇ ਉਦੋਂ ਬਾਅਦ ਕੀ ਹੁੰਦਾ, ਕਈ ਵਾਰੀ ਇਹੋ ਜਿਹੇ ਕੇਸ ਡਿਸਪਿਊਟ 'ਚ ਵੀ ਹੈਗੇ ਨੇ, ਪਾਰਟਨਰ ਕੋਈ ਹੋਰ ਸੀਗਾ, ਰਜਿਸਟਰੀ ਕੋਈ ਪ੍ਰਾਪਰਟੀ ਕੋਈ ਹੋਰ ਸੇਲ ਕਰ ਗਿਆ, ਫਰਮ ਦੀ ਪ੍ਰਾਪਰਟੀ ਸੀ ਵਿੱਚ ਨਹੀਂ ਲਾਈਕ ਇੰਟਾਈਟਲਮੈਂਟ ਕਿਸੇ ਹੋਰ ਦੀ ਸੀ, ਸੇਲ ਕੋਈ ਹੋਰ ਕਰ ਗਿਆ। ਉੱਥੇ ਜਿਹੜੇ ਫਿਰ ਸਾਡੇ ਜਿਹੜੇ ਆਫਿਸਰ ਹੁੰਦੇ ਆ ਉਹਨਾਂ ਨੂੰ ਵੀ ਫਿਰ ਪ੍ਰੋਬਲਮ ਕ੍ਰੀਏਟ ਹੁੰਦੀ ਹੈਗੀ ਹੈ। ਇਸ ਕਰਕੇ ਇਹਦੇ ਸੰਬੰਧ ਵਿੱਚ ਚੱਲ ਰਹੀ ਕਾਰਵਾਈ ਦੇਖਦੇ ਹਾਂ ਕੀ ਹੁੰਦਾ ਹੈਗਾ। ਰਿਕਮੈਂਡੇਸ਼ਨ ਸਾਡੇ ਵੱਲੋਂ ਜਾਣਗੀਆਂ ਕਮੇਟੀ ਵੱਲੋਂ, ਅੱਗੇ ਸਰਕਾਰ ਨੇ ਫੈਸਲਾ ਲੈਣਾ ਕੀ ਹੈ। ਠੀਕ ਹੈ ਜੀ। ਸਰ ਅਪੀਲ, ਰੈਫਰੈਂਸ, ਰਿਵਿਊ, ਰਿਵੀਜ਼ਨ ਇਹ ਸਿਲੇਬਸ 'ਚ ਤਾਂ ਨਹੀਂ ਹੈਗਾ, ਇਹ ਅੱਜ ਪੜ੍ਹਾਏ ਨੇ ਤੁਸੀਂ, ਚਲੋ ਸਿਲੇਬਸ 'ਚੋਂ ਵੀ ਕੱਢੇ ਹੋ, ਪਰ ਇੱਥੇ ਕੁਐਸਚਨ ਕਈ ਵਾਰ ਆ ਜਾਂਦਾ, ਜਿਸ ਵੇਲੇ ਨੈਕਸਟ ਲੈਕਚਰ ਲਾਉਂਗੇ ਇਹਦਾ ਥੋੜਾ ਡਿਫਰੈਂਸ ਦੱਸ ਦਿਓ, ਤਾਂ ਕਿ ਜੇ ਲਿਖਣਾ ਆਪਣੇ ਕੋਲੋਂ ਵੀ ਲਿਖਣਾ ਹੋਵੇ ਤਾਂ ਲਿਖ ਦਈਏ ਅਸੀਂ। ਕੋਈ ਗੱਲ ਨਹੀਂ, ਠੀਕ ਹੈ, ਦੱਸ ਦਾਂਗੇ। ਹਾਂ ਠੀਕ, ਥੈਂਕ ਯੂ ਸਰ, ਠੀਕ ਹੈ। ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ। ਸਰ ਇੱਕ ਮੇਰਾ ਕੁਐਸਚਨ ਹੈ, 2 ਮਿੰਟ ਦੇ ਸਕਦੇ? ਹਾਂਜੀ ਹਾਂ ਬੋਲੋ। ਸਰ ਸਾਡੇ ਨਾ ਜੀ ਮਤਲਬ ਜਿਹੜੀ ਨੈਸ਼ਨਲ ਹਾਈਵੇ ਲੰਘ ਰਹੀ ਹੈ ਜੀ, ਕਿਹੜੀ ਦਿੱਲੀ ਜੰਮੂ ਕਟੜਾ ਸਾਹਿਬ ਦੀ ਹੁਣ ਡਾਇਰੈਕਟ ਕਿਹੜੀ ਏਰੀਆ ਦੀ ਗੱਲ ਕਰਦੇ ਹੋ? ਸਰ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ। ਮੇਜਰ ਸਿੰਘ, ਤੁਸੀਂ ਕਿੱਥੇ ਲੱਗੇ ਹੋਏ ਹੋ? ਹਾਂਜੀ ਸਰ ਮੈਂ ਧੂਰੀ ਜੀ। ਧੂਰੀ, ਓਕੇ। ਹਾਂ, ਜੰਮੂ ਕਟੜਾ ਨੈਸ਼ਨਲ ਹਾਈਵੇ ਜਿਹੜੀ ਨਿਕਲ ਰਹੀ ਹੈ ਪਾਤਨਾ ਵਗੈਰਾ ਤੋਂ, ਪਾਤਨਾ ਸਾਈਡ ਤੋਂ ਹੋ ਕੇ, ਅਸੀਂ ਉਹਦੇ ਰਜਿਸਟਰ ਅਸੈਸਮੈਂਟ ਤਿਆਰ ਕਰ ਲਈ। ਠੀਕ ਹੈ। ਡਿਸਬਰਸਮੈਂਟ ਵੇਲੇ ਸਾਨੂੰ ਮਤਲਬ ਕਦੇ ਤਾਂ ਐਸਐਮ ਸਾਹਿਬ ਕਹਿੰਦੇ ਨੇ ਵੀ ਇਕੱਲੇ ਆਪਾਂ ਮਾਲਕਾਂ ਨੂੰ ਪੈਸੇ ਦੇਣੇ ਨੇ, ਮੁਸਤਰੀ ਨੂੰ ਕੋਈ ਪੈਸਾ ਨਹੀਂ ਦੇਣਾ। ਕਹਿੰਦੇ ਮੁਸਤਰੀ ਦੀ ਗੱਲ ਆ ਜਾਂਦੀ ਵਿੱਚੋਂ, ਇਹ ਗੱਲ ਹੁਣ ਤੱਕ ਸਾਨੂੰ ਕਲੀਅਰ ਨਹੀਂ ਹੋਈ ਵੀ ਅਸੀਂ ਪੈਸੇ ਕਿਹਨੂੰ ਦਈਏ। ਜਿਹੜੀ ਪੇਮੈਂਟ ਹੁੰਦੀ ਹੈ ਦੇਖੋ ਓਨਰ ਨੂੰ ਹੁੰਦੀ ਹੈ, ਸਿੰਪਲ ਜੀ ਗੱਲ ਹੈਗੀ ਹੈ। ਓਨਰ ਦੀ ਓਨਰ ਆਪਾਂ ਮੁਸਤਰੀ ਨੂੰ ਓਨਰ ਮੰਨਾਂਗੇ ਜਾਂ ਨਾ ਮੰਨਾਂਗੇ ਜੀ? ਮੁਸਤਰੀ ਓਨਰ ਹੈ, ਨਹੀਂ ਕਿਉਂ ਓਨਰ?
ਮੁਸ਼ਤਰੀ ਪ੍ਰੋਪਰਟੀ ਮਤਲਬ ਨਹੀਂ ਮੁਸ਼ਤਰੀ ਜੇ ਮੁਸ਼ਤਰੀ ਪ੍ਰੋਪਰਟੀ ਸੇਲ ਕਰ ਸਕਦਾ ਹੈ, ਮੁਸ਼ਤਰੀ ਲੋਨ ਲੈ ਸਕਦਾ ਹੈ, ਮੁਸ਼ਤਰੀ ਪ੍ਰੋਪਰਟੀ ਵੇਚ ਸਕਦਾ ਹੈ ਆਪਣੀ, ਠੀਕ ਹੈ, ਅਸੀਂ then he is the owner। ਸਾਰੇ ਪਟਵਾਰੀ ਦੇ ਕਾਨੂੰਨ ਤਾਂ ਇਸ ਗੱਲ ਨਾਲ ਸਹਿਮਤ ਨੇ ਬਈ ਜਿਹੜੀ ਇਹਦੇ ਪੈਸੇ ਨੇ ਇਹ ਜਿਹੜਾ ਮੁਸ਼ਤਰੀ ਹੈ ਉਹਨੂੰ ਦੇਣੇ ਚਾਹੀਦੇ ਨੇ। ਕੋਈ ਸ਼ਾਮਲਾਤ ਦੀ ਜ਼ਮੀਨ ਹੈ, ਹੈ ਜੀ, ਕੋਈ ਸ਼ਾਮਲਾਤ ਦੀ ਲੈਂਡ ਹੈ। ਨਹੀਂ ਸ਼ਾਮਲਾਤ ਨਹੀਂ ਸਰ, ਓਨਰ ਦੀ ਹੈ, ਖਾਨਾ ਕਾਸ਼ ਦੀ। ਦੇਖੋ ਖਾਨਾ ਕਾਸ਼ ਦੀ ਮਾਲਕੀ ਜੇ ਕੋਈ ਓਨਰ, ਜੇ ਕੋਈ ਮੁਸ਼ਤਰੀ ਹਿੱਸੇ ਤੋਂ ਵੱਧ ਕੋਈ ਮਾਲਕ ਵੱਲੋਂ ਸੇਲ ਕੀਤਾ ਹੋਇਆ ਹੈ ਫਿਰ ਤਾਂ ਗੱਲ ਵੱਖਰੀ ਹੈ। ਜੇਕਰ ਸ਼ੇਅਰ ਤੋਂ ਵੱਧ ਕਿਸੇ ਨੇ ਸੇਲ ਕੀਤਾ ਹੋਇਆ ਹੈ ਫਿਰ ਤਾਂ ਗੱਲ ਵੱਖਰੀ ਹੈਗੀ ਆ, ਉਹਨਾਂ ਰਕਬਾ ਉਹਦਾ ਛੱਡ ਦਿਓ। ਸ਼ੇਅਰ ਤੋਂ ਵੱਧ ਕਬਜ਼ਾ ਜੇਕਰ ਸ਼ੇਅਰ ਤੋਂ ਵੱਧ ਕਿਸੇ ਮੁਸ਼ਤਰੀ ਨੇ ਰਕਬਾ ਪਰਚੇਜ ਕੀਤਾ ਹੋਇਆ ਕਿਸੇ ਸ਼ੇਅਰ ਹੋਲਡਰ ਤੋਂ, ਠੀਕ ਹੈ, ਫਿਰ ਤਾਂ ਉਹਨੂੰ ਜ਼ਿਆਦਾ ਅਮਾਉਂਟ ਦੇਣੀ ਨਹੀਂ ਬਣਦੀ ਹੈਗੀ। ਪਰ ਇਨ ਸ਼ੇਅਰ ਤਾਂ ਜਿਹੜਾ ਮੁਸ਼ਤਰੀ ਆ ਉਹੀ ਮਾਲਕ ਹੈਗਾ, ਮੁਸ਼ਤਰੀ ਸਾਡੇ ਕਈ ਕੇਸਾਂ ਇਹ ਨੇ ਵੀ ਜਿਹੜੇ ਮਾਲਕ ਅਸਲ ਮਾਲਕ ਦੇ ਅੱਜ ਤੋਂ 20-25 ਸਾਲ ਪਹਿਲਾਂ ਵੇਚ ਕੇ ਕੋਈ ਕਿਸੇ ਸ਼ਹਿਰ ਚਲੇ ਗਿਆ, ਦੂਸਰੇ ਸ਼ਹਿਰ ਚਲੇ ਗਿਆ ਜੀ, ਉੱਥੇ ਮੁਸ਼ਤਰੀ ਹੀ ਖਰੀਦ ਫਰੋਖਤ ਕਰਦੇ ਨੇ। ਕਰਨਗੇ ਹੀ, ਮੁਸ਼ਤਰੀ ਤਾਂ ਕਰ ਹੀ ਸਕਦਾ ਖਰੀਦੋ ਫਰੋਖਤ। ਤੇ ਮੁਸ਼ਤਰੀ ਹੁਣ ਸਾਡੇ ਮਤਲਬ ਐਸਐਮ ਸਾਹਿਬ ਕਹੀ ਜਾਂਦੇ ਨੇ ਵੀ ਤੁਸੀਂ ਮਾਲਕਾਂ ਨੂੰ ਪੈਸੇ ਦੇਣੇ ਨੇ, ਇਗਨੋਰ ਕਰ ਦਿਓ ਮੁਸ਼ਤਰੀਆਂ ਨੂੰ। ਮੁਸ਼ਤਰੀ ਹਾਜ਼ਰ ਨਹੀਂ ਹੈਗੇ ਨਾ, ਸੌਰੀ ਮਾਲਕਾਂ ਨੂੰ, ਮਾਲਕ ਹਾਜ਼ਰ ਨਹੀਂ, ਮੁਸ਼ਤਰੀਆਂ ਨੂੰ ਮਾਲਕਾਂ ਚ ਲੈ ਜਾਓ। ਉਹ ਤਾਂ ਫਿਰ ਰੌਂਗ ਪੇਮੈਂਟ ਹੋ ਗਈ ਨਾ ਜੀ। ਹੈ ਜੀ, ਉਹ ਤਾਂ ਫਿਰ ਰੌਂਗ ਪੇਮੈਂਟ ਹੋ ਗਈ। ਅਸੀਂ ਤਾਂ ਜਦੋਂ ਮਾਲਕ ਆਪਣਾ ਸ਼ੇਅਰ ਜਦੋਂ ਮਾਲਕ ਆਪਣਾ ਸ਼ੇਅਰ ਸੇਲ ਹੀ ਕਰ ਗਿਆ ਤੇ ਉਸ ਨੂੰ ਦੁਬਾਰਾ ਪੈਸੇ ਤੁਸੀਂ ਕਿਉਂ ਦਿਓਗੇ? ਮੁਸ਼ਤਰੀ ਨੂੰ 100% ਮੁਸ਼ਤਰੀ ਨੂੰ ਹੈ ਸਰ ਕੋਈ ਰੂਲ ਹੈ ਨਹੀਂ ਸਰ, ਕੋਈ ਰੂਲ ਜਾਂ ਲਾ ਲੂ ਹੈਗਾ ਜੀ? ਮਤਲਬ ਉਹ ਕਹਿੰਦੇ ਲਾ ਨਹੀਂ ਹੈਗਾ ਇਹ। ਉਹ ਕਹਿੰਦੇ ਨੇ ਸਰ ਵੀ ਜਿਹੜਾ ਖਾਨਾ ਕਾਸ਼ਤਕਾਰ ਹੈ ਉਹਦਾ ਮਾਲਕੀ ਚ ਕੰਸੀਡਰ ਕਰੋ, ਉਸ ਹਿਸਾਬ ਨਾਲ ਰੇਸ਼ੋ ਬਣਾ ਕੇ ਦਿਓ। ਫਿਰ ਕੀ ਹੈ, ਉਹਨੂੰ ਤੁਸੀਂ ਮਾਲਕ ਕੰਸੀਡਰ ਕਰ ਲਓ। ਉਹਦਾ ਜਿਹੜਾ ਦੇਖੋ ਗੱਲ ਸੁਣੋ, ਲਾਅ ਪਤਾ ਕੀ ਹੈ? ਲਾਅ ਇਹ ਹੈਗਾ, ਦੇਖੋ ਤੁਸੀਂ ਅੱਗੇ ਜਾ ਕੇ ਐਜ਼ ਏ ਰੈਵਨਿਊ ਅਫਸਰ, ਤੁਸੀਂ ਅੱਗੇ ਜਾ ਕੇ ਰੈਵਨਿਊ ਅਫਸਰ ਦੇ ਤੌਰ ਤੇ ਕੰਮ ਕਰਨਾ ਹੈ, ਠੀਕ ਹੈ। ਲਾਅ ਕੀ ਹੈ? ਲਾਅ ਇਹ ਹੈਗਾ ਜੇ ਕੋਈ ਸਪੈਸੀਫਿਕ ਪਰਚੇਜ਼ਰ ਹੈਗਾ ਤਾਂ ਉਹਨੂੰ ਸਪੈਸੀਫਿਕ ਪਰਚੇਜ਼ਰ ਨਹੀਂ ਸੀ ਮੰਨਣਾ ਹੁੰਦਾ, ਉਹ ਹੁੰਦਾ ਹੈ ਸ਼ੇਅਰ ਹੋਲਡਰ ਆਫ ਦਾ ਖੇਵਟ। ਇਹ ਲਾਅ ਹੈ। ਹਾਂਜੀ, ਜੇ ਕਿਸੇ ਖੇਵਟ ਦੀ ਤੁਸੀਂ ਤਕਸੀਮ ਕਰੋਗੇ, ਮੰਨ ਲਓ ਇਨ ਫਿਊਚਰ ਤੁਹਾਡੇ ਕੋਰਟ ਦੇ ਵਿੱਚ ਕੋਈ ਦਾਵਾ ਆ ਗਿਆ ਤਕਸੀਮ ਦਾ, ਠੀਕ ਹੈ, ਹਾਂਜੀ, ਤੁਹਾਡੀ ਕੋਰਟ 'ਚ ਕੋਈ ਦਾਵਾ ਆ ਗਿਆ ਤਕਸੀਮ ਦਾ, ਉਸ ਦਾਅਵੇ ਦੇ ਵਿੱਚ ਉਸ ਜਿਹੜੀ ਖੇਵਟ ਹੈਗੀ ਹੈ ਉਹਦੇ 2 ਨੰਬਰ ਖਸਰਾ ਫਰੰਟ ਤੇ ਪੈਂਦੇ ਨੇ, ਮੇਨ ਰੋਡ ਤੇ ਲੱਗਦੇ ਨੇ, ਹਾਂਜੀ, ਠੀਕ ਹੈ। ਪਾਰਟਨਰ ਹੈਗੇ 4, 2 ਦੇ 2 ਕਿੱਲੇ ਇੱਕੋ ਬੰਦੇ ਨੇ ਖਰੀਦ ਰੱਖੇ ਨੇ। ਹਾਂਜੀ ਸਰ, 2 ਦੇ 2 ਕਿੱਲੇ ਇੱਕੋ ਬੰਦੇ ਨੇ ਖਰੀਦ ਰੱਖੇ ਨੇ। ਲੋਕ ਉਹਦੀ ਰਸਤਾ ਛੱਡ ਕੇ ਬਾਕੀ ਬੰਦੇ ਆਪਦੀ ਖੇਤ 'ਚ ਵੜਦੇ ਨੇ, ਠੀਕ ਹੈ। ਹੁਣ ਲਾਅ ਇਹ ਹੈ ਵੀ ਤੁਸੀਂ ਇਕੁਅਲ ਪ੍ਰਪੋਰਸ਼ਨ ਦੇਣਾ ਫਰੰਟ ਦਾ ਹਾਂਜੀ, ਸਾਰੇ ਹਿੱਸੇਦਾਰਾਂ ਨੂੰ। ਹੁਣ ਜੇ ਤੁਸੀਂ ਕਹੋਗੇ ਵੀ ਤਾਂ 2 ਕਿੱਲੇ ਬੰਦੇ ਨੇ ਖਰੀਦੇ ਹੋਏ ਨੇ, ਅਸੀਂ ਤਾਂ ਇਹਨੂੰ ਛੇੜਨਾ ਨਹੀਂ, ਦੇ ਆਰ ਦਾ ਸ਼ੇਅਰ ਹੋਲਡਰ। ਬੇਸ਼ੱਕ ਉਹਨਾਂ ਨੇ ਸਪੈਸੀਫਿਕ ਨੰਬਰ ਖਰੀਦੇ ਹੋਏ ਹੈਗੇ ਆ, ਉਹ ਕੋਈ ਗੱਲ ਵੱਖਰੀ ਹੈ। ਬੇਸ਼ੱਕ ਉਹਨਾਂ ਨੇ ਸਪੈਸੀਫਿਕ ਨੰਬਰ ਖਰੀਦੇ ਹੋਏ ਨੇ, ਤੁਸੀਂ ਉਹਨੂੰ ਇਗਨੋਰ ਕਰਨਾ ਹੈ। ਤੁਸੀਂ ਉਹਨੂੰ ਇਗਨੋਰ ਕਰਕੇ ਉਹਨਾਂ ਨੂੰ ਤੁਸੀਂ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਨਾ ਹੈ। ਜਦੋਂ ਤੁਸੀਂ ਪਾਰਟੀਸ਼ਨ ਕਰਨੀ ਹੈ ਉਹਨਾਂ ਨੂੰ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਕੇ। ਇਹ ਗੱਲ ਕਲੀਅਰ ਹੈ ਜੀ, ਮੁਸ਼ਤਰੀ ਨੂੰ ਹੀ ਪੈਸੇ ਜਾਣਗੇ ਹੈ, ਇਹ ਗੱਲ ਤਾਂ ਕਲੀਅਰ ਵੀ ਪੈਸੇ ਮੁਸ਼ਤਰੀ ਨੂੰ ਵੀ ਜਾਣਗੇ, ਮਾਲਕ ਨਾਲ ਕੋਈ ਮਤਲਬ ਨਹੀਂ। ਤੁਸੀਂ ਸੁਣਦਾ ਸੀ ਗੱਲ ਪਹਿਲਾਂ ਮੈਂ ਕਹਿ ਰਿਹਾ, ਤੁਸੀਂ ਫਿਰ ਆਪ ਹੀ ਸਮਝੋਗੇ। ਸਰ ਜੀ, ਹਲੋ, ਜਦੋਂ ਇਹ ਰਕਬਾ ਮੁਸ਼ਤਰੀ ਦਾ ਕੱਟਣਗੇ ਇੰਤਕਾਲ ਚ, ਮਾਲਕ ਨੂੰ ਰੁਪਏ ਕਿਵੇਂ ਚੁਕਾਉਣਗੇ ਜੀ? ਇਹਦਾ ਡਿਸਪਿਊਟ ਹੈ ਜੀ। ਮਾਲਕੀ ਮੁਸ਼ਤਰੀ ਦੀ ਹੈ, ਰੁਪਏ ਮਾਲਕਾਂ ਨੂੰ ਦੇਣਗੇ, ਇੰਤਕਾਲ ਮਾਲਕ ਵੱਲੋਂ ਕਿਵੇਂ ਦਰਜ ਹੋਊਗਾ? ਤੁਹਾਨੂੰ ਇਹ ਕਿਹਾ ਗਿਆ ਹੋਊਗਾ ਵੀ ਤੁਸੀਂ ਉਹਨਾਂ ਸ਼ੇਅਰ ਜਿਸ ਮਾਲਕ ਨੇ ਵੇਚਿਆ ਹੋਇਆ ਉਹਦਾ ਘਟਾ ਦਿਓ ਤੇ ਇਸ ਮੁਸ਼ਤ ਦਾ ਸ਼ੇਅਰ ਬਣਾ ਦਿਓ, ਇਹ ਕਿਹਾ ਗਿਆ ਹੋਗਾ ਤੁਹਾਨੂੰ। ਇਸ ਹਾਲ ਤੱਕ ਗੱਲ ਕਲੀਅਰ ਨਹੀਂ ਹੋ ਰਹੀ। ਦੇਖੋ ਗੱਲ ਸੁਣੋ। ਕਾਰਡ ਬਣਾਇਆ ਇੱਥੇ ਗੱਲ ਇਹ ਲੱਗਦੀ ਹੈ, ਪਹਿਲਾਂ ਜਿਹੜੀ ਮੈਂ ਗੱਲ ਤਕਸੀਮ ਦੀ ਸਮਝਾ ਰਿਹਾ ਸੀਗਾ, ਉਹ ਸਮਝ ਲੱਗੀ ਕਿ ਨਹੀਂ? 2 ਦੇ 2 ਕਿੱਲੇ ਇੱਕ ਖਰੀਦਦਾਰ ਨੂੰ, ਜੇ ਆਪਾਂ ਕਹਾਂ ਵੀ ਇਹਨੂੰ ਤਾਂ ਪਾਰਟਿਕੂਲਰ ਨੰਬਰ ਪਰਚੇਜ ਕੀਤੇ ਹੋਏ ਨੇ, ਇਹ ਤਾਂ ਸਾਨੂੰ ਇਹੀ 2 ਨੰਬਰ ਇਹਨੂੰ ਦੇਣੇ ਪੈਣਗੇ। ਹਾਂਜੀ ਸਰ, ਠੀਕ ਹੈ। ਫਰੰਟ ਦੇ ਉੱਪਰ 2 ਕਿੱਲੇ ਲੱਗਦੇ ਨੇ ਉਸ ਖੇਵਟ ਦੇ। ਹਾਂਜੀ, ਖੇਵਟ ਦੇ ਹੈਗੇ 8 ਕਿੱਲੇ ਜ਼ਮੀਨ ਹੈ, 2 ਕਿੱਲੇ ਫਰੰਟ ਦੇ ਲੱਗਦੇ ਨੇ, 6 ਕਿੱਲੇ ਪਿੱਛੇ ਨੇ। ਅਸਲ ਉਹਦੇ ਜੋ ਤਰੀਕਾ ਤਕਸੀਮ ਚ ਤਜਵੀਜ਼ ਹੋਊਗਾ ਪਾਸ ਨਹੀਂ ਹੋਊਗਾ ਨਹੀਂ ਤਰੀਕਾ ਤਕਸੀਮ ਚ ਰੈਵਨਿਊ ਆਫਿਸਰ ਤੁਸੀਂ ਕਰਨਾ ਨਾ, ਤਰੀਕਾ ਤਜਵੀਜ਼ ਕਰਨਾ ਹੈ। ਜਿਵੇਂ ਤੁਸੀਂ ਇਹ ਵੀ ਸੋਚ ਸਕਦੇ ਆ ਆਪਾਂ ਵੀ 2 ਕਿੱਲੇ ਤਾਂ ਇਹਨੇ ਮਖਸੂਸ ਖਰੀਦੇ ਹੋਏ ਨੇ, ਖਰੀਦਦਾਰ ਨੇ, ਇਹਦਾ ਮੁਸ਼ਤਰੀ ਹੈ, ਇਹਨੂੰ ਤਾਂ ਅਸੀਂ ਹਰਾਣਾ ਨਹੀਂ ਹੈਗਾ
ਤੇ ਬਾਕੀ ਜਿਹੜੇ 6 ਬੰਦੇ ਬਚ ਗਏ, 3 ਬੰਦੇ ਬਚ ਗਏ, ਉਹ 6 ਕਿੱਲੇ ਰਸਤਾ ਲਾ ਕੇ ਲਵੇ, ਉਹ ਪਿਛਲੇ 6 ਕਿੱਲੇ ਜਿਹੜੇ 3 ਬੰਦਿਆਂ ਨੂੰ 2-2 ਕਿੱਲੇ ਦੇ ਦਿਓ। ਪਰ ਨਹੀਂ, ਇਹ ਲਾਅ ਨਹੀਂ ਹੈਗਾ। ਲਾਅ ਤਾਂ ਇਹ ਕਹਿੰਦਾ ਵੀ ਜੇ ਉਹ ਮੁਸ਼ਤਰੀ ਹੈਗਾ ਤਾਂ ਉਸ ਨੂੰ ਤੁਸੀਂ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਨਾ ਚੌਥੇ ਹਿੱਸੇ ਦਾ। ਚੌਥੇ ਹਿੱਸੇ ਦਾ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਕੇ ਉਸ ਨੂੰ ਚੌਥੇ ਹਿੱਸੇ ਦਾ ਰਕਬਾ ਹੀ ਫਰੰਟ ਤੇ ਦੇਣਾ ਹੈ। ਠੀਕ ਹੈ, ਇਹ ਹੈਗਾ ਲਾਅ, ਇਹ ਹੈਗਾ ਲਾਅ। ਹੁਣ ਤੁਹਾਨੂੰ ਮੇਰੇ ਖਿਆਲ ਹੈ ਇਹ ਗੱਲ ਕੀਤੀ ਜਾ ਰਹੀ ਹੋਏਗੀ ਵੀ ਤੁਸੀਂ ਮੁਸ਼ਤਰੀਆਂ ਨੂੰ ਜਿੰਨਾ ਉਹਨਾਂ ਨੇ ਰਕਬਾ ਖਰੀਦਿਆ ਹੋਇਆ ਕਿਸੇ ਮਾਲਕ ਤੋਂ ਖਰੀਦਿਆ ਹੋਇਆ, ਮਾਲਕ ਦਾ ਰਕਬਾ ਘਟਾ ਦਿਓ, ਸ਼ੇਅਰ ਮੁਸ਼ਤਰੀ ਦਾ ਰਕਬਾ ਉਹਨਾਂ ਉੱਥੇ ਸ਼ੇਅਰ ਵਧਾ ਦਿਓ, ਬਣਾ ਦਿਓ। ਤੁਹਾਨੂੰ ਇਹੋ ਜਿਹੀ ਕੋਈ ਗੱਲ ਹੋ ਰਹੀ ਹੋਣੀ, ਚੱਲਦੀ ਹੋਣੀ ਹੈ। ਮਾਲਕ ਦਾ ਰਕਬਾ ਘਟਾ ਕੇ ਸ਼ੇਅਰ ਹੋਲਡਰ ਨੂੰ ਉਹਨਾਂ ਰਕਬਾ ਮਾਲਕ ਦੇ ਖਾਨੇ 'ਚ ਪਾ ਦਿਓ, ਇਹ ਗੱਲ ਹੋਣੀ ਹੈ। ਹਾਂਜੀ ਸਰ, ਇਹੀ ਚੱਲ ਰਹੀ ਹੈ, ਇਹੀ ਚੱਲ ਰਹੀ ਹੈ ਸਰ। ਨਹੀਂ ਸਰ, ਤੁਸੀਂ ਕਿਤੋਂ ਆਪਣੇ ਕੀ ਨਾਮ ਸਰ ਤੁਹਾਡਾ? ਮੈਂ ਯਾਦਵਿੰਦਰ ਸਿੰਘ ਦਿੜਬੇ ਤੋਂ ਜੀ। ਯਾਦਵਿੰਦਰ ਜੀ, ਦਿੜਬੇ ਦਾ ਹੋ ਗਿਆ ਤੁਹਾਡਾ ਮਸਲਾ ਹੱਲ। ਸਾਡਾ ਧੂਰੀ ਫਸਿਆ ਪਿਆ, ਉਹ ਕਹੀ ਜਾਂਦੇ ਨੇ ਵੀ ਤੁਸੀਂ ਮੁਸ਼ਤਰੀ ਬਾਰੇ ਸੋਚਣਾ ਨਹੀਂ, ਸਿਰਫ ਖਾਨਾ ਨੰਬਰ 4 ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਪੈਸੇ ਦੇਣੇ। ਉਹ ਨਹੀਂ, ਤੁਹਾਡੇ ਭੋਲਾ ਸਿੰਘ ਜੀ, ਤੁਹਾਡੇ ਸਮਝਣ 'ਚ ਫਰਕ ਹੋਏਗਾ। ਏਦਾਂ ਨਹੀਂ ਹੋ ਸਕਦਾ ਵੀ ਮੁਸ਼ਤਰੀ ਬਾਰੇ ਸੋਚਣਾ ਨਹੀਂ, ਮੁਸ਼ਤਰੀ ਦੇ ਬਾਰੇ ਸੋਚਣਾ ਹੈਗਾ। ਤੁਹਾਨੂੰ ਇਹ ਕਿਹਾ ਗਿਆ ਹੋਵੇਗਾ ਉੱਥੇ, ਇੱਕ ਵਾਰੀ ਦੁਬਾਰਾ ਮੀਟਿੰਗ ਕਰਕੇ ਗੱਲ ਕਰ ਲਓ। ਤੁਹਾਨੂੰ ਇਹ ਕਿਹਾ ਹੋਵੇਗਾ ਵੀ ਉਸ ਮੁਸ਼ਤਰੀ ਨੂੰ ਤੁਸੀਂ ਖਾਨਾ ਮਾਲਕ 'ਚ ਲੈ ਕੇ ਆਓ। ਹਾਂਜੀ, ਆਹੀ ਚੱਲ ਰਿਹਾ ਸਾਰੇ ਕਿਤੇ ਵੀ ਤੁਸੀਂ ਉਸ ਮੁਸ਼ਤਰੀ ਨੂੰ ਖਾਨਾ ਮਾਲਕ 'ਚ ਲੈ ਕੇ ਆਓ ਤੇ ਐਜ਼ ਪਰ ਹਿਸ ਸ਼ੇਅਰ ਜਿੰਨਾ ਉਹਨੇ ਪਰਚੇਜ ਕੀਤਾ ਹੈ, ਕਿਹੜੇ ਮਾਲਕ ਤੋਂ ਕੀਤਾ ਹੈ, ਉਸ ਮਾਲਕ ਦਾ ਰਕਬਾ ਘਟਾ ਦਿਓ ਤੇ ਮੁਸ਼ਤਰੀ ਦਾ ਰਕਬਾ ਉਹਨਾਂ ਸ਼ੇਅਰ ਦਾ ਬਣਾ ਦਿਓ। ਉਸ ਨੂੰ ਤੁਸੀਂ ਪਾਰਟੀਕੂਲਰ ਨੰਬਰ ਖਾਸਰੇ ਦੇ ਵਿੱਚ ਮਾਲਕ ਬਣਾ ਕੇ ਪੈਸੇ ਨਾ ਦਿਓ। ਇਹ ਕਿਹਾ ਗਿਆ ਹੋਏਗਾ ਵੀ ਉਸ ਨੂੰ ਤੁਸੀਂ ਖੇਵੜ ਦੇ ਵਿੱਚ ਸ਼ੇਅਰ ਹੋਲਡਰ ਪ੍ਰਜ਼ਿਊਮ ਕਰਕੇ ਪੇਮੈਂਟ ਕਰੋ। ਇਹੀ ਚੱਲ ਰਿਹਾ। ਮੇਰਾ ਖਿਆਲ ਹੈ ਤਾਂ ਇਹ ਹੋਣੀ ਚਾਹੀਦੀ ਹੈ। ਸੋਮਵਾਰ ਨੂੰ ਦੇਖ ਕੀ ਬਣਦਾ। ਇਹ ਨਹੀਂ ਹੋ ਸਕਦਾ ਵੀ ਤੁਸੀਂ ਕਿਸੇ ਮੁਸ਼ਤਰੀ ਨੂੰ ਮਤਲਬ ਕਿ ਇਗਨੋਰ ਕਰੋਗੇ। ਇਗਨੋਰ ਤਾਂ ਨਹੀਂ ਕਰੋਗੇ, ਉਸ ਨੂੰ ਖਾਨਾ ਮਾਲਕੀ 'ਚ ਲੈ ਕੇ ਆ ਸਕਦੇ ਹੋ, ਉਹਦਾ ਸ਼ੇਅਰ ਦੇ ਹਾਂਜੀ 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 ਸਰ, ਏਦਾਂ ਉਹ ਇਸ ਤਰ੍ਹਾਂ ਨਹੀਂ ਹੋਣਾ ਜਿੱਦਾਂ ਦੱਸ ਰਹੇ ਨਾ। ਉਹ ਕੀ ਆ, ਮਾਲਕੀ ਦੀ ਖੇਵੜ ਸਾਂਝੀ ਆ। ਮੰਨ ਲਓ ਆਪਾਂ 3 ਭਾਈ ਵਾਲਾ ABC। ਜੀ ਹਾਂਜੀ ABC ਹੈ 3 ਭਾਈ ਵਾਲਾ। ਮਾਲਕ 'ਚ ਅਸੀਂ 3 ਜਣੇ ਸੀਗੇ। ਮਾਲਕੀ ਖਾਨਾ ਨੰਬਰ 4 'ਚ ਤੇ ਅਸੀਂ ਖਾਨਾ 4 ਤੇ ਇੱਕ ਨੇ ਵੇਚ ਦਿੱਤਾ, ਮੈਂ ਇਕੱਲੇ ਨੇ ਵੇਚ ਦਿੱਤਾ। A ਨੇ B ਦਾ ਤੇ C ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਤਾਂ ਵੇਚਿਆ ਰਕਬਾ। ਖੇਵੜ ਭਾਵੇਂ ਸਾਂਝੀਆਂ ਨਾਲ ਹੋਰ ਵੀ ਸਾਂਝੀਆਂ ਸੀ। ਸਰ ਇਹਦਾ ਕੀ ਆ, ਪੇਮੈਂਟ ਮਾਲਕੀ ਨੂੰ ਬਣਨੀ ਹੈ 4 ਨੰਬਰ ਵਾਲਿਆਂ ਨੂੰ। ਜਿਹੜਾ ਨੋਟ ਆ ਕੇ ਨੋਟ ਦੇ ਦੇਣਾ ਤੇ ਇਹਨਾਂ ਨੇ ਹਿੱਸੇ ਤੋਂ ਵੱਧ ਬੈਕ ਕੀਤਾ ਹੋਇਆ। ਦੇਖੋ, ਜਿੱਥੇ ਹਿੱਸੇ ਤੋਂ ਵੱਧ ਬੈ ਕੀਤਾ ਹੈ ਉਹਨੂੰ ਤਾਂ ਨਹੀਂ ਪੇਮੈਂਟ ਦੇਣੀ ਬਣਦੀ। ਸਾਰੇ ਹਿੱਸੇ ਤੋਂ ਵੱਧ, ਤਾਂ ਹੀ ਹਿੱਸੇ ਤੋਂ ਵੱਧ ਬੈ ਹੋਇਆ ਨਾ ਖਾਨਾ ਕਾਸ਼, ਤਾਂ ਹੀ ਹੋ ਗਿਆ ਨਾ ਬੰਦਾ। ਹਾਂ, 80 ਨੰਬਰ ਤਾਂ ਹੀ ਗਿਆ ਨਾ। ਨਹੀਂ ਚਲੋ, ਉਹਦਾ ਨੋਟ ਉਹ ਤਕਸੀਮ ਕਰਾ ਕੇ ਫਿਰ ਸਰ ਲੈ ਸਕਦੇ ਆ। ਸਾਰੇ ਕੇਸਾਂ 'ਚ ਤਾਂ ਨਹੀਂ ਹਿੱਸੇ ਤੋਂ ਵੱਧ ਰਕਬਾ ਵਿਕਦਾ, ਕਿਸੇ ਕੇਸ 'ਚ ਹੋ ਸਕਦਾ ਹੈ ਸਪੈਸ਼ਲ। ਪਰ ਖੇਵੜ ਦੇ ਵਿੱਚ ਵੇਖੋ ਨਾ, ਮਤਲਬ ਰਕਬਾ ਇੱਥੇ ਜਿਹੜੀ ਸਥਿਤੀ ਇਹਨੇ ਦੱਸ ਰਹੇ ਨੇ, ਮਤਲਬ ਹਿੱਸੇ ਤੋਂ ਵੱਧ ਵੀ ਭਾਵੇਂ ਪਰਸਨਲੀ ਨੰਬਰ ਸਾਰੇ ਨੇ ਦੇ ਦਿੱਤੇ ਆ, ਤਾਂ ਵੀ ਉਹ ਤਕਸੀਮ ਕਰਾ ਕੇ ਫਿਰ ਕਰ ਸਕਦਾ, ਉਦਾਂ ਨਹੀਂ ਸਰ। ਹਾਂਜੀ, 8 ਕਿੱਲੇ ਨੇ ਜੀ, ਇੱਕ ਬੰਦੇ ਨੇ 1 ਕਿੱਲਾ ਬੈ ਲੈ ਲਿਆ ਦੇ ਵਿੱਚੋਂ। ਠੀਕ ਆ ਜੀ। ਉਹਨੂੰ ਕਿੱਲੋ ਚ ਕਨਾਲ ਦੋਗੇ ਤੁਸੀਂ, ਇੱਕ ਥਾਂ ਤੇ ਕਿੱਲਾ ਦੋਗੇ। ਬਿਲਕੁਲ। ਪਰ ਸਰ ਉਹ ਲਾ ਇਹ ਗੱਲ ਕਹਿੰਦਾ ਵੀ ਅਸੀਂ ਤਕਸੀਮ ਕਰਾਂਗੇ, ਪੈਸੇ ਲੈਣੇ ਆ, ਪੈਸੇ ਅਸੀਂ ਖਾਨਾ ਕਾਸਤ ਵਾਲੇ ਨੂੰ ਨਹੀਂ ਪਾਉਣੇ। ਗੱਲ ਤਾਂ ਇੱਥੇ ਜਿਹੜਾ ਖਾਨਾ ਕਾਸਤ ਦਾ ਮਾਲਕ ਹੈ ਉਹਨੂੰ ਇਕੱਲੇ ਰੁਪਈਏ ਬਣਨਗੇ। ਅਸੀਂ ਬਠਿੰਡੇ ਤੋਂ ਸਾਰੇ ਇਹ ਬੜੇ ਜੀ। ਨਹੀਂ, ਪਰ ਸਰ ਜੇ ਦੂਜੇ ਬੰਦੇ ਜਦੋਂ ਵਾਂਢੀ ਸਾਡੀ ਨਹੀਂ ਹੋਈ, ਮੰਨ ਲਓ ਉਹਨੇ ਬੱਚੇ ਨੂੰ ਉਹਦਾ ਖਾਨਾ ਕਾਸਤ ਚ ਬੈਕ ਕਰ ਦਿੱਤਾ ਮਾਲਕ ਨੇ, ਤੇ ਵਾਂਢੀ ਨੂੰ ਕਿੱਦਾਂ ਹੋਏਗਾ? ਇੱਕ ਬੰਦੇ ਨੇ ਕਰੋੜ ਰੁਪਏ ਦਾ ਕਿੱਲਾ ਫਰੰਟ ਤੇ ਲੈ ਲਿਆ, ਪਿੱਛੇ 10 ਲੱਖ ਦਾ ਰੇਟ ਹੈ ਜੀ ਸਰ, ਤੇ ਉਹਨੂੰ ਕਰੋੜ ਰੁਪਏ ਦਾ ਕਿੱਲਾ ਉਸੇ ਫਰੰਟ ਤੇ ਹੀ ਦਿੱਤਾ ਹੈ। ਪਰ ਉਹ ਗੱਲ ਇਹਨਾਂ ਨਾਲ ਤਕਸੀਮ ਕਰਾਵੇ ਨਾ, ਉਹ ਬੰਦਾ ਮਾਲਕ ਜਿਹਦੇ ਕੋਲ ਲਿਆ ਵਾ ਉਹ ਤਕਸੀਮ ਕਰਾ ਕੇ ਮਤਲਬ ਦਵੇ। ਤਕਸੀਮ ਦਾ ਥੋੜਾ ਪਏ, ਜਦੋਂ ਕਬਜ਼ਾ ਮਾਰ ਕੇ ਜਿੱਥੇ ਖਾਨਾ ਕਾਸਤ ਉੱਥੇ ਸੈੱਟ ਹੋ ਜਾਣਾ ਵਾ। ਜਿਹੜੀ ਆਪਣੀ ਪ੍ਰੈਕਟਿਸ ਹੈ ਨਾ ਸਾਰੇ ਪੰਜਾਬ ਦੇ ਵਿੱਚ, ਹਿੱਸੇ ਦੇ ਵਿੱਚੋਂ ਕਬਜ਼ਾ ਦੇ ਰਹੇ ਨੇ, ਤਕਸੀਮ ਹੋ ਕੇ ਕੋਈ ਨਹੀਂ ਵੇਚ ਰਿਹਾ। ਨਹੀਂ ਬਾਹਰ ਸਾਡੇ ਇੱਥੇ ਜਿੰਨਾ ਵੀ ਹੋਇਆ ਨਾ, ਨੈਸ਼ਨਲ ਹਾਈਵੇ ਕਟਵਾਇਆ ਵਾ, ਪਠਾਨਕੋਟ ਤੋਂ ਰੱਖ ਕੇ ਅੰਮ੍ਰਿਤਸਰ ਤੱਕ ਸਾਰੇ ਮਤਲਬ ਏਦਾਂ ਹੋਇਆ ਵਾ। ਮਤਲਬ ਮੁਸਤਰੀ ਦਾ ਬਣੂਗਾ ਹਿੱਸਾ, ਜਿੰਨਾ ਮੁਸਤਰੀ ਨੇ ਜੋ ਮੇਰਾ ਨੰਬਰ ਹੈ ਤਾਂ ਉਸ ਹਿਸਾਬ ਨਾਲ ਬਣੂਗਾ। ਜੇ ਮਖਸੂਸ ਨੰਬਰ ਹੈ ਤਾਂ ਇਕੱਲੇ ਮੁਸਤਰੀ